ਲਓ ਜੀ, ਹਰ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵੇਲੇ ਨਾਲ ਜਿਹੜੀਆਂ ਗੱਲਾਂ ਬਾਤਾਂ ਵਾਪਰੀਆਂ ਹੁੰਦੀਆਂ ਨੇ ਕੁਝ ਸਮਾਂ ਪਹਿਲਾਂ ਤੱਕ ਜਾਂ ਉਦੋਂ ਪਹਿਲਾਂ ਤੱਕ ਉਹ ਤੁਹਾਡਾ ਸਾਂਝੀਆਂ ਕਰ ਲਈਆਂ। ਨਾਲ ਵੀ ਪਰਮੀਤ ਬਾਟ ਹੋਈ। ਹੋਰ ਬਾਟ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਫਿਰ ਕੀ ਆਂਦੀ ਦੇਸ਼ ਦੁਨੀਆ ਤੇ ਸਿਹਤ? ਦੇਖੋ, ਦੇਸ਼ ਦੁਨੀਆ ਤਾਂ ਇਹ ਆਂਦੀ ਆ ਕਿ ਅਜੇ ਰਾਮ ਰਹੀਮ ਦਾ ਮਸਲਾ ਤਾਂ ਉੱਥੇ ਹੀ ਖੜਾ ਆ। ਨਹੀਂ, ਉਹ ਤੇ ਵੱਡਾ ਮਸਲਾ ਨਾ, ਦੇਖੋ ਏਡੀ ਛੇਤੀ ਥੋੜਾ ਹੱਲ ਹੋਏਗਾ। ਆਪਾਂ ਉਹਦੇ ਮਸਲੇ ਤੋਂ ਪਹਿਲਾਂ ਛੋਟੇ ਛੋਟੇ ਮਸਲੇ ਹੋਰ ਵਿਚਾਰ ਲਈਏ। ਮਤਲਬ ਜਿਹੜੇ ਮਾਮੂਲੀ ਮਸਲੇ ਨੇ, ਆਮ ਲੋਕਾਂ ਦੇ ਮਸਲੇ ਨੇ, ਮਤਲਬ ਕੋਈ ਰੋਟੀ ਦਾ ਮਸਲਾ, ਕੋਈ ਖੇਤੀ ਦਾ ਮਸਲਾ, ਕੋਈ ਕਰਜ਼ੇ ਦਾ ਮਸਲਾ, ਕੋਈ ਖੁਦਕੁਸ਼ੀਆਂ ਦਾ ਮਸਲਾ, ਜਿਹੜੇ ਨਿੱਕੇ ਮਸਲੇ ਨੇ ਅਕੋਰਡਿੰਗ ਟੂ ਉਸ ਮਸਲੇ ਦੇ, ਉਹ ਬਾਅਦ ਚ ਵਿਚਾਰ ਲਾਂਗੇ। ਦੇਖੋ, ਚਲੋ ਉਧਰੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਸਾਹਿਬ ਨੇ ਇਹ ਦਾਅਵਾ ਕੀਤਾ। ਉਹ ਕਹਿੰਦੇ ਜੀ ਦੇਖੋ, ਕਿਸਾਨਾਂ ਦੇ ਲਈ ਤਾਂ ਕੇਂਦਰ ਦੀ ਸਰਕਾਰ ਬਹੁਤ ਵਧੀਆ, ਹਰਿਆਣੇ ਦੇ ਮੁੱਖ ਮੰਤਰੀ ਨੇ ਇੰਨੀ ਵਧੀਆ ਸਰਕਾਰ ਆ ਕਿ ਦੇਖੋ 6 ਫਸਲਾਂ ਦਾ ਮੁੱਲ ਤਾਂ ਹੁਣੇ ਹੀ ਵਧਾਤਾ। ਤੇ ਕੱਲਾ 6 ਫਸਲਾਂ ਦਾ ਕਹਿੰਦੇ ਮੁੱਲ ਨਹੀਂ ਵਧਾਇਆ, ਲਾਗਤ ਤੋਂ 50% ਵੱਧ ਕੀਮਤ ਚਾਹੀਦੀ ਹੈ। ਉਹ ਕਹਿੰਦੇ ਲਾਗਤ ਤੋਂ 50% ਵੱਧ ਕੀ 100% ਵੱਧ ਕੀਮਤ ਵੀ ਕਈਆਂ ਦਿੱਤੀ। ਇੰਨਾ ਵਧੀਆ ਕੰਮ ਕੀਤਾ। ਤੇ ਨਾਲ ਹੀ ਉਹ ਕਹਿੰਦੇ ਕਿ ਮੈਨੂੰ ਪੂਰਾ ਯਕੀਨ ਹੈ ਕਿ ਬਹੁਤ ਜਲਦੀ ਜਿਹੜਾ ਵਾਅਦਾ ਕੀਤਾ ਗਿਆ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ, ਉਹ ਵਾਅਦਾ ਬੜੀ ਛੇਤੀ ਕੇਂਦਰ ਦੀ ਸਰਕਾਰ ਨੇ ਪੂਰਾ ਕਰ ਦੇਣਾ, ਕਿਉਂਕਿ ਲਗਾਤਾਰ ਕੇਂਦਰ ਦੀ ਸਰਕਾਰ ਉਧਰਲੇ ਪਾਸੇ ਵਧ ਰਹੀ ਹੈ। ਇੱਕ ਛੋਟਾ ਜਿਹਾ ਮੇਰਾ ਮੈਥ ਦਾ ਸਵਾਲ ਸੀ, ਹਿਸਾਬ ਦਾ। ਗਣਿਤ ਮਾਸਟਰ ਨਹੀਂ ਬੈਠੇ ਨੇ, ਗਣਿਤ ਦਾ ਸਵਾਲ ਪੁੱਛ ਲਾਂ। ਬਹੁਤੀਆਂ ਫਸਲਾਂ 'ਚ ਮੈਂ ਨਹੀਂ ਪੈਂਦਾ। 2015 ਰੁਪਏ ਕਣਕ ਦਾ ਮੁੱਲ ਹੋਇਆ ਤੇ ਇਹਨੂੰ ਉਹ ਕਹਿੰਦੇ ਵੀ 100% ਮੁੱਲ ਕਰਤਾ ਲਾਗਤ ਦੇ ਹਿਸਾਬ ਨਾਲ। ਹੁਣ ਇਹ 100% ਤਾਂ ਬਣਦਾ ਵੀ ਜੇ ਆਪਾਂ ਲਾਗਤ ਨੂੰ ਗੁਣਾ ਕਰੀਏ ਤਾਂ ਮਤਲਬ ਲਾਗਤ 20 ਰੁਪਏ ਹੋਊਗੀ ਤੇ ਉਹਨੂੰ 100 ਨਾਲ ਗੁਣਾ ਕੀਤਾ ਤੇ ਫਿਰ 2000 ਬਣਿਆ। ਮਤਲਬ ਕੁਆਂਟਲ ਕਣਕ ਬੀਜਣ ਤੇ 20 ਰੁਪਏ ਖਰਚਾ ਆਉਂਦਾ ਖੱਟਰ ਸਾਹਿਬ ਦਾ। ਨਹੀਂ, ਦੇਖੋ ਗੱਲ ਪਤਾ ਕੀ ਹੈ, ਆਵੇ ਨਾ ਆਵੇ, ਕਾਪੀ ਜਦੋਂ ਮੈਂ ਪੜ੍ਹਦਾ ਹੁੰਦਾ ਸੀ 2 ਰੁਪਏ ਦੀ ਸੀ, ਹੁਣ 10 ਦੀ ਹੋ ਗਈ ਹੈ। 10 ਦੀ ਕਾਪੀ ਤੇ 5 ਦਾ ਪੈਨ। 15 ਰੁਪਈਆਂ ਦੇ ਸਮਾਨ ਦੇ ਨਾਲ ਜੋ ਮਰਜ਼ੀ ਲਿਖ ਦਿਓ ਉੱਥੇ। 15 ਰੁਪਏ ਜੇ ਤੇ ਕਾਪੀ ਤੁਹਾਡੇ ਕੋਲ ਆ, ਪੈਨ ਤੁਹਾਡਾ, ਤੁਸੀਂ ਉਹਦੇ ਉੱਤੇ ਲਿਖਣਾ 200% ਦੀ ਵਾਧਾ ਕਰ ਦਿਓ, 500% ਦੀ ਕਰ ਦਿਓ। ਮੈਂ ਕਹਿੰਦਾ ਕਿ ਖੱਟਰ ਸਾਹਿਬ ਨੂੰ ਵਧਾਈਆਂ ਜੇ ਉਹਨਾਂ ਨੇ ਇਦਾਂ ਕਰਤਾ। ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਕੋਈ ਮਾੜੀ ਗੱਲ ਨਹੀਂ। ਪਰ ਇਹ ਚਰਚਾ ਤਾਂ 2 ਦਿਨ ਪਹਿਲਾਂ ਆਪਾਂ ਹੀ ਕੀਤੀ, ਮਹੀਨੇ 3 ਰਹਿ ਗਏ ਆ। ਉਹ ਆਮਦਨ ਦੁੱਗਣੀ ਵੀ ਕਰਨੀ, ਉਹ ਕਹਿੰਦੇ ਵੀ ਹੋ ਜੂਗੀ 90 ਦਿਨਾਂ ਦੇ ਬਾਅਦ। ਫਿਰ ਨਾਲ ਦੀ ਨਾਲ ਮੈਂ ਕਹਿੰਦਾ ਚੰਗਾ ਹੁੰਦਾ ਜੇ ਇਹ ਵੀ ਲਿਖ ਦਿੰਦੇ ਕਿ ਖੇਤੀਬਾੜੀ ਦੇ ਲਈ ਜਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ, ਡੀਜ਼ਲ, ਬੀਜ, ਖਾਦਾਂ, ਦਵਾਈਆਂ, ਜੇ ਕਸਾਈ ਮਸ਼ੀਨਰੀ ਦੀ ਹੁੰਦੀ, ਬੰਦੇ ਦੀ ਵੀ ਹੁੰਦੀ ਹੈ ਕਿ ਸਾਰਾ ਟੱਬਰ ਉੱਥੇ ਕੰਮ ਕਰਦਾ, ਉਹ ਸਾਰੀਆਂ ਚੀਜ਼ਾਂ ਦੀ ਜੇ ਕੀਮਤ, ਉਹ ਲਾਗਤ, ਮੈਂ ਕਹਿੰਦਾ ਕਿ ਉਹ 10 ਰੁਪਈਆਂ ਦੀ ਕਾਪੀ ਤੇ 5 ਰੁਪਈਆਂ ਦੇ ਪੈਨ ਦੇ ਨਾਲ ਸਾਰੀ ਲਾਗਤ ਹੀ ਕੱਢ ਕੇ ਦਿਖਾ ਦਿੰਦੇ ਕਿ ਆ ਦੇਖੋ ਭਾਈ, ਡੀਜ਼ਲ ਇੰਨਾ ਵਧਿਆ, ਪੈਟਰੋਲ ਇੰਨਾ ਵਧਿਆ, ਖਾਦ ਦਾ ਭਾਅ ਇੰਨਾ ਵਧਿਆ, ਬੀਜ ਦਾ ਭਾਅ ਇੰਨਾ ਵਧਿਆ, ਦਵਾਈ ਦਾ ਭਾਅ ਇੰਨਾ ਵਧਿਆ, ਕੁੱਲ ਮਿਲਾ ਕੇ ਮਹਿੰਗਾਈ ਇੰਨੀ ਵਧੀ ਹੈ, ਕੀਮਤ ਅਸੀਂ ਇੰਨੀ ਵਧਾਤੀ ਹੈ। ਫਿਰ ਤਾਂ ਹੌਲੀ ਹੌਲੀ ਗੁਰਪ੍ਰੀਤ ਸੰਧਾਵਾਲੀਆ ਨੇ ਕਹਿਣਾ ਚਲੀਏ ਭਾਈ, ਇੰਡੀਆ ਨੂੰ ਉੱਥੇ ਤਾਂ ਆਮਦਨ ਦੁੱਗਣੀ ਹੋਣ ਵਾਲੀ ਹੈ, ਉੱਥੇ ਜਾ ਖੇਤੀ ਕਰਦੇ ਆ। ਨਹੀਂ, ਉਹ ਤੇ ਹੈ ਹੀ। ਮੈਂ ਤਾਂ ਇੰਨੇ ਸਾਲ ਕਰਕੇ ਵੇਖ ਲਈ, ਮੇਰੀ ਤੇ ਹੋਈ ਨਹੀਂ। ਨਹੀਂ, ਉਦੋਂ ਸਰਕਾਰਾਂ ਹੋਰ ਸੀ। ਅੱਛਾ, ਹਾਂ, ਉਹਦਾ ਮਤਲਬ ਮੈਂ ਹੀ ਕਾਲੀ ਕਰ ਗਿਆ, ਮੈਨੂੰ ਹੋਰ ਦੇਖਣਾ ਚਾਹੀਦਾ। ਉਹਨਾਂ ਕੋ ਕਾਪੀ ਨੇ ਉਹ ਸਲੇਟ ਵਾਲੇ ਹੁੰਦੇ ਸੀ, ਉਹ ਸਲੇਟ ਤੇ ਦੁੱਗਣੀ ਕਰਦੇ, ਛੇਤੀ ਪੂੰਝ ਦਿੰਦੇ ਸੀ। ਸੋ ਇਹ ਨਾ ਜੀ ਇਸ ਵਕਤ ਦੇ ਬਿਆਨ ਅਜੇ ਚਰਚਾ 2 ਦਿਨਾਂ ਦੀ ਛੇੜੀ ਸੀ। ਸੁੱਖ ਨਾ ਹੁਣ ਜੇ ਵੱਡੇ ਵੱਡੇ ਲੀਡਰ ਸਾਹਿਬ ਵੀ ਇਹ ਕਹਿਣ ਲੱਗ ਪਏ ਵੀ ਨਹੀਂ, ਸਾਨੂੰ ਚੇਤਾ ਵੀਰ, ਆਮਦਨ ਦੁੱਗਣੀ ਕਰਨੀ, ਭੂਲੇ ਥੋੜੀ ਹੈ। ਹਾਂ, ਪਰ ਇਹਦੇ ਚ ਮੈਂ ਇੱਕ ਚੀਜ਼ ਐਡ ਕਰ ਦਵਾਂ ਕਿ ਪਿਛਲੇ ਸਮੇਂ 'ਚ ਇੱਕ RTI ਸੀਗੀ, ਐਂਡ ਉਹ RTI ਵੀ ਐਗਜ਼ਿਸਟ ਕਰਦੀ ਹੋਣੀ, ਕਿਤੇ ਨੈਟ ਤੇ ਜਾ ਕੇ ਤੁਸੀਂ ਫਰੋਲ ਕੇ ਦੇਖ ਲਿਓ। ਉਹਦੇ ਜਦੋਂ ਸਰਕਾਰ ਨੂੰ ਇਹ ਸਵਾਲ ਪੁੱਛਿਆ ਗਿਆ ਸੀਗਾ ਜੀ ਕਿ ਬਹੁਤ ਵਧੀਆ ਗੱਲ ਹੈ ਕਿ ਸਾਨੂੰ ਇੰਨੀ ਖੁਸ਼ੀ ਹੋਈ ਵੀ ਮੋਦੀ ਸਰਕਾਰ ਨੇ ਕਿਹਾ ਕਿ ਅਸੀਂ ਆਮਦਨ ਦੁੱਗਣੀ ਕਰਨੀ ਹੈ ਸਰਕਾਰਾਂ ਦੀ। ਸੁੱਖ ਨਾਲ 2014 ਦੀਆਂ ਗੱਲਾਂ ਬਾਤਾਂ ਕਰਦੇ ਆਉਂਦੇ ਸੀ ਤੇ ਹੁਣ ਤੇ 3-4 ਸਾਲ ਲੰਘ ਗਏ। ਇਹ ਪਿਛਲੀ ਟਰਮ ਦੀ ਮੈਂ ਗੱਲ ਕਰਦਾ। ਤੇ ਹੁਣ ਤੇ ਗਾਂ ਸਾਲ ਹੀ 2 ਰਹਿ ਗਿਆ, ਹੁਣ ਤੱਕ ਕੀ ਫਿਰ ਪ੍ਰਬੰਧ ਕਰ ਦਿੱਤਾ ਜੀ। ਉਹ ਕਹਿੰਦੇ ਅਜੇ ਪ੍ਰਬੰਧ ਕੋਈ ਨਹੀਂ ਕੀਤਾ, ਅਜੇ ਕੋਈ ਸਕੀਮ ਵੀ ਨਹੀਂ ਬਣਾਈ, ਨੀਤੀ ਵੀ ਕੋਈ ਨਹੀਂ ਘੜੀ। ਹਾਂ, ਜਿਹੜੀ ਗੱਲ ਅਸੀਂ ਕਹਿੰਦੇ ਸੀ ਆਮਦਨ ਦੁੱਗਣੀ ਕਰਨੀ, ਉਹ ਵਿਚਾਰ ਅਧੀਨ ਜ਼ਰੂਰ ਹੈਗੀ। ਨਹੀਂ, ਦੇਖੋ, ਇਹ ਵਿਚਾਰ ਅਧੀਨ। ਸੰਧਾਵਾਲੀਆ ਸਾਹਿਬ ਤੁਸੀਂ ਏਦਾਂ ਨਾ ਕਰੋ। ਹਰ ਇੱਕ ਮਾਂ ਆਪਣੇ ਨੇ ਮੇਰੇ ਪੁੱਤ ਨੇ ਡਾਕਟਰ ਬਣਨਾ, ਵੱਡਾ ਹੋ ਕੇ ਮੇਰਾ ਪੁੱਤ ਪੜ੍ਹਨ ਜਾਊਗਾ, ਮੇਰੀ ਧੀ ਜਿਹੜੀ ਹੈ ਨਰਸ ਬਣੂਗੀ, ਡਾਕਟਰ ਬਣੂਗੀ, ਪਾਇਲਟ ਬਣੂਗੀ ਮੇਰੀ ਧੀ। ਸਾਰੇ ਬਣਦੇ ਥੋੜੀ ਆ। ਜੇ ਹੇਠਲੇ ਪੱਧਰ ਤੇ ਏਦਾਂ ਹੋ ਸਕਦੀ ਤਾਂ ਖੱਟਰ ਸਾਹਿਬ ਕਹਿੰਦੇ ਹੋਣ ਕਿ ਅਸੀਂ ਕਿਉਂ ਨਹੀਂ ਕਰ ਸਕਦੇ। ਨਹੀਂ, ਉਹ ਪਤਾ ਗੱਲ, ਜੇ ਉਦਾਂ ਵੀ ਕਰ ਲੈਣ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਉਹ ਫਿਰ ਵੀ ਮਾਂ ਜਿਹੜਾ ਕੋਈ ਸਿਰ ਪਲੋਸਦੀ ਆ, ਕੋਈ ਜਾਣੇ ਸਰੋਂ ਦਾ ਤੇਲ ਲਾ ਕੇ 2 ਗੁੱਟੀਆਂ ਕਰ ਦਿੰਦੀ ਕਿਸੇ ਵੇਲੇ, ਕੋਈ 2 ਮੀਡੀਆਂ ਕਰਕੇ, ਜੋ ਉਦੋਂ ਬਾਅਦ 2 ਪਰਾਂਦੀਆਂ ਪਾ ਕੇ ਫੁੱਲ ਜਿਹਾ ਬਣਾਉਂਦੀ ਹੈ। ਉਹ ਰਹਿੰਦਾ ਖੁੰਦਾ ਤੇਲ ਗਲਾਂ ਤੇ ਵੀ ਮਾਰ ਦਿੰਦੀ, ਜਵਾਗ ਦੇਸ਼ਕੇ ਜ਼ਰੂਰ ਹੈ। ਉਹ ਫਿਰ ਵੀ ਮਾਂ, ਉਹਨੇ 2 ਵਾਰ ਮੱਥਾ ਵੀ ਚੁੰਮਣਾ, ਉਹਦੇ ਕੋਲ ਖਾਣ ਪੀਣ ਨੂੰ ਵੀ ਦੇਣਾ, ਉਹਨੂੰ ਐਟਲੀਸਟ ਜਵਾਗ ਨੂੰ ਲੱਗਣਾ ਸੀ ਵੀ ਮੇਰੀ ਮਾਂ ਹੈ।
ਹੁਣ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਤੇ ਲੋਕਾਂ ਨੂੰ ਇਹ ਜਾਪਦਾ ਵੀ ਯਾਰ ਸਰਕਾਰ ਵੀ ਸਾਡੀ ਇੱਕ ਤਰ੍ਹਾਂ ਨਾਲ ਮਾਂ ਆ, ਉਹਨੇ ਸਾਡਾ ਖਿਆਲ ਰੱਖਣਾ, ਸਾਡੇ ਵੱਲ ਧਿਆਨ ਦੇਣਾ। ਉਹ ਤੇ ਗੱਲ ਕਿਤੇ ਨਜ਼ਰ ਆਉਂਦੀ ਨਹੀਂ। ਜੇ ਨਹੀਂ ਉਧਰੋਂ ਕੋਈ ਨਜ਼ਰ ਆ ਰਿਹਾ ਤੇ ਫਿਰ ਇੱਕ ਪਾਸੇ ਇੱਕੋ ਗੱਲ ਆਖੀ ਜਾਣੇ ਵੀ ਨਾ ਪੁੱਤ ਨੂੰ ਆਪਾਂ DC ਲਵਾ ਦੇਣਾ। ਥੋੜੀ ਫੀਲਿੰਗ ਤੇ ਆਵੇ ਵੀ DC ਲਵਾਉਣਾ ਕਿਹੜੇ ਹਿਸਾਬ ਨਾਲ। ਨਹੀਂ, ਗੱਲ ਇਹ ਤੁਹਾਡੀ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। ਮੈਨੂੰ ਵੀ ਐਂ ਲੱਗਦਾ ਕਿ ਸਹਿਮਤੀ ਤੇ ਹੋਣੀ ਚਾਹੀਦੀ ਹੈ। ਮੱਥਾ ਤੋਂ ਵੀ ਚੁੰਮਦੇ ਆ, ਉਹ ਵੱਖਰੀ ਗੱਲ ਹੈ ਕਿ DC ਸਾਹਿਬ ਕਹਿੰਦੇ ਆ ਜਾਂ SDM ਸਾਹਿਬ ਕਹਿੰਦੇ ਡਾਂਗ ਨਾ ਚੁੰਮ ਲਿਓ ਬੇਸ਼ੱਕ ਜੇ ਕੋਈ ਬਾਹਰਲੇ ਪਾਸੇ ਨੂੰ ਆਇਆ। ਵੈਸੇ ਜੇ ਆਮਦਨ ਦੁੱਗਣੀ ਹੋਣ ਦੀ ਪ੍ਰਕਿਰਿਆ ਚੱਲ ਪਈ ਹੋਵੇ, ਜੇ ਉਧਰਲੇ ਪਾਸੇ ਨੂੰ ਕੰਮ ਤੁਰ ਪਿਆ ਹੋਵੇ, ਹੌਲੀ ਹੌਲੀ ਵੱਧ ਰਿਹਾ, ਫਿਰ ਕਿਸਾਨਾਂ ਨੂੰ ਸੜਕ ਸੁੜਕ ਤੇ ਆਉਣ ਦੀ ਲੋੜ ਤਾਂ ਹੈ ਨਹੀਂ ਮੈਨੂੰ ਲੱਗਦਾ। ਕਮਲੇ ਆ ਬਾਟ ਸਾਹਿਬ, ਕੀ ਕਰੀਏ, ਦੇਸੀ ਬੰਦੇ ਉਹ ਗੱਲ। ਇਹ ਤਾਂ ਮੈਂ ਤਾਂ ਆਪ ਹੈਰਾਨ ਸੀ ਵੀ ਰੋਜ਼ ਫੋਟੋ ਆ ਜਾਂਦੀ ਹੈ ਜੀ, ਆਹ ਕੌਣ ਪਿਆ, ਇਹ ਰਕੇਸ਼ ਟਕੈਤ ਪਿਆ ਦਰੀ ਤੇ, ਆਹ ਕੌਣ ਪਿਆ ਜੀ, ਇਹ ਰਾਜੇਵਾਲ ਸਾਹਿਬ ਪਏ, ਆਹ ਕੌਣ ਪਿਆ ਜੀ, ਆਪਣੇ ਉਹ ਚੜੂਨੀ ਸਾਹਿਬ ਪਏ। ਮਤਲਬ ਇਦਾਂ ਥੋੜਾ ਹੁੰਦਾ ਯਾਰ। ਇਹਨਾਂ ਬੰਦਿਆਂ ਨੂੰ ਥੋੜਾ ਪਤਾ ਵੀ ਕਿਵੇਂ ਹੁੰਦੀ ਹੈ ਖੇਤੀ, ਇਹਨਾਂ ਨੂੰ ਥੋੜਾ ਪਤਾ ਵੀ ਮਤਲਬ ਕਿੱਥੇ ਆ ਕੇ ਮੁਸ਼ਕਿਲ ਹੈ। ਇਹਦੇ ਉੱਤੇ ਪਤਾ ਹੈ ਜਦੋਂ ਗਦੇਲੇ ਤੇ ਬੰਦਾ ਪਵੇ ਬਾਅਦ ਚ ਤੇ ਅੱਧਾ ਵਿੱਚ ਖੁੱਭ ਜੇ, ਉਦੋਂ ਉੱਠ ਕੇ ਪਤਾ ਲੱਗਦਾ ਅਚਾਨਕ ਉਹ ਅੱਛਾ ਕਿਆ ਕਰਨਾ ਹੈ। ਕਹਿੰਦਾ ਆਮਦਨ ਦੁਗਣੀ ਕੋਈ ਨਹੀਂ ਕਰਦੇ ਆ ਕਿ ਚੱਪਲਾਂ ਤੇ ਲੱਭ ਕੇ ਲਿਆਓ, ਮੇਰੀਆਂ ਕਿੱਥੇ ਆ, ਤਿਲਕਣ ਨਾ ਘਸੀਆਂ ਨਵੀਆਂ ਲਿਆ ਕੇ ਦੋ। ਬਾਕੀ ਸੰਧਾਲੀਆ ਸਾਹਿਬ ਚਲੋ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੇ ਕਰਨਾਲ ਦੇ ਵਿੱਚ ਧਰਨਾ ਲੱਗਾ। ਉਮੀਦ ਸੀ ਕਿ ਭਾਈ ਗੱਲਬਾਤ ਕਿਸੇ ਬੰਨੇ ਗੰਢੇ ਲੱਗ ਜਾਵੇ, ਕਿਉਂਕਿ 4 ਦਿਨ ਸੁੱਖ ਨਾਲ ਹੁਣ ਉੱਥੇ ਵੀ ਹੋ ਗਏ। ਪਰ ਬੀਤੇ ਕੱਲ ਸ਼ਾਮ ਜੀ ਪਈ ਜਦੋਂ 5 ਵਜੇ ਤਾਂ ਉਦੋਂ ਪ੍ਰਸ਼ਾਸਨ ਦਾ ਸੁਨਾਹ ਆਇਆ ਕਿ ਆਓ ਵੀ ਗੱਲਬਾਤ ਕਰੀਏ। ਨਹੀਂ ਤਾਂ ਸਾਰਾ ਦਿਨ, ਕਿਉਂਕਿ ਕਿਸਾਨ ਬੈਠੇ ਆ, ਟੈਂਟ ਲੱਗਾ, ਉਧਰਲੇ ਪਾਸੇ ਪੁਲਿਸ ਕਰਮਚਾਰੀ ਬੈਠੇ ਆ, ਪੈਰਾਮਿਲਟਰੀ ਫੋਰਸਿਸ ਦੇ ਜਵਾਨ ਬੈਠੇ ਆ, ਤੇ ਉਹ ਸਾਰੇ ਜਣੇ ਇਸ ਹਿਸਾਬ ਕਿਤਾਬ ਦੇ ਵਿੱਚ ਰਹੇ ਕਿਸਾਨਾਂ ਨੂੰ ਵੀ ਕਿ ਭਾਈ ਹੁਣ ਵੀ ਸੁਨੇਹਾ ਆਇਆ, ਹੁਣ ਵੀ। ਉਹ ਤਾਂ ਉੱਥੇ ਇਸ ਕਰਕੇ ਬੈਠੇ ਗੱਲਬਾਤ ਸ਼ੁਰੂ ਹੋਵੇ, ਮੰਗਾਂ ਪ੍ਰਵਾਨ ਹੋਣ ਤਾਂ ਆਈਏ, ਸੱਦਾ ਹੀ ਨਾ ਆਵੇ। ਸਵੇਰੇ ਸਵੇਰੇ ਰਾਸ਼ਟਰਗਾਨ ਨਾਲ ਕਿਸਾਨਾਂ ਨੇ ਕੰਮ ਆਪਣਾ ਸ਼ੁਰੂ ਕੀਤਾ। ਉਹਦੇ ਤੋਂ ਬਾਅਦ ਲੰਗਰ ਪ੍ਰਸ਼ਾਦੇ ਬਣਾਏ, ਛਕੇ, ਫਿਰ ਲੋਕ ਆਈ ਜਾਂਦੇ। ਪ੍ਰਸ਼ਾਸਨ ਨੇ ਵੀ ਕਿਹਾ ਕਿ ਲੋਕ ਆਪਣੇ ਕੰਮ ਕੁਮ ਕਰਾਉਣ, ਸਕੱਤਰੇ ਤਾਉਣ, ਕੋਈ ਗੱਲ ਨਹੀਂ, ਇਦਾਂ ਦੀ ਰਾਹ ਖੁੱਲੇ ਨੇ, ਖੁੱਲੇ ਵੀ ਹੈਗੇ ਆ। 5 ਵਜੇ ਜਦੋਂ ਫਿਰ ਸੱਦਾ ਆਇਆ ਕਿ ਭਾਈ ਆਓ ਗੱਲ ਕਰਦੇ ਆ, ਗੁਰਨਾਮ ਸਿੰਘ ਚੜੂਨੀ ਤੇ ਉਹਨਾਂ ਦੇ ਸਾਥੀ ਜਿਹੜੇ ਕਿਸਾਨ ਲੀਡਰ ਅੰਦਰ ਗਏ। ਬਾਹਰਲੇ ਪਾਸੇ ਕਿਸਾਨ ਟਿਕਟੀ ਲਾ ਕੇ ਬੈਠੇ ਆ, ਕਈਆਂ ਨੇ ਝੋਲੇ 'ਚ ਸਮਾਨ ਪਾਉਣਾ ਵੀ ਸ਼ੁਰੂ ਕਰਤਾ ਹੋਣਾ ਕਿ ਸ਼ਾਇਦ ਮੰਗਾਂ ਪ੍ਰਵਾਨ ਹੋ ਜਾਣ। ਫਿਰ ਘਰੋਂ ਘਰੀ ਚੱਲੀਏ, ਜਾ ਕੇ ਜਵਾਕ ਜੱਲਾ ਦੇਖੀਏ, ਪਸ਼ੂ ਪਾ ਦੇਖਣਾ ਹੈ, ਜਾ ਕੇ ਫਸਲਬਾੜੀ ਦਾ ਕੰਮ ਕਰ ਦੇਖੀਏ, ਕਿਉਂਕਿ ਉਹੀ ਲੋਕ ਨੇ ਜਿਨ੍ਹਾਂ ਦੇ ਘਰ ਦੇ ਵਿੱਚੋਂ ਇੱਕ ਅੱਧਾ ਜੀ ਦਿੱਲੀ ਵੀ ਗਿਆ, ਜਿਹੜੇ ਹੁਣੇ ਮੁਜ਼ੱਫਰਨਗਰ ਤੋਂ ਵੀ ਆਏ ਸੀ, ਜਿਨ੍ਹਾਂ ਨੇ ਆਪਦੇ ਘਰ ਕੰਮ ਕਰ ਜਿਹੜੇ ਬਹੁਤ ਸਾਰੇ ਸਮੇਟਣੇ ਸੀ। ਪਰ ਕਈ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਫਿਰ ਕਦੇ ਅਫਵਾਹ ਫੈਲਣੀ ਬਾਹਰ, ਉਹ ਜੀ ਫਲਾਨੀ ਗੱਲ ਨੂੰ ਮੰਨ ਗਏ ਆ, ਉਸ ਗੱਲ ਦੇ ਉੱਤੇ ਅਜੇ ਰੇੜਕਾ ਹੈ। ਪਰ 4 ਦਿਨ ਮੁਕੰਮਲ ਹੋਣ ਤੋਂ ਬਾਅਦ ਵੀ ਅਜੇ ਤੱਕ ਪ੍ਰਸ਼ਾਸਨ ਆਪਣੀ ਗੱਲ ਤੇ ਅੜਿਆ। ਕਿਸਾਨ ਧਰਨਾ ਲਾ ਕੇ ਬੈਠੇ ਆ, ਅਜੇ ਤੱਕ ਗੱਲ ਕਿਸੇ ਤਣ ਪਤਨ ਲੱਗੀ ਨਹੀਂ। ਅਫਵਾਹ ਵਾਲੀ ਗੱਲ ਤੇ ਜ਼ਰੂਰ ਹੋਈ ਸੀ, ਕਿਉਂਕਿ ਮੀਟਿੰਗ ਅਪਰੋਕਸੀਮੇਟਲੀ 4 ਘੰਟੇ ਚੱਲੀ। ਹੁਣ 4 ਘੰਟੇ ਜਦੋਂ ਬੰਦੇ ਅੰਦਰ ਬੈਠੇ ਹੋਣ ਤੇ ਫਿਰ 1 ਘੰਟਾ 2 ਘੰਟੇ 2.5 ਘੰਟੇ ਬਾਅਦ ਤੇ ਬੰਦਾ ਧੌਣ ਜੀ ਚੁੱਕ ਕੇ ਵੇਂਦਾ, ਕੋਈ ਲੱਗਾ ਪਤਾ ਜਵਾਨੋ। ਤੇ ਇੱਕ ਅੱਧਾ ਕੋਈ ਬੰਦਾ ਉੱਥੋਂ ਹੀ ਸ਼ੁਰਲੀ ਛੱਡ ਦਿੰਦਾ। ਇੱਕ ਨਾ ਤਾਂ ਰੌਲਾ ਜਿਹਾ ਪੈ ਗਿਆ, ਕਹਿੰਦੇ ਵੀ 25 ਲੱਖ ਮੰਨ ਗਿਆ, ਨਾਲੇ ਨੌਕਰੀ ਨੂੰ ਮੰਨ ਗਿਆ, ਨਾਲੇ ਕਹਿੰਦੇ ਪਰਚੇ ਰੱਦ ਕਰ ਦਿੰਦੇ ਆ, ਤੇ ਆਖਰੀ ਗੇਟ ਦੀ ਗੱਲਬਾਤ ਚੱਲਦੀ ਪਈ, ਉਹ ਕੋਈ ਜਿਹੜਾ SDM ਉਹਦਾ ਕੀ ਕਰਨਾ। ਉਦੋਂ ਬਾਅਦ 4 ਘੰਟੇ ਬਾਅਦ ਆਣ ਕੇ ਕਲੀਅਰ ਹੋ ਗਈ ਗੱਲ ਵੀ ਨਹੀਂ ਵੀ ਗੱਲਬਾਤ ਕਿਸੇ ਤਣ ਪਤਨ ਲੱਗੀ ਨਹੀਂ, ਕੰਮ ਬੇਸਿੱਟਾ ਰਿਹਾ। ਹਾਂ ਇੰਨਾ ਜ਼ਰੂਰ ਹੈ ਕਿ ਵੀ ਅਗਲੇ ਦਿਨ ਦੀ ਮੀਟਿੰਗ, ਯਾਨੀ ਕਿ ਹੁਣ ਜੇ ਆਪਾਂ ਅੱਜ ਦੀ ਗੱਲ ਕਰੀਏ ਤੇ ਅੱਜ ਹੁਣ ਜਿਹੜਾ ਨਵਾਂ ਦਿਨ ਚੜਿਆ ਉੱਥੇ ਭਾਰਤ ਦੇ ਵਿੱਚ, ਅੱਜ 10 ਵਜੇ ਦਾ ਦਿਨ ਕਹਿੰਦੇ ਤੈਅ ਕਰ ਲਿਆ। ਟਾਈਮ ਉਹਨਾਂ ਨੇ ਵੀ ਦੁਬਾਰਾ ਇੱਕ ਵਾਰ ਬਹਿਣਾ, ਮੀਟਿੰਗ ਕਰਨੀ ਹੈ, ਗੱਲਾਂ ਬਾਤਾਂ ਆਪਾਂ ਫੇਰ ਕਰਨੀਆਂ। ਤੇ ਦੂਜੀ ਚੀਜ਼ ਇਹ ਕਿ ਵੀ ਅੱਜ ਦੇ ਦਿਨ ਦੇ ਵਿੱਚ ਹੀ ਉੱਥੇ ਇੱਕ ਮਹਾ ਪੰਚਾਇਤ ਦੀ ਗੱਲ ਵੀ ਚੱਲੀ ਹੈ ਕਿ ਵੀ ਆਪਾਂ ਇੱਕ ਮਹਾ ਪੰਚਾਇਤ ਜਿਹੜੀ ਹੈ ਜੀ ਉਹ ਕਰਨੀ ਹੈ ਉੱਥੇ। ਹੁਣ 10 ਵਜੇ ਵਾਲੀ ਮੀਟਿੰਗ ਹੁੰਦੀ ਹੈ, ਜੇ ਤਾਂ ਮੀਟਿੰਗ ਲੰਮੀ ਚੱਲਦੀ ਹੋ ਸਕਦਾ ਮਹਾ ਪੰਚਾਇਤ ਲੇਟ ਹੋ ਜੇ। ਜੇ ਮਹਾ ਪੰਚਾਇਤ ਐਜ਼ ਇਟ ਇਜ਼ ਰਹਿੰਦੀ ਆ ਤੇ ਜਿਹੜੀ 10 ਵਜੇ ਵਾਲੀ ਮੀਟਿੰਗ ਉੱਤੇ ਪ੍ਰੈਸ਼ਰ ਵੀ ਰਹੂਗਾ। ਪਰ ਜੇ ਅੱਜ ਵਾਲੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਰਾਤੀ ਰਾਤ ਕੋਈ ਨਾ ਕੋਈ ਕਿਸੇ ਪਾਸੇ ਕੋਈ ਗੱਲ ਹੁੰਦੀ ਆ, ਸਵੇਰ ਵਾਲੀ 10 ਵਜੇ ਵਾਲੀ ਜਿਹੜੀ ਮੀਟਿੰਗ ਅੱਜ ਹੋਣੀ ਆ ਉਹਦੇ ਵਿੱਚ ਕੋਈ ਨਾ ਕੋਈ ਸਿੱਟਾ ਨਿਕਲ ਆਉਂਦਾ, ਕਿਸੇ ਨਾ ਕਿਸੇ ਪਾਸੇ ਗੱਲ ਤੈਅ ਬਹਿ ਜਾਂਦੀ ਹੈ, ਤੇ ਹੋ ਸਕਦਾ ਮਹਾ ਪੰਚਾਇਤ ਜਿਹੜੀ ਉਹ ਨਾ ਹੋਵੇ। ਹਾਂ ਬਿਲਕੁਲ ਸੰਧਾਲੀਆ ਸਾਹਿਬ, ਜੇ ਲੋਕ ਤੁਰ ਪਏ ਹੋਏ ਤਾਂ ਧੰਨਵਾਦ ਕਰਕੇ ਮੁੜ ਜਾਣਗੇ। ਪਰ ਇੰਨੀ ਗੱਲ ਹੈਗੀ ਆ ਕਿ ਹੁਣ ਉਹ ਗੱਲ ਨਿਬੜ ਜਵੇ ਤਾਂ ਚੰਗਾ, ਨਹੀਂ ਤਾਂ ਵੱਧਦਾ ਰੇੜਕਾ ਵੱਧ ਹੀ ਜਾਂਦਾ ਹੁੰਦਾ, ਕਿਉਂਕਿ ਆਮ ਲੋਕਾਂ ਦੀ ਸਮੱਸਿਆ ਵਧਣੀ ਹੈ। ਜੇ ਸੜਕ ਰੁਕਦੀ ਹੈ, ਜਾਂ ਲੋਕਾਂ ਦਾ ਅੰਦਰ ਕੰਮਕਾਰ ਰੁਕਦਾ ਹੈ, ਜਾਂ ਕਿੰਨੇ ਦੇਖੋ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਨੇ। ਜੇ ਕਿਸਾਨਾਂ ਦੇ ਕੋਲੇ ਲੰਮੇ ਪੈਣ ਨੂੰ ਕੁਝ ਨਹੀਂ ਤਾਂ ਉਹਨਾਂ ਕੋਲ ਵੀ ਕੁਝ ਨਹੀਂ, ਉਹਨਾਂ ਨੇ ਵੀ ਘਰੇ ਜਾਣਾ ਹੋਣਾ। ਕਈਆਂ ਹੁਣ 8-8 ਘੰਟੇ ਬਾਅਦ ਡਿਊਟੀ ਬਦਲਦੀ ਹੈ। ਵੈਸੇ ਜੇ ਆਪਾਂ ਸੋਚੀਏ ਹਰਿਆਣਾ ਪੁਲਿਸ ਦੇ ਜਵਾਨ ਵੀ ਨੇ, 8-8 ਘੰਟੇ ਬਾਅਦ 3 ਸ਼ਿਫਟਾਂ ਨੇ। ਕਿਸਾਨਾਂ ਦੀ ਸ਼ਿਫਟ ਕੋਈ ਨਹੀਂ, ਉਹ ਤਾਂ ਬੈਠਿਆ ਤਾਂ 24 ਘੰਟੇ ਦੀ ਡਿਊਟੀ ਹੈ। ਉਹ ਵੀ ਕਿਹੜਾ ਘਰ ਜਾ ਪਾਉਂਦੇ ਹੋਣੇ, ਕਿਉਂਕਿ ਐਮਰਜੈਂਸੀ ਵਾਲੀ ਸਥਿਤੀ ਹੈ। ਉਹ ਵੀ ਆਪਣੇ ਘਰੇ ਜਾਣ, ਕਿਸਾਨ ਵੀ ਆਪਣੇ ਘਰੇ ਜਾਣ, ਕਿਸੇ ਕਿੱਤੇ ਲੱਗਣ ਸਾਰੇ ਬੰਦੇ। ਤਾਂ ਜੇ ਇੱਦੀ ਰੇੜਕਾ ਪਾ ਕੇ ਜਿਹੜਾ ਕੰਮ 7 ਦਿਨ ਬਾਅਦ ਹੋਣਾ, 10 ਦਿਨ ਬਾਅਦ ਹੋਣਾ, ਜੇ ਅੱਜ ਹੀ ਕਰ ਲਿਆ ਜਾਵੇ ਤਾਂ ਚੰਗਾ। ਸੋ ਅਸੀਂ ਉਮੀਦ ਕਰਦੇ ਹਾਂ
ਕਿ ਅੱਜ ਹੁਣ ਜਦੋਂ ਗੱਲਬਾਤ ਦੁਬਾਰਾ ਸ਼ੁਰੂ ਹੋਣੀ ਹੈ ਤੇ ਉਸ ਗੱਲਬਾਤ ਦੇ ਵਿੱਚ ਪਹਿਲੇ 2-3 ਘੰਟਿਆਂ 'ਚ ਗੱਲ ਨਿਬੜ ਜਾਏ, ਲੋਏ ਸਾਰੇ ਬੰਦੇ ਆਪਣੇ ਘਰ ਨੂੰ ਜਾਣ, ਕਿਸਾਨ ਮਹਾਪੰਚਾਇਤ 'ਚ ਹਿੱਸਾ ਲੈਣ ਵਾਲੇ ਬੰਦੇ ਧੰਨਵਾਦ ਕਰਨਗੇ, ਭਾਈ ਤੁਸੀਂ ਮੋਰਚਾ ਜਿੱਤ ਲਿਆ ਤੇ ਚਲੀਏ ਘਰ ਨੂੰ। ਇੱਕ ਜਿਹੜਾ ਇਹਦੇ 'ਚ ਹੁਣ ਵੱਖਰਾ ਝੋਲ ਆ ਉਹ ਇਹ ਹੈ ਕਿ ਵੀ ਗ੍ਰਹਿ ਮੰਤਰੀ ਅਨਿਲ ਵਿਜ ਸਾਹਿਬ ਉਹ ਕਾਫੀ ਸਰਗਰਮ ਹੈ, ਮੁੱਖ ਮੰਤਰੀ ਸਾਹਿਬ ਨਾਲੋਂ ਵੀ ਜ਼ਿਆਦਾ ਸਰਗਰਮ ਹੈ। ਹੁਣ ਉਹ ਸਰਗਰਮ ਆ, ਕੱਲਾ ਗਰਮ ਆ, ਜਾਂ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਫਿਊਚਰ ਵਾਲੀ ਰਣਨੀਤੀ ਚੱਲਦੀ ਵੀ ਇੱਕ ਹੁਣ ਕਰਨਾਲ 'ਚ ਮਨੋਹਰ ਲਾਲ ਖੱਟਰ ਹੋਰਾਂ ਦੀਆਂ ਇੰਨਾ ਕੁ ਖਲਾਰਾ ਪਾ ਦੀ ਵੀ ਕੱਲ ਨੂੰ ਜਦੋਂ ਚਰਚਾ ਚੱਲੇ ਵੀ ਹਾਂਜੀ ਅਗਲਾ ਮੁੱਖ ਮੰਤਰੀ ਕਿਹੜਾ, ਵੀ ਵੇਖੋ ਵੈਸੇ ਤੇ ਖੱਟਰ ਬਾਬੂ ਠੀਕ ਨੇ ਬੰਦੇ, करनाल चों पता नहीं जितन ना जितन है ना, बाकी आक्रोश बहुत है। हाँ, जैसे जब पार्टी कहेगी तो ठीक है, मतलब मैं भी संभाल लूंगा, मतलब ये मैं असी नहीं आंदे भी इदा, पर जिस हिसाब नाल हुण बंदे कई बार बखियों जो बयान कढ के देंदे इदा किदां, हुण किसानां दी कोई वखरी IPS चलदी है इत्थे भी अपने हिसाब नाल बयान देणगे, हुण इन्हां दे कहण ते फांसी दे दी असीं, हुण ਉਹ ਜਿਹੜੀਆਂ ਗੱਲਾਂ ਚੱਲਦੀਆਂ ਨੇ ਉਹ ਇੱਕ ਤੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕਰਦੇ, ਦੂਜੀ ਇੱਕ ਕਹਿ ਲਓ ਕਿ ਵੀ ਅੰਦਰੇ ਅੰਦਰ ਗੱਲ ਚੱਲਦੀ ਹੈ ਵੀ ਸ਼ਾਇਦ ਉਹ ਜਿਹੜੀ ਇੱਕ ਲੌਬੀ ਹੁੰਦੀ ਅਫਸਰਾਂ ਦੀ ਉਹਨਾਂ ਦਾ ਦਬਾਅ ਵੀ ਹੈਗਾ ਵੀ ਯਾਰ SDM ਦੇ ਖਿਲਾਫ ਤੁਸੀਂ ਹੁਣ ਕਾਰਵਾਈ ਕਰ ਦੋਗੇ, ਕਰ ਦਿਓ, ਕੱਲ ਨੂੰ ਜਦੋਂ ਤੁਸੀਂ ਕੋਈ ਹੋਰ ਆਰਡਰ ਗੁਪਤ ਦਿੱਤਾ ਵੀ ਹੁਣ ਬਾਹਰ ਕੋਈ 10 ਤੋਂ ਨਾ ਨਿਕਲੇ ਤੇ ਤੁਸੀਂ ਫਲਾਨਾ ਕੰਮ ਲਾਗੂ ਕਰਾਓ, ਅਸੀਂ ਵੀ ਨਹੀਂ ਕਰਾਉਣਾ, ਅਸੀਂ ਵੀ ਉਦੋਂ ਕਹਿਣਾ ਵੀ ਵਰਬਲੀ ਕੁਝ ਨਹੀਂ, ਮੰਤਰੀ ਸਾਹਿਬ ਪਹਿਲਾਂ ਲਿਖ ਕੇ ਦਿਓ ਤਾਂ ਜਦੋਂ ਅਸੀਂ ਲੋਕਾਂ ਨੂੰ ਕਹੀਏ ਤੇ ਅਸੀਂ ਇਹ ਵਿਖਾ ਸਕੀਏ ਵੀ ਵੀਰੇ ਮੈਂ ਨਹੀਂ ਕਹਿ ਰਿਹਾ ਉੱਪਰੋਂ ਆਰਡਰ ਆ। ਸੰਧਾਲੀਆ ਸਾਹਿਬ ਇਹ ਸਾਰੀਆਂ ਸਰਕਾਰਾਂ ਪੰਜਾਬ ਦੇ ਵਿੱਚ ਵੀ ਕਈ ਵਾਰੀ ਚਰਚਾ ਚੱਲਦੀ ਰਹੀ ਕਿ ਜੇ ਕਿਸੇ ਅਧਿਕਾਰੀ ਨੂੰ ਖੁੱਡੇ ਲਾਈਨ ਲਾਉਂਦੀ ਹੈ ਸਰਕਾਰ ਉੱਤੇ ਕਾਰਵਾਈ ਕਰਦੀ ਹੈ, ਸਖਤੀ ਕਰਦੀ ਹੈ, ਲੌਬੀ ਇਕੱਠੀ ਹੋ ਜਾਂਦੀ ਹੈ, ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਇੱਕ ਤੇ ਹੋਈ ਕੱਲ ਨੂੰ ਦੂਜੇ ਤੇ ਹੋ ਪਰਸੋਂ ਤੀਸਰੇ ਤੇ ਉਹ ਇਕੱਠੇ ਹੋ ਕੇ ਹੋ ਜਾਂਦੇ ਆ, ਕਿਉਂਕਿ ਵੈਸੇ ਵੀ ਆਪਣੇ ਉੱਪਰਲੇ ਪਾਸੇ ਲੋਕਾਂ ਦੇ ਚੁਣੇ ਨੁਮਾਇੰਦੇ ਸਿਆਣੇ ਇੰਨੇ ਕੁ ਅਫਸਰਾਂ ਤੋਂ ਬਿਨਾਂ ਸਾਰੇ ਕੰਮ ਚਲਾ ਸਕਦੇ ਹਨ, ਉਹਨਾਂ ਨੂੰ ਵੀ ਪਤਾ ਕਿ ਸਾਡੇ ਤੇ ਨਿਰਭਰ ਕਰਦੇ ਆ, ਸਾਡੇ ਤੋਂ ਬਿਨਾਂ ਤੋਂ ਡੱਖਾ ਨਹੀਂ ਟੁੱਟਣਾ। ਉੱਥੇ ਵੀ ਹੁਣ ਉਹੀ ਗੱਲ ਹੈ, ਸਰਕਾਰ ਅਫਸਰਸ਼ਾਹੀ ਨੂੰ ਵੀ ਨਾਲ ਰੱਖਣਾ ਚਾਹੁੰਦੀ ਹੈ, ਇਹ ਵੀ ਨਹੀਂ ਅਹਿਸਾਸ ਕਰਾਉਣਾ ਚਾਹੁੰਦੀ ਕਿ ਅਸੀਂ ਦਬ ਗਏ ਆ, ਤੇ ਕਿਸਾਨ ਕਹਿੰਦੇ ਕਿ ਭਾਈ ਜੇ ਅਸੀਂ ਇੱਥੋਂ ਪਰੇ ਹਟ ਗਿਆ ਤਾਂ ਅਸੀਂ ਦਿੱਲੀ ਵਾਲਾ ਮੋਰਚਾ ਤਾਂ ਫਿਰ ਕੀ ਜਿੱਤਣਾ। ਵੈਸੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਇਹ ਗੱਲ ਜ਼ਰੂਰ ਆਖ ਦਿੱਤੀ ਹੈ, ਉਹ ਕਹਿੰਦੇ ਦੇਖੋ ਸਰਕਾਰ ਧਿਆਨ ਵੰਡਣਾ ਚਾਹੁੰਦੀ ਹੈ, ਸਰਕਾਰ ਸਾਡੇ ਮੋਰਚੇ ਨੂੰ ਵੱਖ-ਵੱਖ ਥਾਵਾਂ ਤੇ ਖਿਲਾਰਨਾ ਚਾਹੁੰਦੀ ਹੈ, ਪਰ ਅਸੀਂ ਖਿਲਰਨਾ ਨਹੀਂ, ਅਸੀਂ ਇੱਥੇ ਵੀ ਬੈਠਾਂਗੇ, ਅਸੀਂ ਦਿੱਲੀ ਵੀ ਬੈਠਾਂਗੇ, ਮੇਨ ਸਾਡਾ ਮੋਰਚਾ ਜਿਹੜਾ ਉਹ ਦਿੱਲੀ ਵਾਲਾ। ਸੋ ਅੱਜ ਦੀ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਨਜ਼ਰਾਂ ਉੱਤੇ ਟਿਕਾਉਣੀਆਂ ਪੈਣੀਆਂ। ਦੂਸਰਾ ਚਲੋ ਜੇ ਹੁਣ ਰਾਜੇਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਤੇ ਰਾਜੇਵਾਲ ਸਾਹਿਬ ਜਿਹੜੀ ਪੰਜਾਬ ਵਾਲੀ ਮੀਟਿੰਗ ਸੀ ਚੰਡੀਗੜ੍ਹ ਵਾਲੀ ਉਹਦੇ ਤੋਂ ਬਾਅਦ ਵੀ ਪੱਤਰਕਾਰਾਂ ਦੇ ਸਾਹਮਣੇ ਆ ਗਏ, ਕਿਉਂਕਿ ਉਹਦੇ ਤੇ ਵਾਵਾ ਟੇਕ ਲੱਗੀ ਸੀ ਨਾ ਵੀ ਹਾਂ ਭਾਈ ਸਾਹਿਬ ਹੋਇਆ ਕੀ ਅੰਦਰ, ਫਿਰ ਕਿੱਦਾਂ, ਫਿਰ ਹੁਣ ਫਿਰ ਕੀ ਨਿਬੜੂ, ਫਿਰ ਹੈ ਨਾ ਹੁਣ ਕੀ ਨਿਬੜੂ ਕਿੱਦਾਂ, ਫਿਰ ਉਹਦੇ ਵਿੱਚੋਂ ਮੇਰੇ ਖਿਆਲ ਨਾਲ ਜਿਹੜੀਆਂ ਗੱਲਾਂ ਉਹਨਾਂ ਨੇ ਬਾਹਰ ਆ ਕੇ ਕਹੀਆਂ ਉਹਦੇ ਵਿੱਚੋਂ ਤੇ 2-3 ਚੀਜ਼ਾਂ ਹੀ ਉਹਨਾਂ ਨੇ ਮੁੱਖ ਕਹੀਆਂ ਕਿ ਵੀ ਦੇਖੋ ਗੱਲ ਇਹ ਆ ਵੀ ਅਸੀਂ ਉਹਨਾਂ ਨੂੰ ਬੜਾ ਕਲੀਅਰ ਕੱਟ ਸਮਝਾਇਆ ਵੀ ਵੀਰ ਮੇਰੇ ਉਹ ਅੱਗੇ ਵੀ ਇਲੈਕਸ਼ਨ ਹੁੰਦੀ ਆ, ਜਦੋਂ ਇਲੈਕਸ਼ਨ ਦੀ ਅਨਾਉਂਸਮੈਂਟ ਹੁੰਦੀ ਉਦੋਂ ਤੁਸੀਂ ਤੱਤੇ ਹੋ ਕੇ ਜਿੱਧਰ ਮਰਜ਼ੀ ਰੈਲੀਆਂ ਕਰਦੇ ਫਿਰੋ, ਇਹ ਕਿਹੜਾ ਕੰਮ ਹੋਇਆ ਵੀ ਇੱਧਰ ਕਿਸਾਨ ਅੰਦੋਲਨ ਚੱਲਦਾ ਪਿਆ ਤੇ ਉਧਰ ਤੁਸੀਂ ਰੋਜ਼ ਕੋਈ ਇੱਧਰ ਸਪੀਕਰ ਬੰਨ ਲੈਂਦਾ, ਕੋਈ ਉਧਰ ਬੱਸਾਂ ਨੂੰ ਖਿੱਚ ਲੈਂਦਾ, ਕੋਈ ਫਲਾਣੇ ਥਾਂ ਦੀ ਕਾਲ ਦੇ ਦਿੰਦਾ। ਸੋ ਇਹ ਜਿਹੜਾ ਕੰਮ ਹੈ ਨਾ ਕਰੋ, ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਦੀ ਹੈ। ਇੱਕ ਤੇ ਗੱਲ ਇਹ ਨਿਬੜੀ, ਦੂਸਰੀ ਗੱਲ ਇਹ ਨਿਬੜੀ ਉਹ ਕਹਿੰਦੇ ਵੀ ਜਿੰਨੇ MP ਹੈ ਜਿੰਨੇ MLA ਜੇ ਇਹਨਾਂ ਨੂੰ ਬਹੁਤ ਹੀ ਹੇਜ ਆਉਂਦਾ ਵੀ ਅਸੀਂ ਕਿਸਾਨਾਂ ਦੇ ਨਾਲ ਆ ਤੇ ਐਵੇਂ ਇੱਧਰ ਉੱਧਰ ਲੋਕਾਂ 'ਚ ਨਾ ਮਤਲਬ ਬਿਆਨ ਦਿੰਦੇ ਫਿਰੋ, ਤੁਸੀਂ ਏਦਾਂ ਕਰੋ ਵੀ ਪਾਰਲੀਮੈਂਟ ਦੇ ਬਾਹਰ ਜਾ ਕੇ ਧਰਨਾ ਦਿਓ, ਪਤਾ ਲੱਗੇ ਉੱਥੇ ਵੀ ਹਾਂ ਵੀ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹ ਬੈਠੇ ਨੇ ਬਾਹਰ, ਵੀ ਸਾਨੂੰ ਤੇ ਅਗਲੇ ਜਾਣ ਨਹੀਂ ਦਿੰਦੇ, ਤੁਸੀਂ ਤੇ ਜਾਓ ਉੱਥੇ। ਤੀਜੀ ਚੀਜ਼ ਉਹ ਇਹ ਕਹਿੰਦੇ ਆ ਵੀ ਦੇਖੋ ਕਾਰਨ ਆ ਵੀ ਇਹ ਜੋ ਕੁਝ ਵੀ ਇਸ ਵਕਤ ਚੱਲ ਰਿਹਾ ਇਹ ਸਾਰੇ ਕੁਝ ਦੇ ਵਿੱਚ ਇੱਕ ਗੱਲ ਤੇ ਕਲੀਅਰ ਆ ਵੀ ਜਿਹੜੀ ਵੀ ਕੋਈ ਪਾਰਟੀ ਸਾਡੇ ਤੋਂ ਬਾਹਰ ਹੋ ਕੇ ਤੇ ਆਪਣੀ ਰਾਜਨੀਤੀ ਵਾਲੇ ਪਾਸੇ ਗੱਲ ਤੋਰਦੀ ਹੈ ਉਹਨੂੰ ਅਸੀਂ ਇਦਾਂ ਮੰਨਾਂਗੇ ਵੀ ਉਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਦੇ, ਇਨਡਾਇਰੈਕਟ ਵੇ ਨਾ ਕਹਿ ਤਾ। ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਜਿਹੜਾ ਕੱਲ ਦਾ ਦਿਨ ਬੀਤਿਆ ਨਾ, ਇੱਕ ਹੁੰਦਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਣਾ, ਦੂਜਾ ਹੁੰਦਾ ਮੜਿਆ ਜਾਣਾ, ਕਈ ਚੀਜ਼ਾਂ ਮੜਾ ਕੇ ਰੱਖੀ ਦੀਆਂ। ਮੈਨੂੰ ਨਹੀਂ ਪਤਾ, ਤੁਹਾਨੂੰ ਵੀ ਨਹੀਂ ਪਤਾ, ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਪਤਾ ਕਿ ਭਵਿੱਖ ਕੀ ਹੈ, ਪਰ ਇੱਕ ਗੱਲ ਤਾਂ ਬੰਦਿਆਂ ਨੂੰ ਪਤਾ, ਹਾਂ ਉਹਨਾਂ ਦੀ ਆਪਾਂ ਐਡ ਨਹੀਂ ਚਲਾਉਂਦੇ ਪਰ ਉਹ ਹੱਥ ਵੇਖ ਕੇ ਦੱਸ ਦਿੰਦੇ ਨਹੀਂ ਗੱਲ ਤੁਹਾਡੀ ਠੀਕ ਹੈ, ਉਹਨਾਂ ਨੂੰ ਆਪਾਂ ਹੁਣ ਕਾਹਨੂੰ ਜਾਣਾ ਹੈ ਜੇ ਆਪਾਂ ਉਹਨਾਂ ਦੀ ਐਡ ਨਹੀਂ ਚਲਾਉਂਦੇ ਜਾਂ ਕੁਝ ਨਹੀਂ ਕਰਦੇ। ਰੌਲਾ ਕੀ ਪਿਆ ਕਿ ਅੱਜ ਤੱਕ ਕਦੇ ਇਦਾਂ ਨਹੀਂ ਸੀ ਹੋਇਆ, ਚੰਡੀਗੜ੍ਹ ਦਾ ਇੱਕ ਥਾਂ ਕਿਸਾਨਾਂ ਨੇ ਦੇ ਦਿੱਤਾ ਕਿ ਅਸੀਂ ਇੱਥੇ ਬੈਠਾਂਗੇ ਤੇ ਅਕਾਲੀ ਦਲ ਨੇ ਇੰਨੇ ਵਜੇ, ਕਾਂਗਰਸ ਨੇ ਇੰਨੇ ਵਜੇ, ਅਕਾਲੀ ਦਲ ਸੰਯੁਕਤ ਨੇ ਇੰਨੇ ਵਜੇ, ਆਮ ਆਦਮੀ ਪਾਰਟੀ ਨੇ ਇੰਨੇ ਵਜੇ, ਲੋਕ ਇਨਸਾਫ ਪਾਰਟੀ ਨੇ ਇੰਨੇ ਵਜੇ ਉਸ ਥਾਂ ਦੇ ਉੱਤੇ ਅੱਪੜਨਾ। 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਆ ਤੇ 4 ਕੁਰਸੀਆਂ ਵਿਚਾਲੇ ਖਾਲੀ ਰੱਖੀਆਂ, ਗੋਲ ਰਾਉਂਡ ਟੇਬਲ ਕਾਨਫਰੰਸ ਹੁੰਦੀ ਨਾ ਉਹਦੇ ਵਿੱਚ 4 ਕੁਰਸੀਆਂ, ਤੇ ਉਹਨਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਇੱਥੇ ਆ ਕੇ ਖੇਤੀਬਾੜੀ ਦੇ ਮੁੱਦੇ ਤੇ ਸਾਡੀ ਗੱਲ ਸੁਣੋ ਤੇ ਆਪਣਾ ਪੱਖ ਦੱਸੋ। ਅੱਜ ਤੱਕ ਕਦੇ ਕੋਈ ਪੰਜਾਬ ਦੀ ਸਿਆਸੀ ਪਾਰਟੀ ਇਦਾਂ ਲੋਕਾਂ ਦੇ ਸੱਦੇ ਤੇ ਗਈ ਨਹੀਂ। ਚਿੱਠੀ ਕੱਲੀ ਅਕਾਲੀਆਂ ਨੇ ਪਾਈ ਸੀ, ਉਹਨਾਂ ਨੇ ਸੱਦੀਆਂ ਸਾਰੀਆਂ ਪਾਰਟੀਆਂ,
ਅਸੀਂ ਤਾਂ ਕਹਿੰਦੇ ਆ ਕਿ ਉਹ ਜਿਹੜੀ ਵੀ ਪਾਰਟੀ ਦਾ ਜਿਹੜਾ ਵੀ ਨੁਮਾਇੰਦਾ ਆਇਆ ਸਾਰਿਆਂ ਦਾ ਧੰਨਵਾਦ ਕਿ ਉਹ ਆਏ ਤੇ ਸਮੇਂ ਸਿਰ ਆਏ। ਹੁਣ ਜਦੋਂ ਦਾ ਕਿਸਾਨ ਅੰਦੋਲਨ ਚੱਲਿਆ ਸਾਰਾ ਕੁਝ ਬਹੁਤ ਯੋਜਨਾਬੱਧ ਢੰਗ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਜਿਹੜੀਆਂ ਤਾਂ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਨੂੰ ਲੋਕ ਚੰਗੀਆਂ ਵੋਟਾਂ ਪਾਉਂਦੇ ਆ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਦਿੱਤੇ 30 ਮਿੰਟ, 4 ਬੰਦੇ ਮਿੰਟ 30। ਜਿਹੜੀ ਥੋੜੀ ਛੋਟੀ ਪਾਰਟੀ ਹੈ ਉਹਨੂੰ ਮਿੰਟ ਦਿੱਤੇ 20। ਦੋ ਹੀ ਚੀਜ਼ਾਂ ਸੀ, ਇੱਕ 30 ਮਿੰਟ ਤੇ ਇੱਕ 20 ਮਿੰਟ। ਹੁਣ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਕਿਹਾ ਕਿ ਤੁਸੀਂ ਦੱਸੋ, ਜਦੋਂ ਸਾਰੀਆਂ ਧਿਰਾਂ ਦੇ ਨਾਲ ਗੱਲ ਕਰ ਲਈ, ਕਿਉਂਕਿ ਕਾਂਗਰਸ ਵੱਲੋਂ ਨਵਜੋਤ ਸਿੱਧੂ ਆਏ, ਪ੍ਰਗਟ ਸਿੰਘ ਆਏ, ਕੁਲਜੀਤ ਨਾਗਰਾ ਆਏ, ਅਕਾਲੀ ਦਲ ਵੱਲੋਂ ਚੰਦੂ ਮਾਜਰਾ ਸਾਹਿਬ ਆਏ, ਇਹਦੇ ਨਾਲ ਭੂੰਦੜ ਸਾਹਿਬ ਆਏ, ਡਾਕਟਰ ਦਲਜੀਤ ਸਿੰਘ ਚੀਮਾ ਆਏ, ਉਧਰਲੇ ਪਾਸੇ ਅਕਾਲੀ ਦਲ ਸੰਯੁਕਤ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਆਏ, ਸੁਖਦੇਵ ਸਿੰਘ ਢੀਂਡਸਾ ਆਏ, ਤਾਂ ਬ੍ਰਹਮਪੁਰਾ ਸਾਹਿਬ ਆਏ। ਉਧਰ ਆਮ ਆਦਮੀ ਪਾਰਟੀ ਵੱਲੋਂ ਕੁਲਤਾਰ ਸਿੰਘ ਸੰਧਵਾ ਆਏ, ਬੀਬੀ ਬਲਜਿੰਦਰ ਕੌਰ ਆਏ, ਅਮਨ ਅਰੋੜਾ ਆਏ, ਸਿਮਰਜੀਤ ਸਿੰਘ ਬੈਂਸ ਤਾਂ ਆਏ। ਹੋਰ ਵੀ ਹੋ ਸਕਦਾ ਕੋਈ ਲੀਡਰ ਉੱਥੇ ਆਇਆ ਹੋਵੇ, ਪਰ ਜਦੋਂ ਸਾਰੀਆਂ ਧਿਰਾਂ ਨੂੰ ਆਪਣੀ ਗੱਲ ਕਹਿਤੀ, ਉਹਦੇ ਵਿੱਚੋਂ ਫਿਰ ਜਦੋਂ ਬਾਹਰ ਆ ਕੇ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦੇ ਜੀ ਬਾਕੀ ਸਾਰੀਆਂ ਪਾਰਟੀਆਂ ਨੇ ਸਾਡੀਆਂ ਗੱਲਾਂ ਮੰਨ ਲਈਆਂ, 2 ਪਾਰਟੀਆਂ ਕਹਿੰਦੀਆਂ ਕਿ ਅਸੀਂ ਜਾ ਕੇ ਵਿਚਾਰ ਕਰਕੇ ਦੱਸਾਂਗੇ। ਉਹਦੇ ਵਿੱਚੋਂ ਇੱਕ ਹੈਗੀ ਅਕਾਲੀ ਦਲ ਬਾਦਲ, ਦੂਸਰੀ ਕਾਂਗਰਸ। ਇਹਨਾਂ ਦੋਨਾਂ ਪਾਰਟੀ ਕੋਈ ਮਾੜੀ ਗੱਲ ਨਹੀਂ, 4 ਬੰਦੇ ਆਏ ਆ, ਸਾਰੀ ਪਾਰਟੀ ਦਾ ਫੈਸਲਾ ਨਹੀਂ ਕਰ ਸਕਦੇ, ਮੀਟਿੰਗ ਕਰ ਲਓ, ਅੱਜ ਦੱਸ ਦੋ, ਭਲ ਕੇ ਦੱਸ ਦੋ ਕਿ ਭਾਈ ਤੁਸੀਂ ਸਹਿਮਤ ਹੋ ਕਿ ਨਹੀਂ। ਤੁਸੀਂ ਆ ਬੜੀ ਚੰਗੇ ਤਰੀਕੇ ਦੱਸ ਦਿੱਤਾ ਕਿ ਕਿਸਾਨਾਂ ਨੇ ਜਦੋਂ ਸਿਆਸੀ ਪਾਰਟੀਆਂ ਨੂੰ ਸੱਦਿਆ ਉਹ ਆਏ ਤੇ ਉਹਦੇ ਤੋਂ ਬਾਅਦ ਉਹਨਾਂ ਨੇ ਆਹ ਫੈਸਲੇ ਕਰਤੇ। ਸੰਧਾਲੀਆ ਸਾਹਿਬ ਜੇ ਸੀਕੁਐਂਸ ਦੇ ਵਿੱਚ ਰੱਖ ਕੇ ਦੇਖੀਏ, ਸਿਆਸੀ ਲੀਡਰ ਕਹਿੰਦੇ ਕੀ ਸੀ ਕਿ ਅਸੀਂ ਕਿਸੇ ਦੇ ਵਿਆਹ 'ਚ ਵੀ ਨਾ ਜਾਈਏ, ਅਸੀਂ ਕਿਸੇ ਦੇ ਭੋਗ ਤੇ ਵੀ ਨਾ ਜਾਈਏ, ਅਸੀਂ ਰਿਸ਼ਤੇਦਾਰੀ 'ਚ ਵੀ ਨਾ ਜਾਈਏ, ਅਸੀਂ ਕਿਸੇ ਦੇ ਅਫਸੋਸ ਤੇ ਵੀ ਨਾ ਜਾਈਏ, ਕਿਸੇ ਦੇ ਮੰਗਣੀ, ਕਿਸੇ ਦੇ ਜਨਮ ਦਿਨ ਤੇ ਵੀ ਨਾ ਜਾਈਏ, ਅਸੀਂ ਵੀ, ਸਾਡਾ ਵੀ ਹੱਕ ਹੈ। ਤਾਂ ਸੰਯੁਕਤ ਕਿਸਾਨ ਮੋਰਚੇ ਨੇ ਪਹਿਲੀ ਢਿੱਲ ਤਾਂ ਇਹ ਦਿੱਤੀ, ਉਹ ਕਹਿੰਦੇ ਕਿ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਸਿਆਸੀ ਲੀਡਰ ਕਿਸੇ ਦੇ ਸਮਾਜਿਕ ਸਮਾਗਮ ਦੇ ਵਿੱਚ ਜਾਂਦਾ ਤੇ ਵਿਰੋਧ ਨਾ ਕਰੋ, ਉੱਥੇ ਇਹਨਾਂ ਨੂੰ ਜਾਣ ਦਿਓ, ਵਿਘਨ ਨਾ ਪਾਓ। ਬਿਲਕੁਲ ਠੀਕ ਹੈ, ਪਰ ਸਿਆਸੀ ਲੀਡਰ ਇਸ ਗੱਲ ਦਾ ਖਿਆਲ ਰੱਖਣ ਕਿ ਕਿਤੇ ਵਿਆਹ ਤੇ ਜਾਣਾ ਆਪ ਚਲ ਜਾਓ, 2 ਬੰਦੇ ਨਾਲ ਲੈ ਜਾਓ। ਜੇ ਤੁਸੀਂ 40 ਬੰਦੇ ਜਾਓਗੇ ਤਾਂ ਇਤਰਾਜ਼ ਕਿਸੇ ਨੂੰ ਹੋ ਜੂ। ਜਾਨੀ ਜੇ ਆਪਾਂ ਚਾਹੁੰਦੇ ਆ, ਜੇ ਕਿਸਾਨਾਂ ਦੇ ਹੱਕ 'ਚ ਹੀ ਆ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਭਾਈ ਸਿੱਧੀ ਗੱਲ ਹੈ, ਜਦੋਂ ਤੱਕ ਚੋਣ ਕਮਿਸ਼ਨਰ ਐਲਾਨ ਨਹੀਂ ਕਰਦਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਇਦਣ ਕਾਗਜ਼ ਦਾਖਲ ਕਰਨੇ ਆ, ਇਦਣ ਅਸੀਂ ਉਹਦੀ ਪੜਤਾਲ ਕਰਨੀ ਆ, ਇਦਣ ਤੁਸੀਂ ਵਾਪਸ ਲੈਣੇ ਆ, ਇੰਨੀ ਤਰੀਕ ਨੂੰ ਪ੍ਰਚਾਰ ਮੁੱਕਣਾ, ਇੰਨੀ ਨੂੰ ਵੋਟਾਂ ਪੈਣੀਆਂ ਤੇ ਇੰਨੀ ਤਰੀਕ ਨੂੰ ਨਤੀਜੇ ਆਉਣੇ ਆ, ਜਦੋਂ ਤੱਕ ਬਕਾਇਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਕਿਰਪਾ ਕਰਕੇ ਪੰਜਾਬ ਦੇ ਵਿੱਚ ਇਕੱਠ ਨਾ ਕਰੋ, ਰੈਲੀਆਂ ਨਾ ਕਰੋ, ਕਿਉਂਕਿ ਤੁਹਾਡੇ ਕੀਤੇ ਇਕੱਠਾਂ ਨਾਲ ਪੰਜਾਬ ਦੇ ਪਿੰਡਾਂ 'ਚ ਵੰਡੀਆਂ ਪੈਂਦੀਆਂ ਤੇ ਕਿਸਾਨ ਅੰਦੋਲਨ ਕਮਜ਼ੋਰ ਹੁੰਦਾ। ਤੀਸਰੀ ਗੱਲ ਉਹ ਕਹਿੰਦੇ ਜੀ ਜੇ ਸਾਡੀ ਅਪੀਲ ਦੇ ਬਾਵਜੂਦ, ਬੇਨਤੀ ਦੇ ਬਾਵਜੂਦ ਜੇ ਕੋਈ ਸਿਆਸੀ ਪਾਰਟੀ ਪੰਜਾਬ 'ਚ ਇਕੱਠ ਕਰਦੀ ਹੈ, ਗੱਲ ਨਹੀਂ ਮੰਨਦੀ, ਤਾਂ ਅਸੀਂ ਬਿਲਕੁਲ 100% ਮੰਨ ਕੇ ਚੱਲਾਂਗੇ ਕਿ ਉਹ ਅੰਦੋਲਨ ਦੇ ਨਾਲ ਨਹੀਂ, ਉਹ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ, ਤਾਂ ਫਿਰ ਬਾਕੀ ਬਾਅਦ 'ਚ ਦੇਖਾਂਗੇ। ਇੱਥੇ ਤੱਕ ਸਾਰੇ ਲੋਕਾਂ ਨੂੰ ਉਮੀਦ ਸੀ, ਇੱਥੇ ਤੱਕ। ਅਗਲੀਆਂ 2 ਚੀਜ਼ਾਂ ਦੀ ਉਮੀਦ ਨਹੀਂ ਸੀ। ਸਿਆਸੀ ਪਾਰਟੀਆਂ ਤਾਂ ਪਿੰਡਾਂ 'ਚ ਜਾਂਦੀਆਂ ਸੀ, ਜਾਨੀ ਆਮ ਲੋਕਾਂ ਨੂੰ ਵੀ ਕਿਸੇ ਨੂੰ ਆਸ ਨਹੀਂ ਸੀ ਕਿ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਇਸ ਲੈਵਲ ਤੱਕ ਗੱਲ ਨੂੰ ਲੈ ਕੇ ਜਾਣਗੇ। ਲੀਡਰਸ਼ਿਪ ਤਾਂ ਇਸ ਕਰਕੇ ਆਈ ਸੀ ਨਾ ਕਿ ਜੇ ਅਸੀਂ ਕਹਾਂਗੇ ਸਾਡਾ ਲੋਕਤੰਤਰੀ ਹੱਕ ਹੈ, ਤੇ ਹੈਗਾ ਵੀ ਹੈ ਕਿ ਅਸੀਂ ਪਿੰਡਾਂ ਜਾਣਾ, ਜੀ ਇਦਾਂ ਥੋੜੀ ਹੈ, ਗੱਲ ਕਿੱਦਾਂ ਬਣੂਗੀ ਅਸੀਂ ਫਿਰ ਇਲੈਕਸ਼ਨ 'ਚ। ਕਿਸਾਨ ਜਥੇਬੰਦੀਆਂ ਨੇ ਜਿਹੜਾ ਮੂਹਰਲੇ ਪਾਸਿਓਂ ਬਲੇਮਾ ਪਾਇਆ, ਉਹ ਕਹਿੰਦੇ ਤੁਸੀਂ ਨਾਲ ਆ, ਹਾਂਜੀ ਨਾਲ ਆ, ਤੁਸੀਂ ਸ਼ੁਰੂ ਤੋਂ ਨਾਲ ਹੋ, ਹਾਂਜੀ ਨਾਲ ਆ ਜੀ, ਅੱਛਾ ਤੁਸੀਂ ਫਿਰ ਕਿਸਾਨਾਂ ਦੇ ਨਾਲ ਹੋ, ਹਾਂਜੀ ਨਾਲ ਆ, ਚਲੋ ਠੀਕ ਹੈ ਜੇ ਨਾਲ ਹੋ। ਜਿਹੜੇ ਵੀ ਐਮਐਲਏ ਨੇ, ਜਿਹੜੇ ਵੀ ਐਮਪੀ ਨੇ, ਜੇ ਤੁਸੀਂ ਕਿਸਾਨਾਂ ਦੇ ਨਾਲ ਆ ਤਾਂ ਪੰਜਾਬ ਦੇ ਪਿੰਡਾਂ 'ਚ ਨਾ ਜਾਓ, ਪਾਰਲੀਮੈਂਟ ਦੇ ਮੂਹਰੇ ਜਾ ਕੇ ਧਰਨਾ ਦਿਓ। ਜੇ ਹੁਣ ਜਿਹੜੀਆਂ ਸਿਆਸੀ ਪਾਰਟੀਆਂ ਕਹਿੰਦੀਆਂ ਕਿ ਅਸੀਂ ਤਾਂ ਕਿਸਾਨ ਮੋਰਚੇ ਦੇ ਨਾਲ ਆ, ਕਿਸਾਨੀ ਰੀੜ੍ਹ ਦੀ ਹੱਡੀ ਹੈ, ਇਹਦੇ ਤੋਂ ਬਿਨਾਂ ਤਾਂ ਇਕਨੋਮੀ ਥੱਕ ਜੂਗੀ, ਖੜ ਜੂਗੀ, ਰੁਕ ਜੂਗੀ, ਧੜਕਣੋਂ ਹਟ ਜੂਗੀ। ਹੁਣ ਕਿਸਾਨਾਂ ਨੇ ਥੋੜ੍ਹਾ ਕਹਿਣਾ ਕਿ ਤੁਸੀਂ 14 ਤਰੀਕ ਨੂੰ 9 ਵਜੇ ਜਾ ਕੇ ਉੱਥੇ ਬੈਠੋ। ਜੇ 100 ਦਿਨਾਂ ਦੇ ਪ੍ਰੋਗਰਾਮ ਬਣ ਸਕਦੇ ਆ, ਜੇ 15 ਦਿਨਾਂ ਦੇ ਪ੍ਰੋਗਰਾਮ ਬਣ ਸਕਦੇ ਆ। ਮੱਝ 'ਚ ਕਾਂਗਰਸੀਆਂ ਦਾ ਇਕੱਠ ਹੋਇਆ, ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਸਰਗਰਮੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਅਕਾਲੀ ਸ਼ੁਰੂ ਕਰ ਚੁੱਕੇ ਆ। ਜੇ ਉਹ ਸਾਰੀ ਪਲੈਨਿੰਗ ਬਣ ਸਕਦੀ ਹੈ, ਸੰਧਾਲੀਆ ਸਾਹਿਬ, ਤਾਂ ਫਿਰ ਪਾਰਲੀਮੈਂਟ ਦੇ ਮੂਹਰੇ ਜਾ ਕੇ ਧਰਨੇ ਦੀ ਪਲੈਨਿੰਗ ਕਿਉਂ ਨਹੀਂ ਬਣ ਸਕਦੀ? ਜੇ ਅਸੀਂ ਲਗਾਤਾਰ 50 ਦਿਨ 100 ਦਿਨ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ, ਇਲੈਕਸ਼ਨ ਤੱਕ ਅਸੀਂ ਘਰੇ ਪੈਰ ਨਹੀਂ ਪਾਉਣਾ, ਅਸੀਂ ਬਿਸਤਰੇ ਆਪਣੀਆਂ ਗੱਡੀਆਂ 'ਚ ਦਫ਼ਤਰਾਂ ਦੇ ਵਿੱਚ ਰੱਖ ਲੈ, ਤਾਂ
ਪਾਰਲੀਮੈਂਟ ਦੇ ਮੂਹਰੇ ਜਾ ਕੇ ਵੀ ਤਾਂ ਬਿਸਤਰਾ ਵੇਚ ਹੀ ਸਕਦਾ। ਇਹ ਹੁਣ ਲੋਕ ਉਡੀਕ ਕਰਨਗੇ। ਉਹ ਤਾਂ ਕਹਿੰਦੇ ਸੀ ਕਿ ਅਸੀਂ ਪਿੰਡਾਂ ਨੂੰ ਜਾਣਾ, ਸਾਨੂੰ ਆਗਿਆ ਦਿਓ, ਸਾਨੂੰ ਰੋਕੋ ਨਾ। ਇਹ ਕਹਿੰਦੇ ਤੁਸੀਂ ਪਾਰਲੀਮੈਂਟ ਵਾਲੇ ਪਾਸੇ ਚੱਲੋ। ਪਰ ਜਿਹੜੀ ਜੀ ਪਲੀਜ਼ ਨਹੀਂ ਇਹ ਬਿਲਕੁਲ ਗੱਲ ਬੜੀ ਮੇਰਾ ਖਿਆਲ ਹੋ ਸਕਦਾ ਵੀ ਇਹਨੇ ਸੋਚੀ ਵੀ ਨਾ ਹੋਵੇ ਵੀ ਯਾਰ ਇਹ ਸਾਡੇ ਗੱਲ 'ਚ ਆਹ ਪੰਗਾ ਨਵਾਂ ਪਾ ਦੇਣਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਦੇਖੋ ਹੋ ਸਕਦਾ ਵੀ ਜਿੱਦਾਂ ਦੋ ਪਾਰਟੀਆਂ ਨੇ ਆਪਣੇ ਨੂੰ ਉੱਥੋਂ ਜਾਣ ਜੀ ਛੁਡਾ ਕੇ ਅਸੀਂ ਫਿਰ ਮੀਟਿੰਗ ਕਰਕੇ ਦੱਸਾਂਗੇ ਜੀ, ਹਨਾ। ਚਲੋ ਇੱਕ ਨੇ ਤਾਂ ਕਹਿਤਾ ਵੀ ਅਸੀਂ ਮੀਟਿੰਗ ਕਰਕੇ ਦੱਸਾਂਗੇ, ਜਿਹੜੇ ਦੂਜਾ ਅਕਾਲੀ ਦਲ ਨੇ ਕਿਹਾ ਵੀ ਦੇਖੋ ਜੀ ਇੱਕ ਮਸ਼ਵਰਾ ਸੀਗਾ ਜੀ, ਤੁਸੀਂ ਮੈਨੂੰ ਦੱਸੋ। ਦੇਖੋ ਗੱਲ ਇਹ ਵੀ ਇਦਾਂ ਨਾ ਕਰੋ, ਤੁਸੀਂ ਸਾਨੂੰ ਰੋਕੋ ਨਾ। ਹਾਂ ਤੁਹਾਨੂੰ ਬੰਦਿਆਂ ਦੀ ਲੋੜ ਹੈ ਤਾਂ ਅਸੀਂ ਤੁਹਾਡੇ ਨਾਲ ਵੀ ਭੇਜ ਦਿੰਦੇ ਹਾਂ। ਸਾਡੇ ਕੋਲ ਬੰਦੇ ਬਹੁਤ ਨੇ, ਸਾਡੇ ਕੋਲ ਬੰਦੇ ਬੜੇ। ਮਤਲਬ ਇਹਦੇ 'ਚ ਦੋ ਗੱਲਾਂ ਮੇਰੇ ਦਿਮਾਗ 'ਚ ਆਉਂਦੀਆਂ ਸੀ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਕਿਸਾਨ ਕਹਿੰਦੇ ਵੀ ਸਾਰੇ ਸਾਡੇ ਨਾਲ ਨੇ, ਅਕਾਲੀ ਦਲ ਨੂੰ ਅਜੇ ਵੀ ਲੱਗਦਾ ਵੀ ਯਾਰ ਜੇ ਕਿਸਾਨਾਂ ਨੂੰ ਬੰਦਿਆਂ ਦੀ ਕਮੀ ਤਾਂ ਅਸੀਂ ਬੰਦੇ ਭੇਜ ਦਿੰਦੇ ਹਾਂ। ਇਹਦਾ ਮਤਲਬ ਪੰਜਾਬ 'ਚ ਅਜੇ ਵੀ ਐਸੇ ਬੰਦੇ ਹੈਗੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਭਾਈ ਸਾਹਿਬ ਰਾਜਨੀਤੀ ਪਹਿਲਾਂ ਤੇ ਬਾਕੀ ਕੰਮ ਬਾਅਦ। ਰੋਟੀ ਮਿਲੇ ਨਾ ਮਿਲੇ ਵੱਖਰੀ ਗੱਲ ਆ, ਵੋਟਾਂ ਵਾਲੇ ਪਾਸੇ ਝੰਡੀ ਮਿਲਣੀ ਚਾਹੀਦੀ ਹੈ। ਮਤਲਬ ਇਹਦਾ ਮਤਲਬ ਅਜੇ ਵੀ ਇਦਾਂ ਦੇ ਪੁਰਾਣੀ ਐਗਜ਼ਿਸਟ ਕਰਦੇ ਨੇ ਆਪਣੇ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਨਾ ਤੇ ਆਪਣਾ, ਨਾ ਆਪਣੇ ਨਿਆਣਿਆਂ ਦਾ, ਨਾ ਆਪਣੀ ਰੋਟੀ ਪਾਣੀ ਦਾ ਫਿਕਰ ਆ। ਉਹਨਾਂ ਨੂੰ ਪਾਰਟੀ ਪਹਿਲਾਂ, ਕਿਉਂਕਿ ਜੇ ਇਹੋ ਜਿਹੇ ਬੰਦੇ ਹੈਗੇ ਤਾਂ ਹੀ ਉਹਨਾਂ ਨੇ ਉੱਥੇ ਜਾ ਕੇ ਆਫਰ ਦਿੱਤੀ ਹੈ। ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕਾਂ ਦੇ ਸੁਨੇਹੇ ਆਏ ਜੀ, ਮੀਟਿੰਗ ਲਾਈਵ ਕਿਉਂ ਨਹੀਂ ਕੀਤੀ, ਸਵਾਲ ਕਿਉਂ ਨਹੀਂ ਪੁੱਛੇ ਗਏ। 6-7 ਪਾਰਟੀਆਂ ਆਈਆਂ, ਜੇ ਅੱਧਾ ਘੰਟਾ ਵੀ ਦਿੱਤਾ 3-3.5 ਘੰਟੇ ਲੰਘ ਗਏ। ਪਾਰਟੀਆਂ ਦੇ ਬੰਦੇ ਬਾਹਰ ਜਾਂਦੇ ਆ, ਦੂਜੇ ਆਉਂਦੇ ਆ, ਬਾਅਦ ਵਿੱਚ ਆਪਸ ਵਿੱਚ ਸਲਾਹ ਕਰਨੀ ਹੈ, ਫਿਰ ਪ੍ਰੈਸ ਕਾਨਫਰੰਸ ਕਰਨੀ ਹੈ, ਦਿਹਾੜੀ ਲੰਘ ਗਈ। ਕਿਉਂਕਿ ਡਿਵੈਲਪਮੈਂਟ ਦੀ ਇੱਕ ਪ੍ਰਕਿਰਿਆ ਹੁੰਦੀ ਹੈ। ਜੇ ਸਾਨੂੰ ਵਿਗੜਦਿਆਂ ਨੂੰ ਬਹੁਤ ਸਮਾਂ ਲੱਗਾ ਤੇ ਸਾਨੂੰ ਸੁਲਝਦਿਆਂ ਨੂੰ ਵੀ ਸਮਾਂ ਲੱਗਣਾ। ਬਹੁਤ ਸਾਰੀਆਂ ਚੀਜ਼ਾਂ ਨਹੀਂ ਕੀਤੀਆਂ ਜਾ ਸਕੀਆਂ। ਲਾਈਵ ਹੋਣੀ ਚਾਹੀਦੀ ਸੀ, ਸਵਾਲ ਵੀ ਹੋਣੇ ਚਾਹੀਦੇ ਸੀ, ਪਰ ਇਹ ਪਹਿਲਾ ਸਟੈਪ ਸੀ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਹੁੰਦੇ ਝਗੜੇ ਮੁਕਾਈਏ। ਇਹੀ ਗੱਲ ਸੀ ਨਾ ਕਿ ਸੰਯੁਕਤ ਕਿਸਾਨ ਮੋਰਚਾ ਜੀ ਕਲੀਅਰ ਕਰੇ ਫਿਰ ਸਿਆਸੀ ਲੀਡਰਾਂ ਦੇ ਨਾਲ ਵਰਤਾਓ ਕਿੱਦਾਂ ਦਾ ਕਰਨਾ ਹੈ। ਅੱਜ ਹੀ ਫਿਰ ਝਗੜੇ ਇਸੇ ਕਰਕੇ ਪੈਦਾ ਹੁੰਦੇ। ਅਗਲਿਆਂ ਨੇ ਕਲੀਅਰ ਕਰਤਾ। ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ, ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ, ਦੇਖੋ ਇੱਕ ਗੱਲ ਮੰਨਣੀ ਪਊਗੀ, ਅਕਾਲੀ ਦਲ ਨੇ ਸਭ ਤੋਂ ਪਹਿਲਾਂ ਚਿੱਠੀ ਲਿਖੀ ਕਿ ਭਾਈ ਅਸੀਂ 6 ਦਿਨ ਦੇ ਲਈ ਆਪਣੀ ਸਰਗਰਮੀ ਰੋਕਦੇ ਹਾਂ। ਅਕਾਲੀ ਦਲ ਨੇ ਚਿੱਠੀ ਲਿਖੀ ਕਿ ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ, ਸਾਡੀ ਕਮੇਟੀ ਆਇਆ। ਉਹ ਵੱਖਰੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਹਨਾਂ ਨੇ ਸਾਰੇ ਹੀ ਸੱਦ ਲਏ। ਤੇ ਜਦੋਂ ਫਿਰ ਉਹ ਮੀਟਿੰਗ ਹੋ ਗਈ, ਉਹ ਕਹਿੰਦੇ ਜੀ ਅਸੀਂ ਉੱਥੇ ਫਿਰ ਇਹ ਰੱਖਿਆ ਵੀ ਜੇ ਅਸੀਂ ਲੋਕਾਂ 'ਚ ਨਹੀਂ ਜਾਣਾ ਤਾਂ ਹੋਰ ਅਸੀਂ ਸਿਆਸੀ ਬੰਦਿਆਂ ਨੇ ਕਰਨਾ ਕੀ ਆ। ਉਹ ਇਹ ਵੀ ਕਹਿੰਦੇ ਜੀ ਐਂ ਕਰੋ, ਜਿੱਦਣ ਤੁਹਾਡਾ ਕੋਈ ਧਰਨਾ ਹੋਊਗਾ, ਜਿੱਦਣ ਤੁਸੀਂ ਬੰਦ ਦੀ ਕਾਲ ਦਓਗੇ, ਅਸੀਂ ਕੋਈ ਸਰਗਰਮੀ ਨਹੀਂ ਕਰਾਂਗੇ, ਉਹ ਸਾਨੂੰ ਕਰਨ ਦਿਓ। ਇਹ ਵੀ ਕਹਤਾ ਕਿ ਕੋਟਾ ਲਾ ਦਿਓ ਕਿ ਕਿੰਨੇ ਬੰਦੇ ਅਸੀਂ ਮਗਰ ਭੇਜੀਏ ਤੁਹਾਡੇ ਨਾਲ। ਪਰ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਹੈਗੇ ਅਸੀਂ ਤੁਹਾਡੇ ਨਾਲ ਆ, ਤੁਸੀਂ ਐ ਨਾ ਕਰੋ, ਬਾਕੀ ਅਸੀਂ ਕੋਰ ਕਮੇਟੀ ਦੀ ਬੈਠਕ 'ਚ ਫੈਸਲਾ ਕਰਾਂਗੇ। ਕੋਰ ਕਮੇਟੀ ਦੀ ਬੈਠਕ ਦੇ ਵਿੱਚੋਂ ਫੈਸਲੇ ਕੀ ਹੁੰਦੇ ਉਹ ਬਾਅਦ ਦੀ ਗੱਲ। ਦੋ ਸਿਆਸੀ ਪਾਰਟੀਆਂ ਨੇ ਹੋਰ ਨੁਕਤੇ ਚੁੱਕੇ। ਪ੍ਰਗਟ ਸਿੰਘ ਹੋਰੀ ਉਹ ਕਹਿੰਦੇ ਜੀ ਦੇਖੋ ਗੱਲ ਇਹ ਆ ਕਿ ਅਸੀਂ ਆਪਣੀ ਸਾਰੀ ਗੱਲ ਰੱਖਿਆ ਆ। ਸਿੱਧੂ ਹੋਰਾਂ ਨੇ ਵੀ ਬਾਹਰ ਆ ਕੇ ਇੱਕੋ ਹੀ ਸ਼ਬਦ ਕਿਹਾ ਕਿ ਅਸੀਂ ਜਿੱਥੇ ਕਹਿਣਗੇ ਅਸੀਂ ਉੱਥੇ ਜਾਵਾਂਗੇ, ਕੋਈ ਦਿੱਕਤ ਨਹੀਂ। ਪਰ ਕਹਿੰਦੇ ਪਾਰਟੀ ਦੇ ਨਾਲ ਗੱਲ ਕਰਨੀ ਪਊਗੀ, ਕਿਉਂਕਿ ਕੀ ਪਤਾ ਸਿੱਧੂ ਸਾਹਿਬ ਵਾਅਦਾ ਕਰਕੇ ਚੱਲਣ, ਕੈਪਟਨ ਸਾਹਿਬ ਮੰਨਣ ਨਾ ਮੰਨਣ, ਮੁੜ ਕੇ ਕਿਹੜਾ ਮੰਨਣ ਤੇ ਕਿਹੜਾ ਨਾ ਮੰਨਣਾ। ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਮੰਨਣਾ ਨਹੀਂ। ਪ੍ਰਗਟ ਸਿੰਘ ਹੋਰੀ ਕਹਿੰਦੇ ਜੀ ਦੇਖੋ ਡਿਵੈਲਪਮੈਂਟ ਦੇ ਕਈ ਕੰਮ ਹੁੰਦੇ ਆ, ਉੱਥੇ ਕਈ ਵਾਰੀ ਜਾਣਾ ਪੈਂਦਾ ਤੇ ਜਾਣਾ ਪੈਂਦਾ ਤੇ ਫਿਰ ਇਕੱਠ ਨਾ ਕੀਤੇ ਜਾਣ ਵੱਡੇ। ਕਿਸਾਨ ਆਗੂਆਂ ਨੇ ਵੀ ਪ੍ਰੈਸ ਕਾਨਫਰੰਸ ਵਿੱਚ ਕਿਹਾ, ਉਹ ਕਹਿੰਦੇ ਜੇ ਕਿਤੇ ਕੋਈ ਡਿਵੈਲਪਮੈਂਟ ਦੀ ਪ੍ਰਕਿਰਿਆ ਚੱਲਦੀ ਹੈ 2-4 ਬੰਦੇ ਜਾ ਕੇ ਦੇਖਿਓ, ਪਰ ਇੱਥੇ ਬਹੁਤ ਕਲੀਅਰ ਹੈ। BDPO ਹੈ, ਪੰਚਾਇਤ ਸੈਕਟਰੀ ਹੈ, DC ਸਾਹਿਬ ਨੇ, MLA ਸਾਹਿਬ ਨੇ, ਮੰਤਰੀ ਸਾਹਿਬ ਨੇ। ਸਿਆਸੀ ਪਾਰਟੀ ਦੇ ਬੰਦਿਆਂ ਦੇ ਕੋਲੇ ਇਸ ਨਿਯਮਾਵਲੀ ਦੇ ਵਿੱਚ ਕੋਈ ਅਧਿਕਾਰ ਨਹੀਂ ਹੈ ਕਿ ਜੇ ਸਰਕਾਰੀ ਪੈਸਾ ਕਿਤੇ ਲੱਗਦਾ ਤੇ ਉਹਦੀ ਜਾ ਕੇ ਦੇਖ ਰੇਖ ਕਰਨ। ਪੰਚਾਇਤ ਕਰਦੀ ਹੈ, ਜਾਂ ਜੇ ਕੋਈ ਸਪੋਰਟਸ ਸੁਸਾਇਟੀ ਰਜਿਸਟਰਡ ਹੈ ਜਿਹਨੂੰ ਗ੍ਰਾਂਟ ਮਿਲੀ ਹੈ ਉਹ ਕਰਦੀ ਹੈ। ਕਾਂਗਰਸੀਆਂ ਨੇ ਥੋੜੀ ਕਰਨਾ। ਜਿੱਦਾਂ ਆਪਾਂ ਇਹ ਕਹਿੰਦੇ ਆ ਕਿ ਸਮਾਜਿਕ ਸਮਾਗਮਾਂ ਤੇ ਜਾਣਾ ਹੈ ਤੇ ਭਾਈ ਥੋੜੇ ਜਾਓ, 3 ਜਣੇ ਚਲੇ ਜਾਓ, 13 ਨਾ ਜਾਓ, 113 ਨਾ ਜਾਓ, ਇਕੱਠ ਨਾ ਲੱਗੇ। ਇਦਾਂ ਹੀ ਜੇ ਸਰਕਾਰੀ ਗ੍ਰਾਂਟ ਕਿਤੇ ਦੇਣੀ ਹੈ, ਜ਼ਰੂਰੀ ਥੋੜੀ ਸਾਰਾ ਪਿੰਡ ਇਕੱਠਾ ਕਰਨਾ। ਜੇ ਸੜਕ ਬਣਾਉਣੀ ਹੈ, ਪਿੰਡ ਵਾਲਿਆਂ ਨੂੰ ਪਤਾ ਲੱਗ ਜਾਣਾ ਕਿ ਸੜਕ ਬਣੀ ਹੈ। ਜੇ ਰੀਬਨ ਕੱਟਣਾ ਹੈ, 400 ਬੰਦੇ 'ਚ ਥੋੜੀ ਕੱਟਣਾ ਹੈ। ਉਹ ਜੇ ਕੱਟਣੇ ਸੀ ਤਾਂ 4.5 ਸਾਲ ਪਹਿਲਾਂ ਕੱਟ ਲੈਂਦੇ, ਕੋਈ ਏਡੀ ਗੱਲ ਨਹੀਂ। ਯਾਨੀ ਜੇ ਸਰਕਾਰੀ ਕੰਮਕਾਰ ਚੱਲਦੇ ਵੀ, ਨਿਰੀਖਣ ਕਰਦੇ ਵੀ, ਅਸੀਂ ਤਨਖਾਹਾਂ ਦਿੰਨੇ ਆ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ। ਇਹ ਕੋਈ ਬਹੁਤ ਇੰਪੋਰਟੈਂਟ ਐਕਸਕਿਊਜ਼ ਨਹੀਂ ਹੈ ਕਿ ਭਾਈ ਇੱਦੇ ਦਾ ਕਰਕੇ ਕੰਮ ਚੱਲਦੇ ਹੁੰਦੇ, ਵਰਕਰਾਂ ਨੇ ਨਹੀਂ ਦੇਖਣੇ ਹੁੰਦੇ, ਉਹ ਦੇਖਣ ਵਾਲੇ ਬੰਦੇ ਕੋਈ ਹੋਰ ਨੇ, ਜਾਂ ਫਿਰ ਉਹ ਬੰਦੇ ਕੱਢ ਦਈਏ ਜਿਹੜੇ ਦੇਖਣ ਨੂੰ ਆਪਾਂ ਤਨਖਾਹਾਂ ਤੇ ਰੱਖਿਆ। ਇੱਕ ਗੱਲ ਕੁਲਤਾਰ ਸਿੰਘ ਸੰਧਵਾ ਨੇ ਕਹੀ ਬੜੀ ਇੰਪੋਰਟੈਂਟ, ਉਹ ਕਹਿੰਦੇ ਨਾਲ ਖੜੇ ਆ ਅਸੀਂ ਤਾਂ ਪਹਿਲੇ ਦਿਨ ਤੋਂ ਨਾਲ, ਅਸੀਂ ਕਰਨੀ ਨਹੀਂ ਕੋਈ ਸਰਗਰਮੀ ਜੇ ਸੰਯੁਕਤ ਕਿਸਾਨ ਮੋਰਚਾ ਕਹੂਗਾ। ਪਰ ਉਹ ਕਹਿੰਦੇ ਇੱਕ ਗੱਲ ਦਾ ਖਿਆਲ ਮੈਂ ਚਾਹੁੰਦਾ ਕਿ 1992 ਵਰਗੀ ਗੱਲ ਨਾ ਹੋਵੇ। ਇੰਪੋਰਟੈਂਟ ਐਸਪੈਕਟ ਹੈ 1992 ਵਰਗੀ ਗੱਲ ਕੀ ਕਿ ਇੱਕ ਪਾਰਟੀ ਕਾਂਗਰਸ ਨੇ ਇਲੈਕਸ਼ਨ ਲੜੀ, ਬਾਕੀ ਮੁੱਖ ਧਿਰਾਂ ਨੇ ਬਾਈਕਾਟ ਕਰ ਦਿੱਤਾ। ਅਗਲਿਆਂ ਨੂੰ ਭਾਵੇਂ ਬਹੁਤ ਥੋੜੀਆਂ ਵੋਟਾਂ ਪੋਲ ਹੋਈਆਂ, ਅਗਲੇ ਉਨੀਆਂ ਵੋਟਾਂ ਲੈ ਕੇ ਜਿੱਤ ਗਏ। ਕਿਉਂਕਿ ਜੇ ਇੱਥੇ 100 ਵੋਟਾਂ ਵੀ ਹੋਣ, ਜੇ 51 ਵੋਟਾਂ ਲੈਣ ਵਾਲਾ ਵੀ ਜੇਤੂ ਆ ਤੇ 1 ਵੋਟ ਲੈਣ ਵਾਲਾ ਵੀ ਜੇਤੂ ਹੈ, ਜੇ ਉਹਦੇ ਖਿਲਾਫ ਕੋਈ ਨਹੀਂ ਪੈਂਦੀ। ਕੁਲਤਾਰ ਸਿੰਘ ਸੰਧਵਾ ਦਾ ਇਸ਼ੂ ਠੀਕ ਹੈ, ਉਹ ਕਹਿੰਦੇ ਅਸੀਂ ਇੰਨੀ ਬੇਨਤੀ ਕੀਤੀ ਹੈ ਕਿ ਇਸ ਗੱਲ ਦਾ ਖਿਆਲ ਰੱਖਿਓ, ਸਾਨੂੰ ਰੋਕ ਦਿਓਗੇ ਅਸੀਂ ਤਾਂ ਰੁਕੇ ਹਾਂ,
ਹੱਥੀਂ ਬੱਧੀ ਰੁਕੇ ਹੋ। ਅੱਜ ਲੋਕ ਸਵਾਲ ਪੁੱਛਣ ਲੱਗੇ ਆ ਤਾਂ ਠੀਕ ਹੈ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਕਿਤੇ ਕੋਈ ਹੋਰ ਪਾਰਟੀ ਬੈਨੀਫਿਟ ਨਾ ਲੈ ਜਾਏ। ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਖ ਕੇ ਗਏ ਉੱਥੇ ਬੰਦੇ। ਇਹ ਚਲੋ ਵਧੀਆ, ਦੇਖੋ ਕੁੱਲ ਮਿਲਾ ਕੇ ਜੀ ਇਹ ਸਾਰੀ ਮੀਟਿੰਗ ਜਿਹੜੀ ਹੋਈ ਹੈ, ਇਸ ਮੀਟਿੰਗ ਦੇ ਵਿੱਚ ਇੱਕ ਗੱਲ ਤੇ ਕਲੀਅਰ ਹੋ ਗਈ ਵੀ ਕਿਸਾਨਾਂ ਨੇ ਆਪਣੇ ਵੱਲੋਂ ਸਾਰਾ ਕੁਝ ਕਲੀਅਰ ਕਰ ਦਿੱਤਾ ਵੀ ਭਾਈ ਸਾਹਿਬ ਆਹ ਚੀਜ਼ ਇਦਾਂ, ਆਹ ਚੀਜ਼ ਇਦਾਂ, ਆਹ ਚੀਜ਼ ਇਦਾਂ, ਇਹਦਾ ਖਿਆਲ ਰੱਖਿਓ, ਇਹਦਾ ਖਿਆਲ ਨਾ ਰੱਖਿਓ। ਹੁਣ ਇਹ ਤੇ ਜੇ WhatsApp ਇਹਦੇ ਉੱਪਰ ਪਹਿਰਾ ਦੇ ਦਿੰਦੀਆਂ ਪਾਰਟੀਆਂ ਜੀ, ਫਿਰ ਤੇ ਆਪਾਂ ਮੰਨ ਕੇ ਚੱਲੀਏ ਵੀ ਕੁਛ ਨਾ ਕੁਛ ਕਿਸੇ ਨਾ ਕਿਸੇ ਤਣ ਪੱਤਨ ਗੱਲ ਲੱਗ ਜੂਗੀ। ਤੇ ਜੇ ਨਹੀਂ ਦਿੰਦੀਆਂ ਤੇ ਫਿਰ ਕੋਈ ਨਾ ਕੋਈ ਪੇਚਾ ਪੈ ਸਕਦਾ। ਦੋ ਗੱਲਾਂ ਮੈਂ ਹੋਰ ਐਡ ਕਰਦੇ ਆ ਜਿਹੜੀਆਂ ਕਿ ਮੌਜੂਦਾ ਇਸ ਵਕਤ ਜਿਹੜਾ ਝੰਜੂ ਇੱਕ ਚੱਲਦਾ ਕਿਸਾਨਾਂ ਨਾਲ ਰਿਲੇਟਡ ਉਹਦੇ ਤੇ ਸੀਗੀਆਂ। ਇੱਕ ਤਾਂ ਇਹ ਕਿ ਵੀ ਹੁਣ ਜਦੋਂ ਤੋਂ ਕਿਸਾਨ ਮੋਰਚਾ ਲੱਗਾ, ਕਦੀ ਕਿਤੇ ਝਗੜਾ, ਕਦੀ ਕਿਤੇ ਰੌਲਾ, ਕਦੀ ਕਿਤੇ ਡਾਂਗਾ, ਉਹ ਸਾਰੇ ਕੁਝ ਕਿਤੇ 2, ਕਿਤੇ 4, ਕਿਤੇ 10, ਕਿਤੇ 20, ਕਿਤੇ 100, ਕਿਤੇ 200 ਕਰਕੇ ਇਹਦਾ ਪਰਚੇ ਦਰਜ ਹੋ। ਉਹ ਹੁਣ ਉਦੋਂ ਜੋ ਗੱਲ 'ਚ ਵੀ ਠੀਕ ਆ ਵੀ ਉਹ ਫਿਰ ਵਾਪਸ ਲੈ ਲਏ, ਵੀ ਵਾਪਸ ਲੈ ਲਓ। ਕਹਿੰਦੇ ਵਾਪਸ ਲਏ ਨਹੀਂ ਤੁਸੀਂ, ਉਹ ਜੇ ਐਗਜ਼ਿਸਟ ਕਰਦੇ ਆ ਉਹ ਤੁਸੀਂ ਕਲੀਅਰ ਕਰ ਲਓ ਵੀ ਉਹ ਜਿੰਨੇ ਵੀ ਪਰਚੇ ਤੋਂ ਪੁੱਛਿਆ ਪੱਤਰਕਾਰਾਂ ਨੇ ਵੀ ਕਿੰਨੇ ਆ, ਉਹ ਕਹਿੰਦੇ ਸਾਡੀ ਤਾਂ ਗਿਣਤੀ ਹੈ ਨਹੀਂ, ਸੈਂਕੜਿਆਂ ਜਾਂ ਪਰਚੇ ਤਾਂ ਉਹ ਕਹਿੰਦੇ ਵੀ ਸਾਨੂੰ ਉਹ ਕਲੀਅਰ ਕਰਕੇ ਵੀ ਭਾਈ ਸਾਹਿਬ ਉਹ ਅਸੀਂ ਪਰਚੀ ਵਾਪਸ ਲਵਾਂਗੇ। ਦੂਜੀ ਚੀਜ਼ ਜਿਹੜੀ ਇਸ ਵਕਤ ਮੇਰੇ ਖਿਆਲ ਨਾਲ ਪੰਜਾਬ ਦੇ ਜਿੰਨੇ ਕਿਸਾਨ ਨੇ ਹਰੇਕ ਘਰ ਘਰ ਗੱਲ ਇਹ ਆ ਵੀ ਜਿਹੜੀਆਂ ਸਰਕਾਰ ਨੇ ਜੀ ਫਰਦਾਂ ਮੰਗ ਲਈਆਂ, ਆੜ੍ਹਤੀਏ ਫੋਨ ਕਰਦੇ ਵੀ ਹਾਂ ਜੀ ਫਰਦਾਂ ਦਿਓ ਜੀ, ਇਹ ਜੀ ਰਿਕਾਰਡ ਚਾਹੀਦਾ ਜੀ, ਇਸ ਚੀਜ਼ ਦਾ ਰਿਕਾਰਡ ਚਾਹੀਦਾ ਜੀ, ਕੌਣ ਮਾਲਕ ਹੈ ਜੀ, ਕੌਣ ਵਾਹੁੰਦਾ ਜੀ, ਉਹ ਵੀ ਉਹਨਾਂ ਨੇ ਕਲੀਅਰ ਕਰਤੀ ਗੱਲ। ਉਹ ਕਹਿੰਦੇ ਵੀ ਕਿਸੇ ਨੇ ਫਰਦ ਨਹੀਂ ਦੇਣੀ ਉੱਥੇ, ਤੇ ਐਵੇਂ ਸਾਨੂੰ ਤੰਗ ਨਾ ਕਰੋ ਵੀ ਇੱਕ ਪਾਸੇ ਤੁਸੀਂ ਆਹ ਲੜਾਈ ਲੜਦੇ ਪਏ, ਦੂਜੇ ਪਾਸੇ ਤੁਸੀਂ ਕਹਿੰਦੇ ਵੀ ਸਵੇਰ ਤੋਂ ਪਟਵਾਰਖਾਨੇ ਦੇ ਅੱਗੇ ਜਾ ਕੇ ਲੈਣ ਲਾ ਕੇ ਬਹਿ ਜਾਓ ਵੀ ਹਾਂ ਵੀ ਫਲਾਨਾ ਸੋਂਦੀ ਫਰਦ ਲਿਆਓ, ਢੀਂਗਾ ਸੋਂਦੀ ਲਿਆਓ, ਕਿਉਂਕਿ ਤਕਸੀਮ ਤੇ ਹੋਈ ਨਹੀਂ। ਉਹਦੇ ਅੱਗੇ ਹੀ ਆਪਾਂ ਗੱਲ ਜਿੱਦਣ ਇੱਥੇ ਗੱਲ ਚੱਲੀ ਸੀ ਵੀ ਸਿਰਫ 8-9 ਕਰੋੜ ਕਿਸਾਨ ਹੈ ਦੇਸ਼ ਮੇਂ, ਤੇ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ 8-9 ਕਰੋੜ ਤੁਹਾਡੇ ਕਾਗਜ਼ਾਂ 'ਚ ਆ, ਅਸਲ ਤੁਸੀਂ ਜ਼ਮੀਨ ਤੇ ਜਾ ਕੇ ਵੇਖੋ ਤੇ ਜੇ ਬਾਪੂ ਦੇ ਨਾਂ ਜ਼ਮੀਨ ਬੋਲਦੀ ਹੈ ਤੇ ਬਾਪੂ ਹੁਣੀ ਗਾਂ 4 ਭਰਾ ਸੀ, 4 ਭਰਾਵਾਂ ਦੇ ਗਾਂ 4-4 ਸੀਗੇ, ਉਹ ਕਦੇ ਵੰਡੀ ਥੋੜਾ ਗਈ ਹੈ। ਉਹ ਵਾਲੀ ਜਿਹੜੀ ਹੁਣ ਤਕਸੀਮ ਅਜੇ ਹੋਈ ਨੇ ਤੇ ਤੁਸੀਂ ਫਰਦਾਂ ਭਾਲਦੇ ਹੋ, ਉਹ ਕੰਮ ਹੀ ਨਹੀਂ ਹੋਣਾ। ਸੋ ਉਹਨਾਂ ਨੇ ਕਿਹਾ ਵੀ ਇਹ ਵੀ ਕੰਮ ਨਹੀਂ ਸੀ ਦੇਣ ਨੂੰ ਤਿਆਰ ਸੀ। ਕਈ ਬੰਦਿਆਂ ਦੀਆਂ ਨਾ ਉਦੋਂ ਟਿੱਪਣੀਆਂ ਜਿੱਦਣ ਤੁਸੀਂ ਆ ਜਿਹੜਾ ਪੂਰਾ ਉਹ ਪਰਿਵਾਰ ਦਾ ਇੱਕ ਫੈਮਿਲੀ ਟਰੀ ਜਿਹਾ ਬਣਾ ਕੇ ਦੱਸਿਆ ਸੀ, ਕਈ ਬੰਦਿਆਂ ਦੇ ਮੈਸੇਜ ਆ ਇਹ ਤਾਂ ਜੀ ਫਿਰ ਉਦਾਂ ਹੀ ਵਿਰੋਧ ਆ ਵੀ ਜੇ ਕੇਂਦਰ ਵਾਲਿਆਂ ਨੇ ਕਹਿ ਤਾ ਕਿ ਫਰਦਾਂ ਦਿਓ, ਜਮਾਬੰਦੀਆਂ ਦਿਓ ਤਾਂ ਤੁਸੀਂ ਦੇਣੀਆਂ ਨਹੀਂ। ਉਹਦੇ ਪਿੱਛੇ ਕਾਰਨ ਦੱਸਿਆ ਉਹਨਾਂ ਨੇ ਕਿ ਕਈ ਪਰਿਵਾਰਾਂ ਦੇ ਵਿੱਚ ਤਕਸੀਮ ਨਹੀਂ ਹੋਈ, ਤਕਸੀਮ ਮਿੰਟਾਂ 'ਚ ਨਹੀਂ ਹੁੰਦੀ, ਉਹਨੂੰ ਟਾਈਮ ਲੱਗਦਾ। ਤੇ ਹੁਣ ਲੋਕ ਕਚਹਿਰੀਆਂ 'ਚ ਧੱਕੇ ਥੋੜੀ ਖਾਣਗੇ ਕਿ ਬੰਦੇ ਦਿੱਲੀ ਬੈਠੇ ਆ, ਬੰਦੇ ਕਰਨਾਲ ਬੈਠੇ ਆ, ਬੰਦੇ 150 ਥਾਵਾਂ ਦੇ ਧਰਨੇ ਤੇ ਬੈਠੇ ਆ, ਤੁਸੀਂ ਉਹਨਾਂ ਨੂੰ ਪਟਵਾਰੀਆਂ ਦੇ ਕੋਲ ਤੋਰ ਦਿਓ ਤੇ ਗਿਣਤੀ ਉਹਨਾਂ ਦੀ ਅੱਗੇ ਥੋੜੀ ਹੈ, ਕੰਮ ਤਾਂ ਉਹਨਾਂ ਦੇ ਕੋਲੇ ਅੱਗੇ ਬਹੁਤ ਹੈ। ਦੂਸਰਾ ਉਹ ਕਹਿੰਦੇ ਵਿਦੇਸ਼ਾਂ 'ਚ ਬਹੁਤ ਸਾਰੇ ਲੋਕ ਬੈਠੇ ਆ ਜਿਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਤੇ ਉਹ ਸਮੱਸਿਆਵਾਂ ਦੂਰ ਨਹੀਂ ਹੋ ਸਕਦੀਆਂ ਜੇ ਤੁਸੀਂ ਇੱਕਦਮ ਕਹੋ। ਚਲੋ ਉਹਨਾਂ ਨੇ ਗੱਲ ਕਹਿਤੀ, ਸੰਧਾਲੀਆ ਸਾਹਿਬ ਇਹ ਬਹੁਤ ਇੰਪੋਰਟੈਂਟ ਸੀ। ਪਰ ਇੱਕ ਹੋਰ ਗੱਲ ਜਿਹੜੀ ਕਿ ਸ਼ਾਇਦ ਇਤਿਹਾਸਕ ਸਾਬਤ ਹੋਏਗੀ, ਮੈਨੂੰ ਲੱਗਦਾ ਕਿ ਜੇ ਕੋਈ ਬੰਦਾ ਦੇਖਣਾ ਚਾਹੇ ਨਾ ਕਿ ਪ੍ਰਭਾਵ ਕੀ ਹੈ, ਮੈਂ ਫੇਰ ਕਹਿਣਾ ਕਿ ਅਸੀਂ ਸਾਰੇ ਸਿਆਸੀ ਲੀਡਰਾਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਉੱਥੇ ਆਏ, ਤੇ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਸਤਿਕਾਰ ਕਰਦੇ ਆ, ਉਹ ਪੰਜਾਬ ਦਾ ਭਲਾ ਲੋਚਦੇ ਆ। ਹੁਣ ਕਿਸਾਨ ਜਥੇਬੰਦੀਆਂ ਨੇ ਉੱਥੇ ਜਿਹੜੀ ਇੱਕ ਗੱਲ ਸਾਰੀਆਂ ਪਾਰਟੀਆਂ ਨੂੰ ਕਹੀ ਕਿ ਭਾਈ ਇਲੈਕਸ਼ਨ ਮੈਨੀਫੈਸਟੋ ਨੂੰ ਲੀਗਲ ਬਣਾਉਣਾ ਹੈ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਚੋਣ ਘੋਸ਼ਣਾ ਪੱਤਰ, ਚੋਣ ਐਲਾਨਨਾਮਾ ਜਾਰੀ ਕਰ ਦਿਓ, ਆ ਮੁਫਤ ਦੇਾਂਗੇ, ਆ ਸਸਤਾ ਦੇਾਂਗੇ, ਲੱਖ ਨੌਕਰੀ ਦੇਾਂਗੇ, ਪੈਨਸ਼ਨ ਵਧਾ ਦੇਾਂਗੇ। ਉਹ ਕਹਿੰਦੇ ਇਦਾਂ ਨਹੀਂ, ਅਸੀਂ ਇਹਨੂੰ ਲੀਗਲ ਬਣਾਉਣਾ, ਤੇ ਲੀਗਲ ਬਣਾਉਣ ਦਾ ਫਾਇਦਾ ਕੀ ਹੋਊਗਾ? ਇੱਕ ਪਾਰਟੀ, ਤੁਹਾਡੀ ਪਾਰਟੀ ਮੰਨ ਲਓ ਜਿੱਤ ਗਈ ਇਲੈਕਸ਼ਨ 'ਚ, ਆ ਵਾਅਦੇ ਕੀਤੇ ਆ, ਅਦਾਲਤ ਜਾਣਗੇ ਕਿ ਭਾਈ ਆ ਦੇਖੋ ਪੂਰੇ ਨਹੀਂ ਕੀਤੇ, ਪਾਰਟੀ ਦੀ ਰਜਿਸਟ੍ਰੇਸ਼ਨ ਕੈਂਸਲ ਕਰੋ, ਆ ਜਿਹੜੇ ਲੀਡਰ ਨੇ ਵਾਅਦਾ ਕੀਤਾ ਸੀ ਉਹਦੇ ਉੱਤੇ ਉਮਰ ਭਰ ਦੇ ਲਈ ਚੋਣ ਲੜਨ ਤੇ ਪਾਬੰਦੀ ਲਾਓ, ਤੇ ਉਹਨੂੰ ਇੰਨਾ ਜੁਰਮਾਨਾ ਕਰੋ ਕਿ ਇਹਨੇ ਲੋਕਾਂ ਨਾਲ ਝੂਠ ਬੋਲਿਆ। ਇੱਕ ਗੱਲ ਤਾਂ ਪੱਕੀ ਹੈ, ਸਿਆਸੀ ਪਾਰਟੀਆਂ ਲੋਕਾਂ ਨਾਲ ਝੂਠ ਬੋਲਦੀਆਂ ਰਹੀਆਂ, ਨਹੀਂ ਤਾਂ ਜਿੰਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਮੈਨੀਫੈਸਟੋ ਅੱਜ ਤੱਕ ਜਾਰੀ ਹੋਏ ਆ, ਜਿੰਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਆ, ਸੰਧਾਲੀਆ ਸਾਹਿਬ ਜੀ ਉਹਦੇ ਵਿੱਚੋਂ 80% ਵੀ ਪੂਰੇ ਹੁੰਦੇ ਤਾਂ ਭਾਰਤ ਸੋਨੇ ਦੀ ਚਿੜੀਆ ਹੋਣੀ ਸੀ। ਨਹੀਂ ਤਰਾਜ ਇਹ ਵੀਰ ਜੀ, ਕਿਵੇਂ ਤੁਸੀਂ 80% ਭਾਲਦੇ ਹੋ, 99% ਤਾਂ ਹੋਏ ਪਏ। ਆ 15 ਦਿਨ ਪਹਿਲਾਂ ਕੈਪਟਨ ਸਾਹਿਬ ਨੇ ਆਪ ਕਿਹਾ ਵੀ 99% ਵਾਅਦੇ ਆਪਾਂ ਪੂਰੇ ਕਰ ਦਿੱਤੇ ਨੇ, 14% ਉਦੋਂ ਵੈਟ ਵਾਲੇ ਸੀਗੇ, ਕਹਿੰਦੇ ਵੀ ਉਹਨਾਂ ਦੀ ਆਪਾਂ ਲੋੜ ਨਹੀਂ ਹੈਗੀ, ਬਾਕੀ ਦੇ ਜਿਹੜੇ 10-11% ਆ ਤੁਸੀਂ ਆ ਮਹੀਨੇ 2 ਰੁਕ ਜੋ, ਹੋ ਸਕਦਾ ਵੀ 113-14% ਹੀ ਕਰ ਦਿਓ। ਪਿਛਲੇ 95% ਕਹਿੰਦੇ ਪੂਰੇ ਕਰਤੇ, ਫਿਰ ਉਹਨਾਂ ਤੋਂ ਵੀ ਹੁਣ ਕਹਿੰਦਾ ਫਿਰ ਔਖਾ ਹੋ ਜੂ। ਨਹੀਂ ਇਹਦੇ 'ਚ ਵੀ ਇੱਕ ਹੁੰਡੀ ਜਿਹੜੀ ਇਸ ਵਾਰ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਕੀਤੀ, ਉਹ ਵਧੀਆ ਚੀਜ਼ ਹੈ। ਉਹਨਾਂ ਕਿਹਾ ਵੀ ਇੱਕ ਰੱਖਣਾ ਕੈਲੰਡਰ, ਕੈਲੰਡਰ ਇੱਕ ਤੇ ਹੁੰਦਾ ਨਾ ਵੀ ਜਦੋਂ ਆਪਾਂ ਦਾਜ ਤੇ ਵਰੀ ਦਾ ਕੱਪੜਾ ਬਣਾਉਣ ਜਾਈਏ ਤੇ ਨਾਲ ਉਹ ਗੰਢ ਦੇ ਨਾਲ 2 ਗੋਲ ਕਰਕੇ ਦੇ ਦਿੰਦੇ ਵੀ ਲਓ ਇਹ ਨਵੇਂ ਸਾਲ ਦਾ ਕੈਲੰਡਰ ਭੈਣ ਜੀ, ਉਹ ਵਾਲਾ ਕੈਲੰਡਰ ਨਹੀਂ। ਕੈਲੰਡਰ ਮਤਲਬ ਵੀ ਜਿਹੜਾ ਤੁਸੀਂ ਵਾਅਦਾ ਕੀਤਾ, ਜੋ ਤੁਸੀਂ ਚੋਣ ਮੈਨੀਫੈਸਟੋ 'ਚ ਲਿਖਿਆ, ਉਹ ਕਿਹੜੀ ਚੀਜ਼ ਹੈ, ਉਹਦੇ ਲਈ ਖਰਚਾ ਕਿੰਨਾ ਚਾਹੀਦਾ, ਰੋਡ ਮੈਪ ਕੀ ਆ, ਤੇ ਕਿੰਨੀ ਤਰੀਕ ਤੱਕ ਤੁਸੀਂ ਉਹ ਪੂਰਾ ਕਰ ਦੋਗੇ। ਮੰਨ ਲਓ ਵੀ ਆਪਾਂ ਇਹ ਮੰਨ ਕੇ ਚੱਲੀਏ ਵੀ ਫਰਵਰੀ-ਮਾਰਚ 2022 'ਚ ਇਲੈਕਸ਼ਨ ਹੋਣੀ ਹੈ, ਉਹਦੇ ਜਿਹੜੀ ਵੀ ABC ਪਾਰਟੀ ਜਿੱਤਦੀ ਹੈ ਉਹਨੇ ਕੋਈ ਇਹ ਵਾਅਦਾ ਕਰ ਲਿਆ ਵੀ ਆਪਾਂ ਪੰਜਾਬ ਦੇ ਵਿੱਚ ਘਰ-ਘਰ ਰੋਜ਼ਗਾਰ ਦੇਣਾ, ਸੇਮ ਵਾਅਦਾ ਪਲਟਾ ਲੈਂਦੇ ਆ। ਇਹ ਨਹੀਂ ਵੀ ਘਰ-ਘਰ ਰੋਜ਼ਗਾਰ ਦੇਣਾ ਤੇ ਮੁੜ ਕੇ ਅਗਲੇ 5 ਸਾਲ ਕੋਈ ਲੱਭੇ ਹੀ ਨਾ,
ਜਦੋਂ ਮਹੀਨਾ ਕਰਿਆ ਜੇ ਫਿਰ ਆ ਹਾਂ ਦੇਤੀ ਨੌਕਰੀ। ਇਦਾਂ ਨਹੀਂ ਵੀ ਤੁਸੀਂ ਕਲੀਅਰ ਕਰਨਾ ਵੀ ਭਾਈ ਸਾਹਿਬ ਜੇ ਤੁਸੀਂ ਮੰਨ ਲਓ 2 ਲੱਖ ਨੌਕਰੀਆਂ ਦੇਣੀਆਂ 3 ਦੇਣੀਆਂ ਵੀ ਇੰਨੀ ਤਰੀਕ ਤੱਕ ਇਸ ਮਹੀਨੇ ਦੀ ਅਸੀਂ 50,000 ਦੇ ਦਾਂਗੇ, ਇਸ ਮਹੀਨੇ ਦੀ ਇੰਨੀ ਤਰੀਕ ਤੱਕ ਆਪਾਂ 1 ਲੱਖ ਦੇ ਦਾਂਗੇ, ਇੰਨੀ ਤਰੀਕ ਤੱਕ ਆਹ ਕਰ ਲੈ। ਮਤਲਬ ਉਹ ਵਾਲਾ ਜਿਹੜਾ ਕੈਲੰਡਰ ਹੈ ਉਹ ਵੀ ਨਾਲ ਚਾਹੀਦਾ। ਸੰਧਾਲੀਆ ਸਾਹਿਬ ਮੈਨੂੰ ਐ ਲੱਗਦਾ ਕਿ ਜਿਹੜਾ ਕੰਮ ਸਿਆਸੀ ਪਾਰਟੀਆਂ ਨੇ ਕਰਨਾ ਸੀ ਤੇ ਜਿਹੜਾ ਉਹਨਾਂ ਨੇ ਕੀਤਾ ਨਹੀਂ, ਤੇ ਜਿਹਦੀ ਹੁਣ ਦੀ ਆਸ ਕੋਈ ਨਹੀਂ ਸੀ, ਪਿਛਲੇ 1.25 ਸਾਲ 'ਚ ਸਭ ਕੁਝ ਪਲਟ ਗਿਆ। ਜੇ ਕਿਸੇ ਬੰਦੇ ਨੇ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨਾ ਤੇ ਬੀਤੇ ਕੱਲ ਦੇ ਦਿਨ ਨੂੰ ਤੱਕੜੀ 'ਚ ਰੱਖ ਲਓ, ਬਾਕੀ ਸਾਰਾ ਕੁਝ ਹਲਕਾ ਹੋ ਜਾਊਗਾ। ਆ ਜਿਹੜਾ ਇਲੈਕਸ਼ਨ ਰਾਜ ਹੋ ਜਾਣਾ, ਇਹ ਤੱਕੜੀ ਦਾ ਨਾਂ ਲਿਆ ਤੁਸੀਂ। ਨਹੀਂ ਉਹ ਤਾਂ ਕੋਈ ਨਹੀਂ, ਸੁਣਨ ਵਾਲਿਆਂ ਨੂੰ ਸਮਝਣ ਵਾਲਿਆਂ ਨੂੰ ਸਾਰਾ ਕੁਝ ਪਤਾ ਹੈ। ਹੁਣ ਸੰਧਾਲੀਆ ਸਾਹਿਬ ਹੋਣਾ ਕੀ ਹੈ, ਉਹ ਕਹਿੰਦੇ ਕਿ ਇਲੈਕਸ਼ਨ, ਮੈਨੂੰ ਨਿੱਜੀ ਤੌਰ ਦੇ ਉੱਤੇ ਲੱਗਦਾ ਹੈ ਕਿ ਇਲੈਕਸ਼ਨ ਮੈਨੀਫੈਸਟੋ ਨੂੰ ਲੀਗਲ ਕਰਨ ਦੇ ਲਈ, ਕਿਉਂਕਿ ਲੋਕ ਸਭਾ ਤੇ ਰਾਜ ਸਭਾ 'ਚ ਜਾਣ ਵਾਲੀ ਗੱਲ ਹੈ, ਕਿਉਂਕਿ ਉੱਥੋਂ ਹੋਣਾ ਹੈ, ਇਹ ਪੰਜਾਬ ਪੱਧਰ ਤੇ ਨਹੀਂ ਹੋ ਸਕਦਾ। ਉਹਦੇ ਲਈ ਬਹੁਤ ਦੂਰ ਦੀ ਦੌੜ ਹੈ ਤੇ ਕੰਮ ਸ਼ੁਰੂ ਕਰਨਾ ਬਹੁਤ ਜ਼ਰੂਰੀ ਸੀ, ਜਿਹੜਾ ਕਿਸਾਨ ਜਥੇਬੰਦੀਆਂ ਨੇ ਕਰਤਾ। ਤੇ ਕਿਸਾਨ ਜਥੇਬੰਦੀਆਂ ਸਾਰੇ ਦੇਸ਼ 'ਚ ਨੇ। ਅੱਜ ਦਾ ਸ਼ੁਰੂ ਹੋਇਆ ਕੰਮ ਇੱਕ ਦਿਨ ਨੇਪਰੇ ਚੜਨਾ। ਪਰ ਇੱਕ ਉਹ ਪਾਰਲੀਮੈਂਟ ਹੈ, ਇੱਕ ਲੋਕਾਂ ਦੀ ਪਾਰਲੀਮੈਂਟ ਹੈ। ਹੁਣ ਜਦੋਂ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਅਸੀਂ ਪਾਰਟੀਆਂ ਦੇ ਲੀਡਰ ਐ ਸੱਦਣੇ ਆ ਤੇ ਮੋਹਰੇ ਅਸੀਂ ਮਾਹਿਰ ਬਿਠਾ ਲੈਣੇ ਆ, ਐਕਸਪਰਟ ਇੰਟੈਲੈਕਚੁਅਲ ਲੋਕ, ਬੁੱਧੀਜੀਵੀ। ਤੇ ਬੁੱਧੀਜੀਵੀ ਫਿਰ ਪਾਰਟੀਆਂ ਦੇ ਪ੍ਰਧਾਨਾਂ ਨੂੰ, ਮੁੱਖ ਮੰਤਰੀ ਦੇ ਦਾਅਵੇਦਾਰਾਂ ਨੂੰ ਸਵਾਲ ਕਰਨਗੇ ਕਿ ਆਹ ਤੁਹਾਡਾ ਮੈਨੀਫੈਸਟੋ ਆ, ਇਸ ਮੈਨੀਫੈਸਟੋ 'ਚ ਤੁਸੀਂ ਆਹ ਲਿਖਿਆ। ਤੁਸੀਂ ਤਾਂ ਸਮਾਬੱਧਤਾ ਦੀ ਗੱਲ ਕੀਤੀ ਨਾ, ਕਿਉਂਕਿ 4.5 ਸਾਲ ਬਾਅਦ ਚੇਤਾ ਆਉਂਦਾ ਹੁੰਦਾ, ਓਏ ਨੌਕਰੀਆਂ ਦੇ ਦਿਓ, ਓਏ ਕੱਚਿਆਂ ਨੂੰ ਪੱਕੇ ਕਰ ਦਿਓ, ਓਏ ਗਰਾਂਟਾਂ ਦੇ ਦਿਓ, ਓਏ ਬੱਜਰੀ ਸਟਾ ਦਿਓ, ਓਏ ਨੀਂਹ ਪੱਥਰ ਰੱਖ ਦਿਓ, ਰੀਬਨ ਕੱਟ ਦਿਓ। ਸਾਰਾ ਕੁਝ ਹੋ ਰਿਹਾ ਇਸ ਵੇਲੇ, 2016 'ਚ ਵੀ ਹੁੰਦਾ ਸੀ। 4.5 ਸਾਲ ਚੁੱਪ ਰਹਿੰਦੇ ਆ। ਉਹ ਕਹਿੰਦੇ ਅਸੀਂ ਉਹਦੇ ਉੱਤੇ ਤਰੀਕਾਂ ਤੇ ਮਹੀਨੇ ਲਿਖਾਉਣੇ, ਜਿੱਦਾਂ ਤੁਸੀਂ ਕਿਹਾ। ਦੂਸਰਾ, ਉਹ ਕਹਿੰਦੇ ਬੁੱਧੀਜੀਵੀ ਕਰਨਗੇ ਸਵਾਲ ਤੇ ਤੁਹਾਡੇ ਤੋਂ ਪੁੱਛਣਗੇ ਕਿ ਠੀਕ ਹੈ ਬਈ, ਤੁਸੀਂ ਪੈਨਸ਼ਨ 1500 ਤੋਂ 3000 ਕਰਨੀ ਹੈ, ਸਾਨੂੰ ਮਾੜਾ ਜਿਹਾ ਸਮਝਾਇਓ ਕਿ ਪੰਜਾਬ ਦਾ ਇੰਨਾ ਬਜਟ ਹੈ, ਕਰਜ਼ੇ ਦੀ ਕਿਸ਼ਤ ਪੰਜਾਬ ਇੰਨੀ ਦਿੰਦਾ, ਪੈਨਸ਼ਨ ਤੇ ਤਨਖਾਹ ਦੇ ਵਿੱਚ ਬਜਟ ਦਾ ਹਿੱਸਾ ਇੰਨਾ ਜਾਂਦਾ ਹੈ, ਤੁਹਾਡੇ ਉੱਤੇ ਐਮਐਲਏ ਐਮਪੀ ਦੇ ਉੱਤੇ ਪੰਜਾਬ ਇੰਨਾ ਖਰਚਦਾ, ਹੋਰ ਸਾਰੀਆਂ ਚੀਜ਼ਾਂ ਤੇ ਖਰਚਾ ਇੰਨਾ ਹੈ, ਰੁਪਈਆ ਬਾਕੀ ਕੋਈ ਬਚਦਾ ਨਹੀਂ, ਸਾਨੂੰ ਕਰਜ਼ਾ ਲੈ ਕੇ ਪੂਰਾ ਕਰਨਾ ਪੈਂਦਾ। ਆਹ ਜਿਹੜੀ ਤੁਸੀਂ ਪੈਨਸ਼ਨ ਵਧਾਉਣੀ ਹੈ, ਇੰਨੇ ਲੱਖ ਲੋਕਾਂ ਦੀ ਵਧਣੀ ਹੈ, ਇੰਨੇ ਕਰੋੜ ਰੁਪਈਆ ਮਹੀਨੇ ਦਾ ਹੋਰ ਚਾਹੀਦਾ, ਕੀ ਤੁਸੀਂ ਟੈਕਸ ਲਾ ਕੇ ਪੂਰਾ ਕਰੋਗੇ ਜਾਂ ਤੁਸੀਂ ਆਮਦਨ ਵਧਾਉਣ ਦਾ ਕੋਈ ਤਰੀਕਾ ਦੱਸੋਗੇ? ਹੁਣ ਪਤਾ ਕੀ ਹੋਣਾ, ਅੱਜ ਤੱਕ ਕੀ ਹੁੰਦਾ ਰਿਹਾ, ਜਦੋਂ ਇਲੈਕਸ਼ਨ ਮੈਨੀਫੈਸਟੋ ਬਣਾਉਣਾ ਹੁੰਦਾ, ਆ ਵੀ ਮੁਫਤ ਲਿਖ ਦੇ, ਆ ਵੀ ਮੁਫਤ ਲਿਖ ਦੇ, ਆ ਸਸਤਾ ਲਿਖ ਦੇ, ਆ ਵੀ ਚੀਜ਼ ਦੇਾਂਗੇ, ਇੰਨੀਆਂ ਨੌਕਰੀਆਂ ਦੇਾਂਗੇ। ਐਤਕੀ ਏਦਾਂ ਨਹੀਂ ਹੋਣਾ। ਐਤਕੀ ਐਨਕਾਂ ਲਾ ਕੇ ਉਹਨਾਂ ਨੇ ਬਹਿਣਾ, ਹੋਇਆ ਸਸਤਾ ਤਾਂ ਲਿਖ ਦਿੱਤਾ, ਇਹਦੇ ਪਿਛਲੇ ਪਾਸੇ ਲਿਖਿਆ ਵੀ ਹੈ ਕਿ ਸਸਤੇ ਲਈ ਅਸੀਂ ਪੈਸੇ ਇਕੱਠੇ ਕਿੱਥੋਂ ਕਰਨੇ ਆ। ਜਿਹੜਾ ਕੰਮ ਇਤਿਹਾਸਕ ਕਿਸਾਨ ਜਥੇਬੰਦੀਆਂ ਨੇ ਬੀਤੇ ਕੱਲ ਕਰ ਦਿੱਤਾ, ਮੈਨੂੰ ਨਹੀਂ ਪਤਾ ਕਿੰਨੇ % ਬੂਰ ਪੈਣਾ, ਪਰ ਸੰਧਾਲੀਆ ਸਾਹਿਬ ਇੱਕ ਵਾਰੀ ਤਾਂ ਪੰਜਾਬ ਦੇ ਲੋਕ ਸੋਚਦੇ ਵਿਚਾਰਦੇ ਹੋਣਗੇ ਕਿ ਠੀਕ ਹੈ ਮੀਟਿੰਗ ਲਾਈਵ ਨਹੀਂ ਹੋਈ, ਠੀਕ ਹੈ ਬਹੁਤ ਸਾਰੇ ਸਵਾਲ ਨਹੀਂ ਪੁੱਛੇ ਗਏ, ਪਰ ਜਿਸ ਤਰੀਕੇ ਇਲੈਕਸ਼ਨ ਮੈਨੀਫੈਸਟੋ ਦੇ ਮੁੱਦੇ ਤੇ ਪਾਰਲੀਮੈਂਟ ਦੇ ਮੂਹਰੇ ਧਰਨਾ ਦੇਣ ਦੇ ਮੁੱਦੇ ਤੇ ਸਿਆਸੀ ਪਾਰਟੀਆਂ ਨੂੰ ਜਿਹੜੀ ਹੁਣ ਕਬੱਡੀ ਵਾਲੀ ਕੈਂਚੀ ਮਾਰੀ ਹੈ, ਹੰਦਿਆਂ ਤੱਕ ਪਹੁੰਚਣਾ ਔਖਾ ਲੱਗਦਾ। ਨਹੀਂ ਪੂਰਾ ਲੱਗਦਾ। ਇਹਦੇ 'ਚ ਇੱਕ ਚੀਜ਼ ਤਾਂ ਹੈਗੀ ਆ ਵੀ ਹੁਣ 2 ਬਿਆਨ ਨਹੀਂ ਦਿੱਤੇ ਜਾ ਸਕਦੇ। ਪਹਿਲਾ ਬਿਆਨ ਵੀ ਖਜ਼ਾਨਾ ਖਾਲੀ ਹੈ, ਦੂਜਾ ਬਿਆਨ ਖਜ਼ਾਨਾ ਵੀ ਕਦੀ ਖਾਲੀ ਹੋਇਆ ਹੈ ਨਾ। ਮਤਲਬ ਹੁਣ ਇਹ ਜਿਹੜੇ 2 ਬਿਆਨ ਨੇ ਅਲੱਗ-ਅਲੱਗ ਥਾਵਾਂ ਤੋਂ ਆਉਂਦੇ ਸੀ, ਬੰਦੇ ਵੀ ਤੁਹਾਡੇ ਧਿਆਨ 'ਚ ਆ ਗਏ ਹੁਣ ਵੀ ਉਹ ਬਿਆਨ ਦੇ ਕੇ ਨਹੀਂ ਸਰਨਾ। ਹੁਣ ਕਲੀਅਰ ਕੱਟ ਐ ਕਾਪੀ 10 ਰੁਪਈਆਂ ਵਾਲੀ ਜਿੱਤੇ ਪ੍ਰਧਾਨ, ਸੀਨੀਅਰ ਪ੍ਰਧਾਨ ਤੇ ਪਤਾ ਨਹੀਂ ਕਿਹੜੇ ਪ੍ਰਧਾਨ ਲਿਖੇ ਹੁੰਦੇ ਆ, ਉਹ 10 ਵਾਲੀ ਕਾਪੀ ਦੇ ਪ੍ਰਧਾਨਾਂ ਦੇ ਨਾਂ ਕੱਟ ਕੇ ਇਹ ਹਿਸਾਬ ਲਾਉਣਾ ਪੈਣਾ ਵੀ ਕੈਲਕੂਲੇਟਰ ਲੈ ਲਾ ਜਿਹੜਾ ਸੂਰਜ ਨਾਲ ਚਾਰਜ ਹੁੰਦਾ, ਸੈੱਲ ਮੁੱਕ ਜਾਣੇ, ਉਹਦਾ ਹਿਸਾਬ ਅੱਜ ਆਪਾਂ ਵਾਹਵਾ ਕਰਨਾ ਬਹਿ ਕੇ, ਫਿਰ ਉੱਤੇ ਲਾਉਣ ਵੀ ਅੱਛਾ ਯਾਰ ਇੰਨੇ ਬਜ਼ੁਰਗ, ਇੰਨੀ ਵਿਧਵਾ ਪੈਨਸ਼ਨ, ਇੰਨੀ ਅੰਗਹੀਣ ਪੈਨਸ਼ਨ, ਇਹ ਤੇ ਯਾਰ ਵਾਹਵਾ ਪੈਸੇ ਬਣ ਜਾਂਦੇ ਆ। ਖਜ਼ਾਨੇ 'ਚ ਕਿੰਨੇ? ਉਹ ਕਹਿੰਦੇ ਜੀ ਇੰਨੇ। ਉਹ ਤੇ ਫਿਰ ਆਪਾਂ 1500 ਕਿਹੜੇ ਹਿਸਾਬ ਨਾਲ ਕਹੀ ਜਾਂਦੇ ਆ। ਮਤਲਬ ਇਹ ਗੱਲਾਂ ਹੁਣ ਕਰਨੀਆਂ ਪੈਣਗੀਆਂ, ਇਹ ਸਾਰਾ ਕੁਝ ਹੋਊਗਾ। ਇੱਕ ਚੀਜ਼ ਆਪਾਂ ਹੋਰ ਇਹ 'ਚ ਐਡ ਕਰ ਦਈਏ, ਬੜੇ ਬੰਦੇ ਨੂੰ ਇੱਕ ਗੱਲ ਇਹ ਵੀ ਸੀ ਯਾਰ ਸਾਰੇ ਬੰਦੇ ਨੂੰ ਇਕੱਠਿਆਂ ਕਿਉਂ ਨਹੀਂ ਪਾਇਆ, ਆਮੋ ਸਾਹਮਣੇ ਗੱਲ ਕਿਉਂ ਨਹੀਂ ਹੋਈ? ਹੋਰ ਤਾਂ ਕਿਸੇ ਨੇ ਕਹਿਣੇ ਕੀ ਆ, ਲੋਕ ਇਨਸਾਫ ਪਾਰਟੀ ਵਾਲੇ ਸਿਮਰਜੀਤ ਬੈਂਸ ਹੋਰੀ ਕਹਿੰਦੇ ਸੀ, ਕਹਿੰਦੇ ਵੀ ਇਦਾਂ ਨਹੀਂ, ਫਿਰ ਨਜ਼ਾਰਾ ਨਹੀਂ ਆਉਂਦਾ, ਫਿਰ ਇਹ ਹੁਣ ਜਿਹੜਾ ਕੱਲੇ ਨੂੰ ਕੱਲਾ ਨਾ ਉਹ ਗੱਲ ਨਹੀਂ, ਇਹਦੇ ਪ੍ਰੋਪਰ ਚਾਹੀਦਾ ਸੀ ਵੀ ਉਧਰ ਉਹ ਬੈਠੇ ਹੁੰਦੇ, ਇੱਧਰ ਉਹ ਬੈਠੇ ਹੁੰਦੇ, ਉਧਰੋਂ ਸਵਾਲ ਆਉਂਦਾ, ਅਸੀਂ ਘੱਟੋ ਘੱਟ ਨੰਗਿਆਂ ਦੇ ਕਰਦੇ ਵੀ ਆਹ ਝੂਠ ਬੋਲਦਾ ਜੀ। ਹੁਣ ਉਹ ਕਹਿੰਦੇ ਵੀ ਠੀਕ ਹੈ ਚਲੋ ਕਿਸਾਨ ਲੀਡਰ ਨੇ, ਸੂਝਵਾਨ ਨੇ, ਜੇ ਉਹਨਾਂ ਨੇ ਕੱਲੇ ਨੂੰ ਵੀ ਸੱਦ ਲਿਆ ਤੇ ਸਾਡਾ ਉਹਦੇ 'ਚ ਵੀ ਕੋਈ ਸਾਨੂੰ ਇਤਰਾਜ਼ ਨਹੀਂ, ਪਰ ਜੇਕਰ ਇਕੱਠੇ ਬਹਾ ਕੇ ਕਰ ਲੈਂਦੇ ਨਾ ਗੱਲ ਤੇ ਫਿਰ ਗੱਲ ਨਿਬੜ ਜਾਣੀ ਸੀ। ਮੈਨੂੰ ਲੱਗਦਾ ਦਿਨ ਦੂਰ ਨਹੀਂ ਹੈ, ਮਹੀਨਾ ਨਹੀਂ ਟੱਪਣਾ, ਇੱਕ ਮੀਟਿੰਗ ਫਿਰ ਹੋਣੀ ਹੈ। ਮੀਟਿੰਗ ਹੁਣ ਲਗਾਤਾਰ ਹੋਣੀ ਹੈ। ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ, ਬੈਂਸ ਸਾਹਿਬ ਜੇ ਤੁਹਾਡੇ ਕੋਲੇ ਤੱਥ ਨੇ ਤਿਆਰ ਰਹੋ, ਜਿਹੜੇ ਵੀ ਬੰਦੇ ਕੋਲ ਤੱਥ ਨੇ ਤਿਆਰ ਰਵੇ। ਹੋਣਾ ਕੀ ਹੈ, ਇਲੈਕਸ਼ਨ ਮੈਨੀਫੈਸਟੋ ਵਾਲਾ ਮਸਲਾ ਨਾ ਜਿਹੜਾ ਖੇਤੀ ਕਾਨੂੰਨਾਂ ਤੱਕ ਸੀਮਤ ਨਹੀਂ, ਲੋਕ ਇਕੱਠੇ ਰਹਿਣ, ਲੋਕ ਧਰਮ ਤੇ ਜਾਤ ਦੇ ਇਲਾਕੇ ਦੇ ਆਧਾਰ ਤੇ ਵੰਡੇ ਨਾ ਜਾਣ,
ਹੈਲਮਟ ਨਹੀਂ ਪਾਉਣਾ ਤਾਂ ਪਰਚਾ ਨਹੀਂ ਕੱਟ ਹੋਣ ਦੇਣਾ ਜਾਂ ਚਲਾਨ ਨਹੀਂ ਕੱਟ ਹੋਣ ਦੇਣਾ, ਇਹਦੇ ਤੇ ਨਾ ਜਾਣ। ਤੁਹਾਡੇ ਹਸਪਤਾਲ ਤੇ, ਤੁਹਾਡੇ ਸਕੂਲਾਂ 'ਚ ਅਧਿਆਪਕ ਤੇ, ਤੁਹਾਡੇ ਕਾਲਜ ਦੇ ਲੈਕਚਰਰ ਤੇ, ਤੁਹਾਨੂੰ ਥਾਣਿਆਂ ਕਚਹਿਰੀਆਂ 'ਚ ਹੁੰਦੇ ਭ੍ਰਿਸ਼ਟਾਚਾਰ ਤੋਂ ਮੁਕਤੀ ਇਦਾਂ ਹੀ ਮਿਲਣੀ ਹੈ। ਆ ਤੁਹਾਡੇ ਮੁੱਦਿਆਂ ਤੇ ਡਿਬੇਟ ਹੋਣੀ ਆ, ਕੱਲੇ ਕਿਸਾਨੀ ਮੁੱਦਿਆਂ ਤੇ ਡਿਬੇਟ ਥੋੜੀ ਹੋਣੀ ਆ। ਲੀਡਰ ਖੜੇ ਹੋਣਗੇ, ਕਿਸਾਨ ਜਥੇਬੰਦੀਆਂ ਜੇ ਕਾਇਮ ਰਹੀਆਂ, ਜੇ ਲੋਕ ਪਿੱਛੇ ਰਹਿ, ਮੰਨ ਲਓ ਮਹੀਨੇ ਬਾਅਦ ਅਗਲੇ ਕਹਿੰਦੇ ਆ ਕਿ ਭਾਈ ਕੋਈ ਵੀ ਚੀਜ਼ ਐਜੂਕੇਸ਼ਨ ਤੋਂ ਬਿਨਾਂ ਨਹੀਂ ਹੋ ਸਕਦੀ, ਐਜੂਕੇਟ ਹੋਣਾ ਪਊਗਾ ਬੰਦਿਆਂ ਨੂੰ, ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਸਿਆਸੀ ਨੇ ਆਪਣਾ ਇੱਕ ਵੱਡਾ ਨੁਮਾਇੰਦਾ ਸੂਬੇ ਪੱਧਰ ਦਾ ਐਜੂਕੇਸ਼ਨ ਦੇ ਮੁੱਦੇ ਤੇ ਤੁਹਾਡਾ ਕੀ ਪੱਖਾ ਭੇਜੋ, ਅਸੀਂ ਸਾਹਮਣੇ ਖੜੋ ਕੇ, ਜਿੱਦਾਂ ਥੋੜੇ ਘੰਟੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਦੇ ਵਿੱਚ ਜਿੰਨੇ ਬੰਦੇ ਸ਼ਾਮਲ ਨੇ ਉਹਨਾਂ ਨੂੰ ਸਾਹਮਣੇ ਖੜੇ ਕੀਤਾ ਸੀ ਨਾ, ਸੀਮਤ ਸਮਾਂ ਦਿੰਦੇ ਸੀ, ਦੱਸੋ ਕਲਾਈਮੇਟ ਚੇਂਜ ਤੇ ਕੀ ਹੈ, ਦੱਸੋ ਹੈਲਥ ਕੇਅਰ ਤੇ ਕੀ ਹੈ, ਦੱਸੋ ਕੋਵਿਡ ਦੇ ਮੁੱਦੇ ਤੇ ਕੀ ਹੈ, ਦੱਸੋ ਇਨਫਰਾਸਟ੍ਰਕਚਰ ਦੇ ਮੁੱਦੇ ਤੇ ਕੀ ਹੈ। ਦਿਨ ਦੂਰ ਨਹੀਂ ਹੈ, ਇਲੈਕਸ਼ਨ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਕਹਿਣਗੇ ਤਾਂ ਜੇ ਲੋਕਾਂ ਦਾ ਜਿਹੜਾ ਸਪੋਰਟ ਲੈਟਰ ਕਿਸਾਨ ਜਥੇਬੰਦੀਆਂ ਕੋ ਹੋਇਆ, ਜੇ ਲੋਕਾਂ ਦੀ ਹਮਾਇਤ ਹੋਈ, ਜੇ ਲੋਕ ਧੜੇਵੰਚ ਨਾ ਵੰਡੇ, ਮਜਬੂਰੀ ਬਸ ਸਹੀ, ਜ਼ਰੂਰੀ ਬਸ ਸਹੀ, ਸਿਆਸੀ ਪਾਰਟੀਆਂ ਨੂੰ ਚੰਗਾ ਨੁਮਾਇੰਦਾ ਭੇਜਣਾ ਪਊਗਾ, ਦਸਤਾਵੇਜ਼ ਦੇ ਕੇ ਭੇਜਣਾ ਪਊਗਾ, ਤੇ ਫਿਰ ਪਤਾ ਲੱਗ ਜੂ ਕਿਹੜੀ ਸਰਕਾਰ ਦੇ ਵੇਲੇ ਕਿੰਨੇ ਸਕੂਲ ਬੰਦ ਹੋਏ, ਕਿਹੜੀ ਸਰਕਾਰ ਦੇ ਵੇਲੇ ਕਿੰਨੇ ਬੰਦ ਹੋਏ, ਕਿਹੜੀ ਸਰਕਾਰ ਦੇ ਵੇਲੇ ਕਿੰਨੇ ਅਧਿਆਪਕ ਸੇਵਾ ਮੁਕਤ ਹੋਏ ਤੇ ਕਿੰਨੇ ਭਰਤੀ ਕੀਤੇ, ਤੇ ਕਿੰਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਇੱਕ ਅਧਿਆਪਕ ਆ, ਕਿੰਨਿਆਂ 'ਚ 2 ਆ, ਕਿੰਨੇ ਕਾਲਜਾਂ 'ਚ ਕੋਈ ਵੀ ਪੱਕਾ ਬੰਦਾ ਨਹੀਂ, ਕਿੰਨੀਆਂ ਲਾਇਬ੍ਰੇਰੀਆਂ ਦੇ ਵਿੱਚ ਲਾਇਬ੍ਰੇਰੀਅਨ ਹੈਗਾ ਤੇ ਕਿੰਨੀਆਂ 'ਚ ਨਹੀਂ, ਕਿੰਨੀਆਂ 'ਚ ਰਜਿਸਟਰਰ ਹੈਗਾ, ਕਿੰਨੀਆਂ 'ਚ ਨਹੀਂ। ਇਹ ਐਜੂਕੇਸ਼ਨ ਤੋਂ ਬਾਅਦ ਹੈਲਥ ਤੇ ਵੀ ਆਉਣਾ ਹੈ, ਉਹਦੇ ਤੋਂ ਬਾਅਦ ਰੋਡਵੇਜ ਤੇ ਵੀ ਆਉਣਾ ਹੈ, ਉਹਦੇ ਤੋਂ ਬਾਅਦ ਮਾਲ ਮਹਿਕਮੇ ਤੇ ਵੀ ਆਉਣਾ ਹੈ, ਉਹਦੇ ਤੋਂ ਬਾਅਦ ਰੇਤਾ ਬੱਜਰੀ ਤੇ ਵੀ ਆਉਣਾ ਹੈ। ਲੋਕ ਕਾਇਮ ਰਹਿਣ, ਪੰਜਾਬ ਚੰਗੇ ਪਾਸੇ ਵੱਧ ਰਿਹਾ, ਲੀਡਰ ਸਤਿਕਾਰਯੋਗ ਨੇ, ਲੀਡਰ ਸਤਿਕਾਰਯੋਗ ਹੈਗੇ ਆ। ਬਾਟ ਸਾਹਿਬ ਮੈਂ ਕਿਹਾ ਤਾਂ ਇੱਕ ਮਿੰਟ ਗੱਲ, ਬਹੁਤ ਇੰਪੋਰਟੈਂਟ ਗੱਲ ਕਰ ਲਾਂਗਾ ਬਾਟ ਸਾਹਿਬ, ਤੁਹਾਡੇ ਕੰਮ ਤੇ ਅੱਜ ਨਾ ਮੇਰਾ ਦਿਲ ਕੀਤਾ, ਮੈਂ ਕਿਹਾ ਵੀਰ ਹੱਲ ਹੋ ਜਾਣਾ ਯਾਰ। ਅੱਛਾ ਠੀਕ, ਮੈਂ ਦੱਸਦਾ, ਮੈਂ ਕਹਿੰਦਾ ਵੀ ਜੇ ਆ ਸਿਟੀ ਸਿਆਪਾ ਨਾ ਨਿਬੜਿਆ, ਅੱਜ ਮੈਂ ਤੁਹਾਨੂੰ ਅਪੋਜ਼ ਨਹੀਂ ਕਰਦਾ ਵੀ ਇਦਾਂ ਹੋਣਾ, ਮੈਂ ਕਹਿੰਦਾ ਵੀ ਇਹਨਾਂ ਦੀ ਮੀਟਿੰਗ ਨਾ ਹੋਈ, ਕੁਛ ਨਾ ਨਿਬੜਿਆ, ਭਾਵੇਂ 4 ਮੀਟਿੰਗਾਂ ਕਰ ਲਈ, ਲੀਡਰ ਨੇ ਕਿਸੇ ਨੇ ਕੋਈ ਪੂਛ ਨਾ ਫੜਾਈ, ਇੱਕ ਹੱਲ ਹੋਰ ਹੈਗਾ। ਇਸ ਵਕਤ ਬੜੀ ਦੌੜ ਪਈ, ਫਲਾਣੇ ਨੂੰ ਜ਼ਿਲ੍ਹਾ ਬਣਾ ਦਿਓ, ਫਲਾਣੇ ਨੂੰ ਤਹਿਸੀਲ ਬਣਾ ਦਿਓ, ਫਲਾਣੇ ਨੂੰ ਨਗਰ ਕੌਂਸਲ ਬਣਾ ਦਿਓ, ਹੈ ਨਾ। ਅਲਟੀਮੇਟਲੀ ਰੋਲ ਜਿਹੜਾ ਜਾ ਕੇ ਵੱਜਦਾ ਜਾਂ ਜਿੱਥੇ ਰੁੱਲ ਪੈਂਦਾ ਉਹ ਤਾਂ ਤਹਿਸੀਲਾਂ 'ਚ ਹੀ ਹੈ ਨਾ। ਮੰਨ ਲਓ ਇੱਕ ਬੰਦਾ ਉਹਨੇ ਜਾ ਕੇ ਕੰਮ ਕਰਾਉਣਾ, ਕੋਈ ਸਰਕਾਰੀ ਦਫ਼ਤਰ ਜਾਣਾ, ਉੱਥੇ ਅਗਲਾ ਬੰਦਾ ਵਿਚਾਰਾ ਗੇਟ ਤੇ ਬੈਠਾ ਹੁੰਦਾ, ਝੋਲਾ ਉਹਨੇ ਫੜਿਆ ਹੁੰਦਾ, 2 ਰੋਟੀਆਂ 4 ਨਾਲ ਵਿੱਚ ਵਲੇਟੀਆਂ ਹੁੰਦੀਆਂ, ਤੜਕੇ ਵਾਲੀ ਬੱਸਿਆ ਜਾਂਦਾ, ਕਿੱਧਰ ਫਿਰਦਾ, ਫਲਾਨਾ ਕਾਗਜ਼ ਹੈ ਜੀ ਬਣਾਉਣਾ, ਕੀ ਆਂਦੇ ਆ ਜੇ ਸਾਹਿਬ ਨਹੀਂ ਆਇਆ, ਫੇਰ ਹੁਣ ਏਜੰਟ ਨੂੰ ਮਿਲਣਾ, ਕਿੰਨੇ ਮੰਗਦਾ 100, ਉਹ ਚੱਲ 200 ਦੇ ਕੰਮ ਨਵੇੜੀ ਦਾ। ਇਹ ਹਰੇਕ ਤਹਿਸੀਲ 'ਚ ਹੁੰਦਾ ਕਿ ਨਹੀਂ, ਪੂਰੇ ਪੰਜਾਬ 'ਚ ਹੁੰਦਾ ਭ੍ਰਿਸ਼ਟਾਚਾਰ ਦੇ ਮਾਮਲੇ 'ਚ। ਆਪਾਂ ਬੜੀ ਦੇਰ ਦਾ ਸੋਚਦੇ ਆ ਵੀ ਯਾਰ ਇਹ ਕਿੱਦਾਂ ਖਤਮ ਹੋਊ, ਪਤਾ ਨਹੀਂ ਮੈਨੂੰ ਕਿਉਂ ਲੱਗਦਾ, ਹੋਵੇ ਨਾ ਹੋਵੇ ਮੈਨੂੰ ਨਹੀਂ ਪਤਾ, ਪਰ ਮੈਨੂੰ ਲੱਗਦਾ ਵੀ ਇਹ ਜਿਹੜੇ ਬੰਦਿਆਂ ਨੂੰ ਹੁਣ ਦਿੱਲੀ ਤੱਕ, ਕਰਨਾਲ ਤੱਕ, ਪੰਜਾਬ ਦੇ ਕਿਹੜੇ ਥਾਵਾਂ ਤੇ ਧਰਨੇ ਲਾਉਣੇ ਆ ਗਏ, ਉਹਨਾਂ ਨੂੰ ਟੇਬਲ ਕੁਰਸੀ ਦਾ ਪਤਾ ਲੱਗ ਗਿਆ, ਉਹਨਾਂ ਨੂੰ ਕੈਲਕੂਲੇਟਰ ਕਾਗਜ਼ਾਂ ਦਾ ਪਤਾ ਲੱਗ ਗਿਆ, ਜੇ ਵੋਟਾਂ ਵੇਲੇ ਪਿੰਡ 'ਚ ਇਦਾਂ ਦੇ ਬੂਥ ਲੱਗ ਸਕਦੇ ਆ, ਤੇ ਇਹ ਨਾ ਹੋਵੇ ਪੰਜਾਬ ਦੇ ਵਿੱਚ ਜਿਹੜੀਆਂ ਤਹਿਸੀਲਾਂ ਨੇ ਆ ਜਿੱਥੇ ਲੋਕਾਂ ਦੇ ਕੰਮ ਹੁੰਦੇ ਨੇ, ਉਹਦੇ ਬਾਹਰ ਗੇਟ ਦੇ ਨਾਲ ਇੱਕ ਖੱਬੇ ਹੱਥ ਨੂੰ ਸੱਜੇ ਹੱਥ ਨੂੰ ਇੱਕ ਟੈਂਟ ਲੱਗਾ ਹੋਵੇ, ਉੱਪਰ ਉਹੀ ਕਿਸਾਨਾਂ ਦਾ ਬੋਰਡ ਲੱਗਾ ਹੋਵੇ, ਨਾਲ ਲਿਖਿਆ ਹੋਵੇ ਭਾਈ ਜੇ ਕੋਈ ਅੰਦਰ ਤੁਹਾਡੇ ਕੋਲੋਂ ਕਿਸੇ ਚੀਜ਼ ਦੀ ਵੀ ਰਿਸ਼ਵਤ ਮੰਗੇ, ਇੱਥੇ ਟੇਬਲ ਤੇ ਆ ਕੇ ਸਾਨੂੰ ਨਾਂ ਲਿਖਾ ਜਿਓ, ਆਪਣਾ ਕੰਮ ਲਿਖਾ ਜਿਓ, ਜੇ ਕੋਈ ਮੁਸ਼ਕਲ ਆਵੇ ਤੇ ਅਸੀਂ ਬੈਠੇ ਹਾਂ। ਇਹ ਨਾ ਹੋਵੇ ਕਿ ਜਿਹੜੇ ਲੋਕ ਵਿਚਾਰੇ ਪਹਿਲਾਂ 100-200 ਨੂੰ ਲੈਣ 'ਚ ਲੱਗੇ ਰਹਿੰਦੇ ਸੀ, ਬਾਊ ਅੰਦਰ ਬਹਿੰਦਾ ਨਹੀਂ, ਉਹ ਵੀ ਲੈਣ 'ਚ ਲੱਗੇ ਹੁਣ ਟਾਈਮ ਨਾਲ ਵੀ ਵੀਰ 9 ਵਜੇ ਦਫ਼ਤਰ ਪਹੁੰਚਣਾ, ਤੇ 8:55 ਦੇ ਸਕੂਟਰ ਡੱਕਿਆ ਹੋਵੇ। ਪਹਿਲਾਂ ਕਿਸਾਨ ਅੰਦੋਲਨ ਵਾਲੇ ਉਹ ਜਿਹੜਾ ਮਤਲਬ ਮੇਜ਼ ਉੱਤੇ ਜਾ ਕੇ ਹਾਜ਼ਰੀ ਲਾਉਣ, ਮੈਂ ਦਫ਼ਤਰ ਆ ਗਿਆ ਜੀ, ਮੈਂ 5 ਵਜੇ ਤੱਕ ਲੋਕਾਂ ਮੈਂ ਸਮੇਂ ਸਿਰ ਹਾਂ ਮੈਂ ਸਮੇਂ ਸਿਰ ਆ ਜੀ, ਹੈ ਨਾ। ਤੇ ਉਦੋਂ ਬਾਅਦ ਅਗਲੇ ਨੂੰ ਲਿਸਟ ਨਾਲ ਹੀ ਫੜਾ ਦੇ ਵੀ ਆ ਫਲਾਣੇ ਬੰਦੇ ਨੂੰ 12 ਗੇੜੇ ਹੋ ਗਏ ਤੇਰੇ ਨਾਲ ਮਾਰਦੇ ਨੂੰ, ਅੱਜ ਇਹਦਾ ਕੰਮ ਹੋਣਾ ਚਾਹੀਦਾ। ਕੰਮ ਇਹਦਾ ਕੁਛ ਨਹੀਂ, 10 ਰੁਪਏ ਸਰਕਾਰੀ ਫੀਸ ਆ, ਪਰਚੀ ਕੱਟ ਕੇ ਦੇ ਹੱਥ 'ਚ ਫੜਾ ਦੀ, ਉਦੋਂ ਬਾਅਦ ਕੰਮ ਨਿਬੜੀ। ਮਤਲਬ ਜੇ ਇਦਾਂ ਦਾ ਕੰਮ ਹੋ ਗਿਆ, ਹੋ ਸਕਦਾ ਸਰਕਾਰਾਂ ਨੂੰ ਆਪਣੇ ਤੌਰ ਤੇ ਲੱਗਦਾ ਹੋਵੇ ਅਸੀਂ ਨਹੀਂ ਕਰ ਸਕਦੀਆਂ, ਪਰ ਲੋਕ ਕਰ ਸਕਦੇ ਆ। ਇਹ ਮੈਨੂੰ ਤਸਵੀਰ ਜਾਪਦੀ ਆ, ਮੈਂ ਨਹੀਂ ਆਂਦਾ ਵੀ ਇਦਾਂ ਹੋਊਗਾ, ਪਰ ਜੇ ਇਦਾਂ ਹੋ ਗਿਆ ਤੇ ਸਾਰਾ ਕੁਝ ਸੈੱਟ ਹੋ ਜਾਊ। ਸੰਧਾਲੇ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ ਬਹੁਤ ਜ਼ਰੂਰੀ ਹੈ। ਲੋਕਾਂ ਕੋਲ ਇੱਕ ਪਲੇਟਫਾਰਮ ਹੋਵੇ ਨਿਰਪੱਖਤਾ ਵਾਲਾ, ਤੇ ਕਿਸਾਨ ਜਥੇਬੰਦੀਆਂ ਨੇ ਸਾਬਿਤ ਕਰ ਦਿੱਤਾ ਕਿ ਇਹ ਹੋ ਸਕਦਾ ਹੈ। ਮੈਂ ਇੱਕ ਹੋਰ ਵੀ ਸਲਾਹ ਦਿੰਨਾ, ਬਹੁਤ ਸਾਰੇ ਲੀਡਰ ਕਹਿੰਦੇ ਜੇ ਅਸੀਂ ਕੀ ਕਰੀਏ, ਪੈਸੇ ਨਹੀਂ ਹੈ, ਜਨਮ ਸਰਟੀਫਿਕੇਟ ਦੇ ਵਿੱਚ ਤਰੀਕਾਂ ਗਲਤ ਹੁੰਦੀਆਂ, ਕਈ ਵਾਰੀ ਨਾਂ ਗਲਤ ਹੁੰਦਾ, ਕਈ ਵਾਰੀ ਇੱਕ ਸਪੈਲਿੰਗ ਗਲਤ ਹੁੰਦਾ, ਉਹਦੇ ਲਈ ਕਿੰਨੇ ਕੁ ਅਰਬ ਰੁਪਈਏ ਦਾ ਫੰਡ ਚਾਹੀਦਾ। ਆ ਜਿਹੜੀਆਂ ਸਿਆਸੀ ਪਾਰਟੀਆਂ ਸਾਰੀਆਂ ਅੱਜ ਕਹਿੰਦੀਆਂ ਜੀ ਰੈਲੀਆਂ ਜ਼ਰੂਰੀ ਨੇ, ਅਸੀਂ ਲੋਕਾਂ ਕੋਲ ਜਾਣਾ ਹੈ। ਤੁਸੀਂ ਇਕੱਲੇ ਪਿੰਡ ਜਾਂਦੇ ਹੋ, ਤੁਹਾਡੇ ਇਕੱਲੇ ਪਿੰਡ ਦੇ ਵਿੱਚ ਟੀਮਾਂ ਨੇ, ਕਦੇ ਤੁਸੀਂ ਲੋਕਾਂ ਨੂੰ ਕਿਹਾ ਕਿ ਸਾਨੂੰ ਦੱਸੋ ਜੀ ਤੁਹਾਡੇ ਪਿੰਡ 'ਚ ਕਿੰਨਿਆਂ ਦੇ ਜਨਮ ਸਰਟੀਫਿਕੇਟ 'ਚ ਸੋਧ ਹੋਣ ਵਾਲੀ ਹੈ? ਉੱਥੇ 20,000 ਰੁਪਈਆ ਦਿੰਦੇ ਆ ਲੋਕ, ਕਿੱਡਾ ਕੁ ਵੱਡਾ ਕੰਮ ਹੈ। ਕਈਆਂ ਦੇ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟਾਂ ਦੇ ਵਿੱਚ ਸੋਧ ਦੀ ਲੋੜ ਹੁੰਦੀ ਹੈ,
ਕਈ ਪੁੱਛਿਆ ਜਾ ਕੇ, ਕਈਆਂ ਨੂੰ ਕਿਸੇ ਕਾਰਡ ਦੇ ਉੱਤੇ ਸਹਾਇਤਾ ਨਹੀਂ ਮਿਲਦੀ ਜਿਹੜੀ ਮਿਲਣ ਵਾਲੀ ਹੁੰਦੀ ਹੈ, ਕਿਸੇ ਦੀ ਪੈਨਸ਼ਨ ਬਣਦੀ ਹੁੰਦੀ ਉਹਨੂੰ ਮਿਲਦੀ ਨਹੀਂ, ਜਿਹਦੀ ਬਣਦੀ ਨਹੀਂ ਹੁੰਦੀ ਉਹ ਲਈ ਜਾਂਦਾ। ਕਦੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਕਿਹਾ ਆਪਣੀਆਂ ਟੀਮਾਂ ਨੂੰ ਕਿ ਭਾਈ 11 ਮੈਂਬਰੀ ਦੀ ਟੀਮ ਬਣੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਆਹ ਮੁੱਦੇ ਹੱਲ ਕਰਾਉਣੇ ਆ। ਮੈਂ ਤਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਜ ਕਿਸੇ ਵੀ ਮੁੱਦੇ ਤੇ ਜੇ ਇਕੱਠੇ ਹੋ, WhatsApp ਗਰੁੱਪ ਬਣਾ ਕੇ ਰੱਖੋ ਆਪਣਾ। ਤੁਹਾਡੇ ਪਿੰਡ ਦੇ ਵਿੱਚ ਬਹੁਤ ਸਾਰੇ ਪਿੰਡਾਂ ਨੇ ਕਹਿਤਾ ਕਿ ਜੇ ਸਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ, ਅਸੀਂ ਨਹੀਂ ਜ਼ਮਾਨਤ ਕਰਾਉਣ ਜਾਣਾ, ਅਸੀਂ ਨਹੀਂ ਥਾਣੇ ਉਹਦੇ ਮਗਰ ਜਾਣਾ, ਜੇ ਕੋਈ ਖਾਂਦਾ ਵੀ ਆ ਤੇ ਅਸੀਂ ਨਹੀਂ ਮਗਰ ਜਾਣਾ। ਜੇ ਤੁਸੀਂ ਮਾੜੇ ਬੰਦੇ ਦੇ ਮਗਰ ਨਾ ਜਾਓ, ਤੁਹਾਡੇ ਪਿੰਡ ਕਿਸੇ ਬੇਦੋਸ਼ੇ ਨੂੰ ਪੁਲਿਸ ਚੱਕ ਕੇ ਨਹੀਂ ਲਿਜਾ ਸਕਦੀ, ਇਕੱਠੇ ਹੋ ਜਾਓ। ਤੁਹਾਡੇ ਪਿੰਡੋਂ ਕੋਈ ਪਟਵਾਰੀ ਰਿਸ਼ਵਤ ਨਹੀਂ ਲੈ ਸਕਦਾ, ਤੁਹਾਡੇ ਪਿੰਡ ਦੇ ਕਿਸੇ ਬੰਦੇ ਦੇ ਖਿਲਾਫ ਕੋਈ ਗਲਤ ਪਰਚਾ ਨਹੀਂ ਦਰਜ, ਇਕੱਠੇ ਰਹੋ ਬਸ। ਪਿੰਡ ਇਕੱਠਾ ਹੋਊਗਾ, ਲੀਡਰ ਚੱਲ ਕੇ ਆਊਗਾ, ਤੁਹਾਨੂੰ ਲੀਡਰ ਨੂੰ ਟੈਲੀਫੋਨ ਕਰਨ ਦੀ ਲੋੜ ਨਹੀਂ। ਤੁਹਾਡੇ ਮਗਰ ਜਥੇਬੰਦੀਆਂ ਵੀ ਆਉਣਗੀਆਂ, ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ। ਜੇ ਤੁਸੀਂ ਇਕੱਠੇ ਆ, ਤੁਹਾਡੇ ਪਿੰਡ ਕੋਈ ਨਸ਼ਾ ਵੇਚਣ ਨਹੀਂ ਆ ਸਕਦਾ। ਜੇ ਤੁਸੀਂ ਇਕੱਠੇ ਆ, ਤੁਹਾਡੇ ਪਿੰਡ ਦੀ ਕੋਈ ਗ੍ਰਾਂਟ ਨਹੀਂ ਰੋਕ ਸਕਦਾ। ਜੇ ਤੁਸੀਂ ਇਕੱਠੇ ਆ, ਤੁਹਾਡੇ ਪਿੰਡ ਚ ਆ ਕੇ ਕਿਹੜਾ ਲੀਡਰ ਫਿੱਕ ਪਾ ਜਾਊਗਾ ਕਿ ਭਾਈ ਕੋਈ ਗੱਲ ਨਹੀਂ, ਤੁਹਾਡੇ ਨਿਆਣੇ ਦੀ ਕਿਹੜੀ ਗੱਲ ਆ, ਉਹ ਜਾ ਯਾਰ ਬੁਲਟ ਚਲਾ ਤੂੰ, ਮਗਰ ਹੈਲਮਟ ਪਾਉਣ ਦੀ ਲੋੜ ਨਹੀਂ, ਕਾਰ ਚਲਾ ਤੂੰ, ਬੈਲਟ ਲਾਉਣ ਦੀ ਲੋੜ ਨਹੀਂ। ਉਹਨਾਂ ਨੂੰ ਕਹੋ ਕਿ ਬੈਲਟਾਂ ਅਸੀਂ 2 ਲਾ ਲਵਾਂਗੇ, ਇੱਕ ਪੈਂਟ ਨੂੰ ਲਾਉਣੀ ਆ ਤੇ ਇੱਕ ਇਧਰਲੇ ਪਾਸਿਓਂ ਕਾਰ ਵਾਲੀ ਲਾਉਣੀ ਆ। ਬਾਪੂ ਨੂੰ ਪਜਾਮੇ ਦੇ ਉੱਤੋਂ ਨਹੀਂ ਲਵਾ ਦਾਂਗੇ, ਵੀ ਤੂੰ ਕੰਮ ਕਰੋ ਬਸ ਬੰਦਿਆਂ ਵਾਂਗੂ। ਯਾਨੀ ਜੇ ਪਿੰਡ ਵਾਲੇ ਇਕੱਠੇ ਹੋਣਗੇ, ਹਸਪਤਾਲ 'ਚ ਡਾਕਟਰ ਵੀ ਹੋਊਗਾ ਤੇ ਪ੍ਰਾਈਵੇਟ ਸਕੂਲ 'ਚ ਬੱਚਾ ਭੇਜਣ ਦੀ ਲੋੜ ਨਹੀਂ, ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਅਧਿਆਪਕ ਹੋਣਗੇ, ਇਕੱਠੇ ਰਹਿਣਗੇ। ਪਿੰਡ ਵਾਲੇ ਕੋਈ ਧੱਕਾ ਨਹੀਂ ਕਰ ਸਕਦਾ, ਇਕੱਠੇ ਰਹਿਣਗੇ, ਪਿੰਡ ਵਾਲੇ ਕੋਈ ਰਿਸ਼ਵਤ ਨਹੀਂ ਮੰਗ ਸਕਦਾ। ਇਸ ਗੱਲ ਦਾ ਦਾਵਾ ਇਹ ਬੜੀ ਮਤਲਬ ਕਲੀਅਰ ਜੀ ਗੱਲ ਹੈ। ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਵੀ ਯਾਰ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਇਹਨਾਂ ਦਾ ਅਸਰ ਪ੍ਰਭਾਵ ਹੁੰਦਾ ਕਿ ਨਹੀਂ ਹੁੰਦਾ। ਦੂਜੀ ਗੱਲ ਇਹ ਵੀ ਕਿਸੇ ਵੇਲੇ ਬੰਦਾ ਕਰ ਲੈਂਦਾ ਵੀ ਇਹ ਫਿਰ ਕਾਨੂੰਨ ਦੇ ਦਾਇਰੇ 'ਚ ਆਉਂਦਾ ਕਿ ਨਹੀਂ ਆਉਂਦਾ। ਮੈਂ ਕਹਿੰਦਾ ਵੀ ਜੇ ਸਭ ਤੋਂ ਵੱਡੀ ਕੋਈ ਚੀਜ਼ ਕਾਨੂੰਨ ਦੇ ਦਾਇਰੇ 'ਚ ਆਉਂਦੀ ਤੇ ਇਹੋ ਹੀ ਆਉਂਦੀ। ਹੁਣ ਦੇਖੋ ਇੱਕ ਆਮ ਬੰਦਾ ਹੈ, ਆਮ ਨਾਗਰਿਕ ਆ, ਉਹਦੇ ਲਈ ਫਰਜ਼ ਨੇ ਜੀ, ਹੈ ਨਾ ਜੀ, ਫਰਜ਼ ਸਰਕਾਰਾਂ ਦੇ ਨੇ, ਫਰਜ਼ ਪ੍ਰਸ਼ਾਸਨ ਦੇ ਨੇ। ਤੇ ਜਦੋਂ ਵੀ ਉਹ ਕਿਤੇ ਲਿਖਿਆ ਜਾਂਦਾ ਉਹ ਕਹਿੰਦੇ ਅਸੀਂ ਲੋਕਾਂ ਦੇ ਸੇਵਾਦਾਰ ਆ ਜੀ। ਉਹ ਸੇਵਾਦਾਰ ਹੈਗੇ ਆ ਪਰ ਉਹ ਸੇਵਾ ਕਰਨੋਂ ਹਟ ਗਏ। ਸਿਰਫ ਉਹਨਾਂ ਨੂੰ ਚੇਤਾ ਕਰਾਉਣਾ ਵੀ ਵੀਰ ਮੇਰਾ ਤੂੰ ਬੜੀ ਰੋ ਪਿੱਟ ਕੇ ਪਹਿਲਾਂ ਨੌਕਰੀ ਲਈ, ਜਾਂ ਤੂੰ ਰੋ ਪਿੱਟ ਕੇ ਸਾਡੇ ਕੋਲ ਵੋਟਾਂ ਲਈਆਂ, ਤੇਰੇ ਕੋਲੇ ਫਲਾਨੀ ਕੁਰਸੀ ਆ, ਤੇਰੇ ਕੋਲੇ ਹਰੀ ਰੰਗ ਦਾ ਪੈਨ ਹੈ, ਉਹਦੇ ਤੇ ਤੇਰੇ ਕੋਲੇ ਆਹ ਤਾਕਤ ਆ। ਉਹ ਤਾਕਤ ਜਿਹੜੀ ਆ ਉਹ ਤੂੰ ਲੋਕਾਂ ਦੇ ਫਾਇਦੇ ਲਈ ਵਰਤਣੀ ਹੈ। ਇਹ ਨਹੀਂ ਵੀ ਉਸ ਤਾਕਤ ਦਾ ਡਰਾਵਾ ਦੇ ਕੇ ਆਖਣਾ ਵੀ ਲਿਆ ਦੱਸ ਕਿੰਨੇ ਦਿਨ। ਨਹੀਂ, ਇਹ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਨੂੰ ਤਾਂ ਐਂ ਵੀ ਲੱਗਦਾ ਕਦੇ ਕਦੇ ਸਿਆਸੀ ਪਾਰਟੀਆਂ ਦੇ ਕੁਝ ਇਤਰਾਜ਼ ਹੋ ਸਕਦੇ ਆ ਕਿ ਭਾਈ ਸਾਨੂੰ ਜਾਣੋ ਰੋਕਦੇ, ਬਿਲਕੁਲ ਨਹੀਂ। ਅੱਜ ਤੱਕ ਨਹੀਂ ਕਦੇ ਕਿਸੇ ਨੇ ਰੋਕਿਆ ਸੀ, ਅੱਜ ਤੱਕ ਕਦੇ ਕਿਸੇ ਨੇ ਕਿਹਾ ਸੀ ਕਿ ਭਾਈ ਨਾ ਜਾਓ। ਅੱਜ ਤੱਕ ਉਹ ਟੈਂਟ ਵਾਲਾ ਮਨਾ ਕਰਦਾ ਸੀ ਕਿ ਮੇਰਾ ਟੈਂਟ ਨਾ ਲਾਓ, ਉਹ ਤਾਂ ਕਹਿੰਦਾ ਪੱਕਾ ਲੱਗ ਜੂ, ਮੇਰਾ ਟੈਂਪੂ ਪੱਕਾ ਲੱਗ ਜੂ, ਮੇਰਾ ਟੈਂਟ ਪੱਕਾ ਲੱਗ ਜੂ। ਪਰ ਸਿਆਸੀ ਪਾਰਟੀਆਂ ਠੀਕ ਹੈ, ਉਹਨਾਂ ਦਾ ਅਧਿਕਾਰ ਹੈ ਪਿੰਡਾਂ 'ਚ ਜਾਣਾ। ਮੈਂ ਕਹਿੰਦਾ ਕਿ ਅੱਜ ਪੰਜਾਬ ਦੀਆਂ ਸਿਆਸੀ ਪਾਰਟੀਆਂ ਪਹਿਲ ਕਰਨ, ਜਿੱਦਾਂ ਅਕਾਲੀ ਦਲ ਨੇ ਚਿੱਠੀ ਲਿਖੀ ਸੀ, ਬਾਕੀ ਪਾਰਟੀਆਂ ਤੇ ਅਕਾਲੀ ਦਲ ਵੀ ਪਹਿਲ ਕਰੇ, ਐਲਾਨ ਕਰ ਦੇਣ ਕਿ ਅਸੀਂ ਰੈਲੀਆਂ ਤੇ ਮੀਟਿੰਗਾਂ ਨਹੀਂ ਕਰਨੀਆਂ। ਅਸੀਂ ਪੰਜਾਬ ਦੇ 15 ਇਸ਼ੂ ਨੇ ਉਹਨਾਂ ਦੇ ਉੱਤੇ ਡਿਬੇਟ ਕਰਨ ਨੂੰ ਤਿਆਰ ਹਾਂ ਤੇ ਕਿਸਾਨ ਜਥੇਬੰਦੀਆਂ ਬਹੁਤ ਸਤਿਕਾਰਯੋਗ ਨੇ ਤੇ ਅਸੀਂ ਉਹਨਾਂ ਦੇ ਦਿੱਤੇ ਸਮੇਂ ਤੇ ਆਪਣਾ ਇੱਕ ਵੱਡਾ ਪ੍ਰਤੀਨਿਧ ਭੇਜਾਂਗੇ। ਅਸੀਂ ਆਉਣ ਨੂੰ ਤਿਆਰ ਹਾਂ ਜੇ ਬਾਕੀ ਪਾਰਟੀਆਂ 'ਚ ਹਿੰਮਤ ਆ ਤਾਂ ਆਓ। ਉਹ ਲਿਸਟ ਵੀ ਬਣਾ ਦੇਣ ਕੋਈ, ਜਿੱਦਾਂ ਚਿੱਠੀ ਜਾਰੀ ਕੀਤੀ ਸਾਰੀਆਂ ਪਾਰਟੀਆਂ, ਸਿਹਤ ਤੇ, ਸਿੱਖਿਆ ਤੇ, ਖੇਤੀ ਤੇ, ਵਪਾਰ ਤੇ, ਬਿਜਲੀ ਤੇ, ਬੇਅਦਬੀ ਤੇ, ਰੇਤਾ ਬਜਰੀ ਤੇ, ਐਡਵਰਟਾਈਜ਼ਮੈਂਟ ਦੀ ਨੀਤੀ ਤੇ, ਸਰਕਾਰੀ ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ ਤੇ। ਉਹ ਕਹਿਣ ਕਿ ਅਸੀਂ ਆ 15 ਇਸ਼ੂ ਨੇ, 15 ਡਿਬੇਟ ਕਰਾਓ। ਅਸੀਂ ਸੀਮਤ ਸਮੇਂ 'ਚ ਹੀ ਬੋਲਾਂਗੇ। ਆਪ ਹੀ ਸਿਆਸੀ ਪਾਰਟੀਆਂ ਐਲਾਨ ਕਰ ਦੇਣ ਕਿ ਅਸੀਂ ਤੱਥ ਲੈ ਕੇ ਆਉਣੇ, ਅਸੀਂ ਦਸਤਾਵੇਜ਼ ਲੈ ਕੇ ਆਉਣੇ ਆ, ਅਸੀਂ ਮੂੰਹ ਜ਼ਬਾਨੀ ਗੱਲਾਂ ਨਹੀਂ ਕਰਨੀਆਂ। ਮੈਂ ਇੱਕ ਗੱਲ ਦੀ ਗਾਰੰਟੀ ਕਰਦਾ ਸੰਧਾਲੀਆ ਸਾਹਿਬ, ਸਿਆਸੀ ਪਾਰਟੀਆਂ ਨੇ ਅੱਜ ਗੱਲ ਸੁਣ ਕੇ ਨਾ ਉਹਨਾਂ ਨੇ ਕਹਿ ਦੇਣਾ ਕਿ ਬਿਲਕੁਲ ਠੀਕ ਹੈ, ਅਸੀਂ ਕਿਸੇ ਪਾਰਟੀ ਤੇ ਦੋਸ਼ ਵੀ ਨਹੀਂ ਲਾਵਾਂਗੇ, ਅਸੀਂ ਇਕੱਲੀ ਭਵਿੱਖ ਦੀ ਗੱਲ ਨਹੀਂ ਕਰਾਂਗੇ, ਅਸੀਂ ਬੀਤੇ ਕੀਤੇ ਹੋਏ ਕੰਮਾਂ ਦੇ ਦਸਤਾਵੇਜ਼ ਲੈ ਕੇ ਆਵਾਂਗੇ। ਰੈਲੀਆਂ ਦੀ ਲੋੜ ਹੀ ਨਹੀਂ, ਪਿੰਡਾਂ ਦੇ ਲੋਕਾਂ ਨੇ ਫੰਡ ਵੀ ਆਪ ਦੇ ਕੇ ਜਾਣਾ ਤੇ ਵੋਟਾਂ ਵੀ ਆਪ ਪਾਉਣੀਆਂ। ਜੇ ਇਦਾਂ ਹੋ ਜੇ ਤੇ ਬਹੁਤ ਵਧੀਆ। ਅੱਜ ਤੱਕ ਹੁੰਦੀ ਆ ਹੀ, ਆਪਾਂ ਕਰ ਦੇਣਾ। ਦੇਖੋ ਮੈਂ ਤਾਂ ਕਹਿੰਦਾ ਵੀ ਹੋਵੇ ਤੇ ਬਹੁਤ ਵਧੀਆ, ਪਰ ਉਹ ਜਿਹੜੀ ਪਾਰਿਆ ਨਾ ਉਹੀ ਹੱਥ ਨਹੀਂ ਆਉਂਦੀ। ਸੰਧਾਲੀਆ ਸਾਹਿਬ ਆ ਜਾਣੀ ਆ, ਤੁਸੀਂ ਚਲੋ ਆ ਜੇ ਚੰਗਾ। ਇੱਕ ਚੀਜ਼ ਖਿਜੋ ਨਾ, ਲੀਡਰ ਖਿਜੋ ਨਾ ਯਾਰ। ਮੈਂ ਨਹੀਂ ਖੇਦਾ, ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ। ਚਲੋ ਜਿੱਦਾਂ ਨਿਬੜ ਜੇ ਅਸੀਂ ਤੇ ਚਾਹੁੰਦੇ ਆ ਵੀ ਭਾਈ ਸਾਹਿਬ ਇਹ ਹੱਲ ਹੋ ਜਵੇ, ਪਰ ਜਿੱਧਰ ਨੂੰ ਕੰਮ ਤੁਰ ਪਿਆ ਮੈਨੂੰ ਲੱਗ ਰਿਹਾ ਕਿ ਹੌਲੀ ਹੌਲੀ ਆਪਾਂ ਉਹ ਗੱਲ ਸੁਣਦੇ ਹੁੰਦੇ ਸੀ ਨਾ ਲੋਕ ਸ਼ਕਤੀ ਦੀ, ਲੋਕ ਲਹਿਰ ਦੀ। ਉਹ ਲੋਕ ਸ਼ਕਤੀ, ਲੋਕ ਲਹਿਰ ਹੌਲੀ ਹੌਲੀ ਨਜ਼ਰ ਆਉਣ ਲੱਗ ਪਈ। ਹੋ ਸਕਦਾ ਵੀ ਬਾਕੀ ਦੀਆਂ ਪੰਜਾਬ ਵਾਲੀਆਂ ਪੋਲੀਟੀਕਲ ਪਾਰਟੀਆਂ ਵਾਲੇ ਵੀ ਸੋਚਦੇ ਹੋਣ, ਹੱਥਾਂ ਨੂੰ ਦੰਦੀਆਂ ਵੱਢਦੇ ਹੋਣ, ਉਹ ਯਾਰ ਸਿਆਪਾ ਦੇ ਕੇਂਦਰ ਵਾਲਿਆਂ ਪਾਇਆ, ਇਹ ਹੁਣ ਐਵੇਂ ਸਾਡੇ ਘਰਾਂ ਤੱਕ ਵੀ ਆਣ ਵੜੀ ਆ ਗਿਆ ਨਾ, ਇਹ ਤੇ ਹੋਣਾ ਹੀ ਸੀ। ਪਰ ਦੇਖੋ ਕੇਂਦਰ ਵਾਲੇ ਪਾਸਿਓਂ ਜਿੱਦਾਂ ਜਿਹਦੀ ਗੱਲ ਜਾਪਦੀ, ਮੈਂ ਇੱਕ ਬਿਆਨ ਜ਼ਰੂਰ ਕੋਟ ਕਰਦੇ ਹਾਂ, ਖੇਤੀ ਮੰਤਰੀ ਨਰਿੰਦਰ ਤੋਮਰ ਸਾਹਿਬ ਦਾ ਆਇਆ। ਉਹਨਾਂ ਦੀ ਗੱਲਬਾਤ ਤੋਂ ਮੈਨੂੰ ਲੱਗਦਾ ਨਹੀਂ ਵੀ ਅਜੇ ਕਿਤੇ ਕੇਂਦਰ ਮੀਟਿੰਗ ਕਰਨ ਦੇ ਮੂਡ 'ਚ ਵੀ ਹੈਗਾ, ਕਿਉਂਕਿ ਸ਼ਬਦ ਉਹਨਾਂ ਇਹ ਵਰਤਿਆ, ਉਹ ਕਹਿੰਦੇ ਵੀ ਦੇਖੋ ਗੱਲ ਆ ਵੀ ਖੇਤੀ ਜਿਹੜੀ ਹੈ ਉਹਨੂੰ ਪ੍ਰਫੁੱਲਿਤ ਕਰਨ ਦੇ ਲਈ ਬਹੁਤ ਲੋੜ ਸੀ। 30 ਸਾਲ ਦੀ ਸਾਧਨਾ ਤੋਂ ਬਾਅਦ
ਜਾ ਕੇ ਆਹ ਕਾਨੂੰਨ ਬਣਿਆ। ਮੈਂ ਕੈਲਕੂਲੇਟ ਕਰੀ ਜਾਂਦਾ, ਮੈਂ ਕਿਹਾ ਵੀ ਯਾਰ ਜੇ ਮੈਂ ਮੋਟਾ ਜਿਹਾ ਹਿਸਾਬ ਲਾਂ ਵੀ ਇੱਕ ਸਰਕਾਰ ਮੋਦੀ ਸਾਹਿਬ ਦੀ, ਦੂਜੀ ਚੱਲਦੀ ਪਈ ਹੈ, ਚਲੋ 6 ਸਾਲ ਇਹਨਾਂ ਤੇ ਲਾ ਲਓ, 5-6 ਸਾਲ ਮੇਰੇ ਖਿਆਲ ਨਾਲ ਵਾਜਪਾਈ ਸਾਹਿਬ ਦੇ 6.5 ਲਾ ਲਓ, ਹੈ ਨਾ, ਵੀ ਕੁੱਲ ਮਿਲਾ ਕੇ 11-12 ਸਾਲ ਤਾਂ ਬੀਜੇਪੀ ਦੇ ਬਣਦੇ ਆ। ਬਾਕੀ ਜਿਹੜਾ ਟਾਈਮ ਰਿਹਾ ਵਿੱਚੋਂ 10 ਸਾਲ ਮਨਮੋਹਨ ਸਿੰਘ ਵਾਲੇ ਵੀ ਲਾ ਲਓ ਤੁਸੀਂ, ਉਹਦੇ ਬਾਅਦ ਫੇਰ ਵੀ ਕਾਂਗਰਸ ਦੇ ਲਾ ਲਓ, ਹੈ ਨਾ, ਉਹ ਸਾਰੇ ਰਲਾ ਮਿਲਾ ਕੇ ਟਾਈਮ ਜਿਹੜਾ ਨਿਕਲਿਆ ਵਿੱਚੋਂ, ਕਦੀ ਕੋਈ ਪ੍ਰਧਾਨ ਮੰਤਰੀ ਆ ਗਿਆ ਥੋੜੇ ਚੱਲੀ, ਕਦੀ ਕੋਈ ਆ ਗਿਆ। ਇਹਦਾ ਮਤਲਬ ਜਦੋਂ ਦੇਸ਼ ਦੇ ਵਿੱਚ ਵਾਰ-ਵਾਰ ਇੱਧਰ ਉੱਧਰ ਘੁਮਾਉਂਦਿਆਂ ਰਾਜਨੀਤੀ ਕਦੀ ਇੱਧਰ ਜਾਂਦੀ ਸੀ, ਕਦੀ ਉੱਧਰ ਜਾਂਦੀ ਸੀ, ਉਦੋਂ ਵੀ ਲਗਾਤਾਰ ਸਾਧਨਾ ਹੁੰਦੀ ਪਈ ਸੀ ਵੀ ਖੇਤੀ ਦਾ ਕੀ ਕਰਨਾ। ਮਤਲਬ ਇੰਨਾ ਫਿਕਰ ਸੀ ਵੀ 30 ਸਾਲ ਯਾਨੀ ਕਿ 3 ਦਹਾਕੇ ਲੱਗੇ ਕਹਿੰਦੇ ਕਿ ਇਹ ਖੇਤੀ ਕਾਨੂੰਨ ਬਣਾਉਣ ਲਈ, ਐਂਡ ਫਾਈਨਲੀ ਉਹ ਕਾਨੂੰਨ ਬਣ ਗਏ ਨੇ ਵੀ ਹੁਣ ਤੁਸੀਂ ਦੇਖੋਗੇ ਵੀ ਖੇਤੀ ਕਿੱਦਾਂ ਪ੍ਰਫੁੱਲਤ ਹੁੰਦੀ। ਸੰਧਾਲੇ ਸਾਹਿਬ, ਮੈਨੂੰ ਲੱਗਦਾ ਕਿ ਜਿਹੜਾ ਉਹਨਾਂ ਨੇ 30 ਦਾ ਅੰਕੜਾ ਦਿੱਤਾ ਨਾ, ਅੰਕੜਾ ਤਾਂ ਉਹਨਾਂ ਨੇ ਕੁਝ ਹੱਦ ਤੱਕ ਠੀਕ ਹੀ ਦਿੱਤਾ ਹੋਣਾ, ਕਿਉਂਕਿ ਭਾਵੇਂ ਉਦੋਂ ਸਾਂਝੇ ਮੋਰਚੇ ਦੀਆਂ ਸਰਕਾਰਾਂ ਸੀ, ਭਾਵੇਂ ਕਾਂਗਰਸ ਦੀਆਂ, ਭਾਵੇਂ ਭਾਜਪਾ ਦੀਆਂ, 91-92 ਤੋਂ ਬਾਅਦ ਜਦੋਂ ਉਦਾਰੀਕਰਨ ਸ਼ੁਰੂ ਹੋਇਆ, ਵਰਲਡ ਟ੍ਰੇਡ ਜਿਹੜਾ ਸਮਝੌਤਾ ਹੈ, ਵਿਸ਼ਵ ਵਪਾਰ ਸਮਝੌਤਾ ਜਿਹੜਾ, ਉਹਦੇ ਤਹਿਤ ਜਦੋਂ ਦਾ ਕੰਮ ਸ਼ੁਰੂ ਹੋਇਆ, ਕੰਮ ਤਾਂ ਲਗਾਤਾਰ ਜਾਰੀ ਹੈ ਤੇ ਇੰਨਾ ਵਧੀਆ ਤਰੀਕੇ ਨਾਲ ਪੜਿਆ। ਅੱਜ ਸੜਕਾਂ ਦੇ ਵਿੱਚ ਵੀ ਨਿੱਜੀ ਲੋਕਾਂ ਦੀ ਭਾਈਵਾਲੀ ਚਾਹੀਦੀ ਆ, ਅੱਜ ਰੇਲਵੇ ਸਟੇਸ਼ਨਾਂ 'ਚ ਵੀ ਚਾਹੀਦੀ ਆ, ਅੱਜ ਰੇਲ ਗੱਡੀਆਂ 'ਚ ਵੀ ਚਾਹੀਦੀ ਆ, ਅੱਜ ਹਵਾਈ ਅੱਡਿਆਂ ਦੇ ਵਿੱਚ ਵੀ ਚਾਹੀਦੀ ਆ, ਅੱਜ 4-5 ਡਿਪਾਰਟਮੈਂਟ ਛੱਡ ਕੇ ਬਾਕੀ ਸਾਰਾ ਕੁਝ ਨਿੱਜੀ ਹੱਥਾਂ 'ਚ ਦੇ ਦੇਣਾ ਦੇਸ਼ ਦਾ ਸਾਡੇ ਕੋਲ ਰਿਹਾ ਕੀ। ਜਾਣੀ ਇਹ ਸਾਧਨਾ ਜੇ ਤਾਂ ਇੱਥੇ ਤੱਕ ਲੈ ਕੇ ਜਾਂਦੀ ਆ ਸਾਨੂੰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ, ਭਾਰਤ ਦੀ ਇੱਕ ਵੀ ਸਿਆਸੀ ਪਾਰਟੀ ਜਿਹੜੀ ਪਿਛਲੇ 30 ਸਾਲਾਂ 'ਚ ਸੱਤਾ 'ਚ ਰਹੀ ਹੈ, ਜੇ ਚਾਹੁੰਦੀ ਤਾਂ ਅੱਜ ਆ ਸਥਿਤੀ ਨਹੀਂ ਸੀ ਹੋਣੀ। ਲੈ ਦੇ ਕੇ ਸਾਰੀਆਂ ਤੁਰੀਆਂ ਉਧਰਲੇ ਪਾਸੇ ਨੂੰ ਹੀ ਆ। ਉਹ ਵੱਖਰੀ ਗੱਲ ਹੈ ਕਿ ਸਰਕਾਰ ਅੱਜ ਇਹਨਾਂ ਦੀ ਹੈ, ਇਸੇ ਕਰਕੇ ਤਾਂ ਨਿੱਠ ਕੇ ਕੰਮ ਨਹੀਂ ਕਰਦੀਆਂ, ਇਸੇ ਕਰਕੇ ਤਾਂ ਮਾੜਾ ਮੋਟਾ ਬੋਲਦੀਆਂ, ਉਹ ਵੀ ਮਜਬੂਰੀ ਦੇ ਵਿੱਚ ਕਿ ਬੋਲਣਾ ਪੈਂਦਾ। ਪਰ ਜੋ ਤੋਮਰ ਸਾਹਿਬ ਨੇ ਕਿਹਾ ਕਿ ਭਾਈ ਅਸੀਂ ਇਹ ਵਾਪਸ ਨਹੀਂ ਲੈਣੇ, ਗੱਲਬਾਤ ਦੀ ਤੁਹਾਡੀ ਗੱਲ ਠੀਕ ਹੈ ਕਿ ਆਸ ਘੱਟ ਵੱਜਦੀ ਹੈ, ਪਰ ਬੜੇ ਵੱਡੇ ਇੱਥੇ ਲੀਡਰ ਹੋਏ ਆ, ਬੜੀਆਂ ਵੱਡੀਆਂ ਸਰਕਾਰਾਂ ਹੋਈਆਂ ਜਿਹਨੂੰ ਲੱਗਦਾ ਸਾਨੂੰ ਕੌਣ ਹਿਲਾ ਦੂ, ਪਰ ਕੋਈ ਪਤਾ ਨਹੀਂ ਹੁੰਦਾ। ਇੱਥੇ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠਣ ਵਾਲੇ ਵੀ ਆਪਦੀ ਸੀਟ ਹਰ ਜਾਂਦੇ ਆ, ਇੱਥੇ ਤਾਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਲੋਕ ਵੀ ਆਪਣੀ ਸੀਟ ਹਰ ਜਾਂਦੇ ਆ, ਇੱਥੇ ਤਾਂ ਮੁੱਖ ਮੰਤਰੀ ਦੇ, ਪ੍ਰਧਾਨ ਮੰਤਰੀ ਦੇ ਦਾਅਵੇਦਾਰ ਵੀ ਆਪਣੀਆਂ ਸੀਟਾਂ ਹਰ ਜਾਂਦੇ ਆ। ਕਦੇ ਅਮੇਠੀ ਤੋਂ ਕਿਸੇ ਨੇ ਸੋਚਿਆ ਥੋੜੀ ਹੋਣਾ ਗਾਂਧੀ ਪਰਿਵਾਰ ਨੂੰ ਕੋ ਹਰਾ ਦੂਗਾ, ਮਮਤਾ ਬੈਨਰਜੀ ਨੂੰ ਹਰਾਉਣ ਦਾ ਕਿਹਨੇ ਸੋਚਿਆ ਸੀ, ਇੰਦਰਾ ਗਾਂਧੀ ਦੀ ਸੀਟ ਜਿਹੜੀ ਹੈ ਉਹਦੇ ਹਰਨ ਬਾਰੇ ਕਿਸੇ ਨੇ ਸੋਚਿਆ ਸੀ। ਪਰ ਇੰਨੀ ਗੱਲ ਜ਼ਰੂਰ ਹੈ, ਕੱਲਾ ਕੇਂਦਰ ਦਾ ਮਸਲਾ ਨਹੀਂ। ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰਦਾ ਕਿ ਆ ਜਿਹੜੀ ਕਿਸਾਨਾਂ ਦੀ ਮੀਟਿੰਗ ਹੋਈ ਹੈ ਜਾਂ ਕਿਸੇ ਵੀ ਪਾਸੇ, ਆਮ ਲੋਕਾਂ ਦੀਆਂ ਜ਼ਿੰਮੇਵਾਰੀਆਂ ਵਧੀਆਂ ਨੇ। ਸਾਰਾ ਕੁਝ ਅੱਗੇ ਤਾਂ ਤੁਰਨਾ ਜੇ ਆਮ ਲੋਕਾਂ ਦੀ ਭਾਸ਼ਾ ਸੱਭਿਅਕ ਰਹੂ, ਸਾਰਾ ਕੁਝ ਅੱਗੇ ਤਾਂ ਤੁਰਨਾ ਜੇ ਆਮ ਲੋਕ ਜ਼ਾਬਤੇ 'ਚ ਰਹਿਣਗੇ। ਹਿੰਸਾ ਵੱਲ ਨਹੀਂ ਵਧਣ ਦੀ ਲੋੜ, ਸੱਭਿਅਕ ਭਾਸ਼ਾ ਦੀ ਵਰਤੋਂ ਕਰਨੀ ਹੈ ਤੇ ਬਿਲਕੁਲ ਠੀਕ ਤਰੀਕੇ ਮੁੱਦਿਆਂ ਦੇ ਉੱਤੇ ਆਪ ਧਿਆਨ ਰੱਖਣਾ ਹੈ। ਨਹੀਂ ਤਾਂ ਪਤਾ ਕੀ ਹੋਣਾ ਹੈ, ਆਪਣੇ ਜੱਲਿਆਂਵਾਲਾ ਬਾਗ ਹੈ, ਉੱਥੇ ਕਹਿੰਦੇ ਜੀ ਧਾਰਾ 144 ਲਾਤੀ, ਖਬਰ ਆਈ, ਉਹ ਵੀ ਨਵੰਬਰ ਮਹੀਨੇ ਤੱਕ। ਹੁਣ ਜੱਲਿਆਂਵਾਲੇ ਬਾਗ ਦੇ ਵਿੱਚ ਧਾਰਾ 144 ਕਿਉਂ ਲਾਉਣੀ ਪਈ? ਬਾਅਦ ਵਿੱਚ ਵਾਪਸ ਲੈ ਲਈ, ਵੱਖਰੀ ਗੱਲ ਹੈ। ਉਹ ਕਹਿੰਦੇ ਜੀ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਦੇ, ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ। ਹੁਣ ਜੱਲਿਆਂਵਾਲੇ ਬਾਗ ਦੇ ਵਿੱਚ ਕੋਈ ਬੰਦਾ ਧਰਨਾ ਕਿਉਂ ਦੇਊਗਾ ਬਈ? ਤਰਲੋਚਨ ਸਿੰਘ ਹੋਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ, ਉਹ ਕਹਿੰਦੇ ਜੀ ਕੇਂਦਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਪੰਜਾਬ ਵਾਲਿਆਂ ਨੂੰ ਪੁੱਛੋ, ਉਹਨਾਂ ਨੇ ਜੇ ਲਾਈ ਹੋਏਗੀ ਤਾਂ ਕੋਈ ਨਹੀਂ, ਬਾਅਦ ਵਿੱਚ ਵੱਡੇ ਅਧਿਕਾਰੀ ਵਿੱਚ ਪਏ, ਵਾਪਸ ਲੈ ਲਈ। ਪਰ ਸੰਧਾਲੀਆ ਸਾਹਿਬ ਤੁਸੀਂ ਦੇਖੋ, ਇੱਕ ਤਾਂ ਚਰਚਾ ਇਹ ਚੱਲਦੀ ਕਿ ਉਹਦਾ ਪੁਰਾਣਾ ਸਰੂਪ ਬਦਲ ਦਿੱਤਾ, ਫੀਲ ਹੀ ਨਹੀਂ ਆਉਂਦਾ, ਅਹਿਸਾਸ ਹੀ ਨਹੀਂ ਹੁੰਦਾ। ਕੁਝ ਲੋਕਾਂ ਨੇ ਮੋਮਬੱਤੀ ਮਾਰਚ ਕੱਢੇ ਸੀ, ਜਿਹੜੇ ਲੋਕ ਉੱਥੇ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਮੌਜੂਦਾ, ਉਹ ਕਹਿੰਦੇ ਸੀ ਗਲਤ ਹੋ ਗਿਆ, ਲੋਕਾਂ ਨੂੰ ਤੌਖਲਾ ਸੀ ਕਿਤੇ ਟਿਕਟ ਨਾ ਲੱਗ ਜਾਏ, ਲੋਕਾਂ ਨੂੰ ਐ ਲੱਗਦਾ ਸੀ ਕਿ ਭਾਈ ਉਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਹ ਸੋਹਣਾ ਕੰਮ ਆ ਕਿ ਭਾਈ ਕੁਛ ਕਰ ਦਿੱਤਾ। ਜੇ ਲੋਕਾਂ ਨੂੰ ਇਤਰਾਜ਼ ਹੈ ਇਸ ਡੈਮੋਕ੍ਰੈਟਿਕ ਕੰਟਰੀ 'ਚ, ਲੋਕਤੰਤਰੀ ਦੇਸ਼ 'ਚ, ਤਾਂ ਚੁੱਪ ਕਰਕੇ ਧਾਰਾ 144 ਲਾ ਦਿਓ। ਕਰਨਾਲ ਵਾਲੇ ਕਰਨਾਲ ਚਲਾ ਦੇਣ, ਦਿੱਲੀ ਵਾਲੇ ਦਿੱਲੀ ਚਲਾ ਦੇਣ, ਚੰਡੀਗੜ੍ਹ ਵਾਲੇ ਚੰਡੀਗੜ੍ਹ ਚਲਾ ਦੇਣ, ਤੁਸੀਂ ਜੱਲਿਆਂਵਾਲੇ ਬਾਗ ਦੇ ਆਲੇ ਦੁਆਲੇ ਲਾ ਦਿਓ। ਉਹ ਤਾਂ ਜਦੋਂ ਲੋਕਾਂ ਨੇ ਬਹੁਤ ਰੌਲਾ ਪਾਇਆ ਤਾਂ ਵਾਪਸ ਲਈ, ਪਰ ਇਹ ਆਪਣੇ ਆਪ ਦੇ ਵਿੱਚ ਬੜਾ ਅਹਿਮ ਮੁੱਦਾ ਤੇ ਛੱਡਣ ਵਾਲਾ ਨਹੀਂ। ਇਹ ਪਰ ਵੈਸੇ ਮੈਂ ਕੀ ਪਹਿਲਾਂ ਸੋਚਦਾ ਹੁੰਦਾ, ਜਿਹੜੇ ਵੀ ਲੀਡਰ ਸਾਹਿਬ ਨੇ ਸਤਿਕਾਰਤ ਨੇ, ਚਲੋ ਭਾਵੇਂ ਕੁਰਸੀ ਦੇ ਨੇ ਭਾਵੇਂ ਕੁਰਸੀ ਤੋਂ ਲਾਂਭੇ ਨੇ, ਦੋ ਚੀਜ਼ਾਂ ਦਾ ਐਨਾਲਿਸਿਸ ਜ਼ਰੂਰ ਕਰਨ। ਕਦੀ ਜਦੋਂ ਉਹ ਝੰਡੀ ਵਾਲੀ ਕਾਰ ਹੁੰਦੀ ਹੈ, ਸਰਕਾਰੀ ਘਰ ਹੁੰਦਾ, ਉਸ ਤੋਂ ਬਾਅਦ ਇੱਧਰ ਉੱਧਰ ਗਾਰਦ ਹੁੰਦੀ ਹੈ, ਗਿੱਟੇ ਜੋੜ ਜੋੜ ਕੇ ਸਲੂਟ ਵੱਜਦੇ ਆ ਜੀ, ਉਦੋਂ ਵਾਲਾ ਰੂਪ। ਤੇ ਜਦੋਂ ਹਾਰ ਜਾਂਦੇ ਆ ਤੇ ਜਦੋਂ ਸਰਕਾਰੀ ਕੋਠੀ ਵੀ ਖੁੱਸ ਜਾਂਦੀ ਹੈ ਤੇ ਅੰਦਰ ਕੋਈ ਉੱਥੇ ਮਿਲਣ ਵੀ ਨਹੀਂ ਆਉਂਦਾ, ਹੈ ਨਾ, ਕੋਈ ਮਤਲਬ ਸਲੂਟ ਤਾਂ ਕਿਸੇ ਨੇ ਕੀ ਮਾਰਨਾ, ਮਿਲਣ ਵੀ ਕੋਈ ਨਹੀਂ ਆਉਂਦਾ। ਤੇ ਕਿਸੇ ਵੇਲੇ ਜਿਹੜਾ ਕੋਈ ਇੱਧਰ ਉੱਧਰ ਵਿਚਾਰਾ ਕੋਈ ਸਹਾਇਕ ਰੱਖਿਆ ਹੁੰਦਾ ਕੰਮ ਧੰਦੇ ਵਾਲਾ, ਉਹਨੂੰ 4 ਆਵਾਜ਼ਾਂ ਮਾਰਨੀਆਂ ਪੈਂਦੀਆਂ, ਕਿੱਧਰ ਗਿਆ ਤੂੰ? ਕੁਛ ਨਹੀਂ ਸਰ, ਮੈਂ ਥੋੜਾ ਬਾਹਰ ਫੋਨ ਸੁਣਦਾ, ਦੱਸੋ ਕੀ ਗੱਲ ਹੈ? ਉਹ ਵੀ ਖਿੱਚ ਕੇ ਜੇ ਬੋਲਦਾ ਅਗਲੇ ਪਾਸਿਓਂ, ਉਦੋਂ ਅਹਿਸਾਸ ਤੇ ਹੁੰਦਾ ਹੋਊਗਾ ਨਾ ਵੀ ਯਾਰ ਇਹ ਕੁੱਲ ਮਿਲਾ ਕੇ ਹੈ ਤੇ ਸਿਰਫ ਤਾਕਤ ਕੁਰਸੀ ਦੀ, ਤੇ ਕੁਰਸੀ ਵਾਲੀ ਤਾਕਤ ਜਿਹੜੀ ਆ ਉਹ ਲੋਕ ਦਿੰਦੇ ਨੇ ਯਾਰ, ਵੋਟਾਂ ਦਾ ਕਰਕੇ ਆਉਂਦੇ। ਤੇ ਜੇ ਆਪਾਂ ਉਹ ਕੁਰਸੀ ਕਾਇਮ ਰੱਖਣੀ ਹੈ, ਜੇ ਆਪਾਂ ਚਾਹੁੰਦੇ ਆਪਣੇ ਕੋਲੇ ਲੰਮੇ ਸਮੇਂ ਲਈ ਤਾਕਤ ਰਹੇ, ਲੋਕ ਦਿਲੋਂ ਸਾਨੂੰ ਵੋਟ ਪਾਉਣ, ਲੜ ਕੇ ਨਾ ਲੈਣੀ ਪਵੇ ਜਾਂ 144 ਲਾ ਕੇ ਨਾ ਲੈਣੀ ਪਵੇ,
ਤੇ ਆਪਾਂ ਕੋਈ ਇਹੋ ਜਿਹੇ ਕੰਮ ਕਿਉਂ ਨਾ ਕਰਦੀ ਜਿਹਦੇ ਨਾਲ ਲੋਕ ਖੁਸ਼ ਹੋ ਜਾਣ। ਆਪਾਂ ਉਹਨਾਂ ਲੋਕਾਂ ਨੂੰ ਕਿਉਂ ਖੁਸ਼ ਕਰਦੇ ਜਿਹੜੇ ਕਦੀ ਕਦਾਈ ਇਧਰੋਂ ਉਧਰੋਂ ਉੱਡਦੇ ਅੜਦੇ ਆਉਂਦੇ ਆ, ਕੁਛ ਨਾ ਕੁਛ ਆਪਣਾ ਹਿੱਸਾ ਪੱਤੀ ਸਾਡੀ ਜੇਬ ਚ ਪਾਉਂਦੇ ਆ, ਕੁਛ ਇਧਰੋਂ ਉਧਰੋਂ ਦੇਸ਼ ਦਾ ਖਾ ਕੇ ਚੋਕ ਕੇ ਨਿਕਲ ਜਾਂਦੇ ਆ। ਉਹਨਾਂ ਨਾਲੋਂ ਚੰਗਾ ਨਹੀਂ ਆਪਾਂ ਜਿਹੜੇ ਆਮ ਲੋਕ ਨੇ ਜਿਨ੍ਹਾਂ ਦਾ ਕਰਕੇ ਦੇਸ਼ ਆ ਉਹਨਾਂ ਦੇ ਬਾਰੇ ਸੋਚੀਏ। ਨਹੀਂ ਸੰਧਾਲੀ ਸਾਹਿਬ ਸੋਚ ਰਹੇ ਆ, ਲੀਡਰ ਸੋਚ ਰਹੇ ਆ, ਲੀਡਰਾਂ ਤੇ ਜੋ ਹੁਣੇ ਸੋਚਿਆ ਤੱਤਾ ਹੱਥ ਨਹੀਂ ਲੱਗਦੀ ਗੱਲ ਨੂੰ। ਅੱਛਾ, ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ, ਉਹਨਾਂ ਨੇ ਆਪਣੇ ਨਾਲ ਸਲਾਹਕਾਰ ਤੇ ਕਾਰਜਕਾਰੀ ਪ੍ਰਧਾਨ ਲਾਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ 15 ਸਲਾਹਕਾਰ ਤੇ OSD ਨੇ, ਪਹਿਲਾਂ 15, ਹੁਣ 4 ਬੰਦੇ ਉਹਨਾਂ ਨੇ ਹੋਰ ਲਾ ਲਏ। ਤੁਸੀਂ ਇਹ ਦੇਖੋ ਨਾ ਕਿ ਐਡਾ ਵੱਡਾ ਸੂਬਾ ਸਾਂਭਣਾ ਹੈ, ਵਾਅਦਿਆਂ ਦੀ ਪੂਰਤੀ ਕਰਨੀ ਹੈ, ਲੋਕ ਖੁਸ਼ ਕਰਨੇ ਆ, ਇਸ ਕਰਕੇ 4 ਬੰਦੇ ਲਾਲ ਸਿੰਘ ਹੋਰੀ ਮੰਡੀ ਬੋਰਡ ਵਾਲੇ, ਕੁਸ਼ਲਦੀਪ ਸਿੰਘ ਢਿੱਲੋਂ ਹੋਰੀ, ਰਾਜਕੁਮਾਰ ਹੋਰੀ ਚੱਬੇਵਾਲ ਵਾਲੇ ਤੇ ਨਾਲ ਹੀ ਨਾਲ ਲੁਧਿਆਣੇ ਵਾਲੇ ਡਾਬਰ ਸਾਹਿਬ, 4 ਬੰਦੇ ਜਿਨ੍ਹਾਂ ਚੋਂ 3 MLA ਤੇ 1 ਮੰਡੀ ਬੋਰਡ ਦੇ ਮੁਖੀ, ਉਹਨਾਂ ਨੂੰ ਸਲਾਹਕਾਰ ਲਾਇਆ ਆਪਣੇ ਤੇ ਕਹਿੰਦੇ ਜੀ ਜਿੰਨੀ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਤੌਰ ਦੇ ਉੱਤੇ ਸਪੋਰਟ ਚਾਹੀਦੀ ਹੈ ਦਿਓ। ਕਰਨਾ ਕੀ ਹੈ, ਮੁੱਖ ਮੰਤਰੀ ਸਾਹਿਬ ਦੇ ਆਵਾਸ 'ਚ ਘਰ ਜਿਹੜੇ ਵੀ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਆ ਉਹਨਾਂ ਦੀ ਗੱਲ ਸੁਣਨੀ ਹੈ। ਜੇ 4.5 ਸਾਲਾਂ ਦੇ ਵਿੱਚ ਲੋਕਾਂ ਦੀ ਗੱਲ ਨਹੀਂ ਸੁਣੀ ਗਈ, ਜਾਣੀ ਕਿ ਉਹ 4 ਬੰਦੇ ਜੇ ਹੁਣ ਲਾਏ ਆ, ਉਹਨਾਂ ਤੋਂ ਪਹਿਲਾਂ ਇਹ ਸਮੱਸਿਆਵਾਂ ਕੌਣ ਸੁਣਦਾ ਸੀ? ਜੇ ਇਹਨਾਂ ਨੂੰ ਲਾਉਣਾ ਪਿਆ ਤੇ ਉਹਨਾਂ ਤੋਂ ਪਹਿਲਾਂ ਜਿਨ੍ਹਾਂ ਨੂੰ ਵੱਖਰੇ ਵੱਖਰੇ ਕੈਬਨ ਦਿੱਤੇ ਸੀ, ਕੀ ਉਹ ਠੀਕ ਤਰੀਕੇ ਕੰਮ ਨਹੀਂ ਕਰ ਪਾਏ? ਜਾਂ ਇਹ ਸਾਰਾ ਕੁਝ ਸਿਰਫ ਇਸ ਗੱਲ ਦੀ ਕਾਟ ਕਰਨ ਲਈ ਹੈ ਕਿ ਭਾਈ ਉਧਰ ਸਿੱਧੂ ਸਾਹਿਬ ਨੇ ਕਿਹਾ ਸੀ ਕਿ ਇੱਕ ਕੈਬਨਿਟ ਮੰਤਰੀ ਕਾਂਗਰਸ ਭਵਨ 'ਚ ਜ਼ਰੂਰ ਬੈਠਣਾ ਚਾਹੀਦਾ ਹੈ, ਜਾਂ ਮੇਰਾ ਬਿਸਤਰਾ ਘਰ ਹੀ ਕਾਂਗਰਸ ਦਾ ਭਵਨ ਹੋਏਗਾ, ਵਰਕਰ ਜਦੋਂ ਮਰਜ਼ੀ ਆ ਕੇ ਮੈਨੂੰ ਮਿਲਣਾ, ਮੈਂ ਉਹਦੀ ਸਮੱਸਿਆ ਦਾ ਹੱਲ ਕਰੂੰਗਾ। ਹੁਣ ਪਹਿਲਾ ਸਵਾਲ ਕਿ ਅੱਜ ਤੱਕ ਵਰਕਰ ਫਿਰ ਕਿਹਨੂੰ ਮਿਲਦੇ ਸੀ? ਦੂਜਾ ਸਵਾਲ ਕਿ ਜੇ ਆਪਸ ਦੇ ਵਿੱਚ ਹੀ ਕਾਟ ਕਰਨੀ ਹੈ ਤਾਂ ਕਾਟ ਤੁਹਾਡੀ ਡੋਰੀ ਕਿਸੇ ਨੇ ਹੋਰ ਖੋਲ ਕੇ ਲੈ ਜਾਣੀ। ਨਹੀਂ, ਨਾਲੇ ਪਰ ਇੱਕ ਗੱਲ ਇਹ ਵੀ ਹੈ ਨਾ, ਮੈਨੂੰ ਨਹੀਂ ਅਜੇ ਤੱਕ ਸਮਝ ਆਈ ਵੀ ਉਹ ਜਿਹੜਾ ਜਿੱਥੇ ਕਾਂਗਰਸ ਭਵਨ 'ਚ ਮੰਤਰੀ ਬਹਿੰਦੇ ਸੀ ਉਦੋਂ ਇੱਕ ਤਰ੍ਹਾਂ ਰੂਟੀਨ ਜੀ ਟੁੱਟ ਗਈ ਸੀ, ਉਦੋਂ ਬਾਅਦ ਉੱਥੇ ਕੋਈ ਬਹਿੰਦਾ ਕਿ ਨਹੀਂ ਬਹਿੰਦਾ ਇਹ ਉਹ ਆਪ ਕਲੀਅਰ ਕਰ। ਇੱਕ ਚੀਜ਼ ਮੈਂ ਵੈਸੇ ਸੋਚਦਾ ਸੀ, ਚਲੋ ਜਿਹੜੇ ਵੀ ਮਤਲਬ ਜੇ 15 ਪਹਿਲਾਂ ਸੀ, 4 ਹੋਰ ਲੱਗ ਗਏ, 19 ਹੋ ਗਏ, ਮੁੱਖ ਮੰਤਰੀ ਸਾਹਿਬ ਆ ਗਏ, 20 ਜਣੇ ਨੇ, ਉਹ ਇੱਕ ਹੀ ਥਾਂ ਤੇ ਕਿਉਂ ਮਿਲਣਾ ਚਾਹੁੰਦੇ ਲੋਕਾਂ ਨੂੰ? ਮਤਲਬ ਉਹਦੇ ਨਾਲੋਂ ਚੰਗਾ ਨਹੀਂ ਜੀ 80 81 82 83 MLA ਨੇ, ਸਾਰਿਆਂ ਨੂੰ ਤਾਕਤਾਂ ਹੋਣ। ਹੁਣ ਜਿਹੜਾ ਵੀ ਬੰਦਾ ਵਿਚਾਰਾ ਚੱਲਦਾ ਪੰਜਾਬ ਦੇ ਇੱਕ ਹਿੱਸੇ ਤੋਂ, ਉਹਨੂੰ ਲੋਕਲ MLA ਨੂੰ ਮਿਲਣਾ ਸੌਖਾ ਗਿਆ, ਉਹ ਪਹਿਲਾਂ ਚੰਡੀਗੜ੍ਹ ਪਹੁੰਚ ਕੇ ਉੱਥੇ ਜਾ ਕੇ ਮਿਲਣਾ ਸੌਖਾ ਨਹੀਂ? ਮੰਤਰੀ ਸਰਕਾਰੀ ਦਫ਼ਤਰ 'ਚ ਮੈਂ ਸੈਕਟਰੀਏਟ, MLA ਆਪੋ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਕਲੀਅਰ ਕਰ ਦੇਣਾ, ਮੇਰਾ ਟੈਲੀਫੋਨ ਨੰਬਰ ਆ, ਮੇਰਾ ਦਫ਼ਤਰ ਦਾ ਐਡਰੈਸ ਆ, ਇੰਨੇ ਤੋਂ ਇੰਨੇ ਮੈਂ ਉੱਥੇ ਬਹਿਣਾ, ਗੱਲ ਮੁੱਕ ਗਈ। ਚਿੱਠੀ ਜਿਹੜੀ ਵੀ ਲੈ ਕੇ ਆ ਜਾਓ ਉੱਥੋਂ, ਇਹ ਤੇ ਨਹੀਂ ਵੀ ਹਰ ਵਾਰ ਉੱਥੇ ਜਾਣਾ ਪੈਣਾ। ਜੇ ਵੀਡੀਓ ਕਾਨਫਰੰਸਿੰਗ ਨਾਲ ਬਾਕੀ ਗੱਲਾਂ ਹੋ ਸਕਦੀਆਂ, ਚੰਡੀਗੜ੍ਹ ਉਸੇ ਵੇਲੇ ਵੀਡੀਓ ਕਾਨਫਰੰਸਿੰਗ ਬੁਲਾ ਦੇਣੀ ਵੀ ਆਹ ਲਓ ਜੀ ਆਹ ਮਸਲਾ ਹੋ ਗਿਆ, ਲਓ ਜੀ ਹੁਣੇ DC ਸਾਹਿਬ ਨੂੰ ਹੁਕਮ ਹੋ ਗਿਆ। ਨਾਲੇ ਪਿੰਡਾਂ 'ਚ ਜਾ ਕੇ ਜਿਹੜੇ ਚੈੱਕ ਵੰਡਣੇ ਆ, ਉਹ ਰੌਲਾ ਜਿਹੜਾ ਪੈਂਦਾ ਮੁੜ ਕੇ ਕਿਸਾਨਾਂ ਨਾਲ, ਉਹ ਹਟ ਜਾਓ, ਦਫ਼ਤਰ ਦੇ ਵਿੱਚੋਂ ਕੰਮ ਹੋ ਜਾ ਕਰਨਾ। ਦੇਖੋ ਇਹ ਗੱਲ WhatsApp ਤੁਹਾਡੇ ਮੇਰੇ ਦਿਮਾਗ 'ਚ ਆਉਂਦੀ ਹੈ, ਇਹਦਾ ਮਤਲਬ ਜਾਂ ਤੇ ਆਪਣਾ ਦਿਮਾਗ ਘਾਟੇ, ਜਾਂ ਫਿਰ ਜਿੱਦਾਂ ਸੋਚਣਾ ਚਾਹੀਦਾ ਆਪਾਂ ਉਦਾਂ ਸੋਚਣ ਨਹੀਂ ਡੇ। ਕੁਛ ਤੇ ਨੁਕਸ ਹੈਗਾ ਜਿਹੜਾ ਉਧਰੋਂ ਇੱਧਰ ਟਰੈਕ ਮਿਕਸ ਨਹੀਂ ਹੁੰਦਾ। ਅੱਜ ਆਪਾਂ ਕਿਸੇ ਨੂੰ ਹੱਥ ਦਿਖਾਲਦੇ ਆ ਜਿਹਨੂੰ ਆਪਾਂ ਅੱਗੇ ਪ੍ਰਾਈਮ ਏਸ਼ੀਆ ਦੇ ਕਮਰੇ 'ਚ ਨਹੀਂ ਵੜਨ ਦੇਈਦਾ। ਉਹਨੇ ਪਤਾ ਕਹਿਣਾ ਓਹ ਇਹ ਕਿਰਪਾ ਉਹਨੂੰ ਤਦੇ ਰੁਕੀ ਆ, ਤੁਸੀਂ ਨਾ ਕੋਈ ਹੋਰ ਤਰ੍ਹਾਂ ਸੋਚਦੇ, ਕਿਸੇ ਹੋਰ ਤਰ੍ਹਾਂ ਸੋਚੋ, ਫਿਰ ਦੇਖੋ ਕਿਰਪਾ ਕਿੱਦਾਂ ਹੁੰਦੀ। ਨਹੀਂ ਬਿਲਕੁਲ ਠੀਕ ਹੈ ਜੀ। ਬਾਕੀ ਹੁਣ ਜਾਣ ਦਾ ਵੇਲਾ ਹੋ ਗਿਆ ਜੀ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਅੱਜ ਤੇ ਹੋਰਨਾਂ ਖਬਰਾਂ ਵਾਲੇ ਪਾਸੇ ਧਿਆਨ ਗਿਆ ਹੀ ਨਹੀਂ। ਇਹ ਜਿਹੜੀ ਲੋਕ ਲਹਿਰ ਬਣੀ ਹੈ ਉਹਦੇ ਆਸੇ-ਪਾਸੇ ਅਸੀਂ ਗੱਲਾਂ ਬਾਤਾਂ ਕਰਦੇ ਰਹੇ। ਬਾਕੀ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਜੇ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰਨਾ ਜੀ, ਅੱਗੇ ਸ਼ੇਅਰ ਵੀ ਕਰਦਿਆ ਕਰੋ ਪ੍ਰੋਗਰਾਮ ਨੂੰ, ਤਾਂ ਜੋ ਹੋਰਨਾਂ ਪਰਿਵਾਰ ਦੇ ਮੈਂਬਰਾਂ ਤੱਕ ਵੀ ਗੱਲ ਆਪਣੇ ਜ਼ਰੂਰ ਦੇਖਦੇ ਰਹਿਣਾ। ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ, ਤੁਹਾਡੇ ਲਈ।